अच्छा जी, we are starting the program now. वाहिगुरु जी का खालसा वाहिगुरु जी की फतेह. My name is Dr. Kripal Singh and our program is Tips for Good Life, Sukhi Jeevan de Raas. First of all, I want to thank Voice of Manata TV and Meghraj Singhoni for giving us the opportunity to discuss our views. And welcome to our participants, Dr. Kulvinder Singh Khalsa and co-anchor Gyani Dharam Singh ji. Thank you for all our audience for your time, and please subscribe to this program if you're not already doing it, and also tell your friends and help financially wherever you can, in whatever way you can. So our ਸਭ ਤੋਂ ਪਹਿਲਾਂ ਗ੍ਰੀਟਿੰਗਸ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸਲਾਮ, ਸਤਿ ਸ੍ਰੀ ਅਕਾਲ, ਰਾਮ ਰਾਮ, ਜੋ ਵੀ ਤੁਹਾਡਾ ਪਿਛੋਕੜ ਹੋਵੇ ਪ੍ਰਵਾਨ ਕਰਨਾ. Again, I want to emphasize the views expressed in this program are our individuals, not the official views of the Voice of Manata TV program. So our topic today again is continuation of the drug issues in Punjab and the society in general. We have covered quite a few aspects of it. Today we're going to focus on once person has been detoxified, now how can we prevent the person falling back or go off the wagon again? So what are the different kind of ways available for us to do that? And there are lots of information, of course, on the internet available and in many other programs going on. But we will try to share our own experiences with you. And we will start over here first, Gyani Dharam Singh ji. Gyani ji, ਗੱਲ ਕਰ ਰਹੇ ਹਾਂ ਅਸੀਂ ਕਿ ਬਈ ਨਸ਼ੇ ਛੱਡਣ ਤੋਂ ਬਾਅਦ ਕੀ ਸਾਨੂੰ ਧਿਆਨ ਦੇਣਾ ਚਾਹੀਦਾ ਕਿ ਵੀ ਜਿਹੜੀ ਨਸ਼ੇ ਨੇ ਉਹਨਾਂ ਤੋਂ ਬੰਦਾ ਛੁਟਕਾਰਾ ਰਵੇ, ਕਿਉਂਕਿ ਆਮ ਤੌਰ ਤੇ ਕੀ ਹੁੰਦਾ, ਇੱਕ ਵਾਰੀ ਛੱਡ ਵੀ ਦਿੱਤੇ ਫਿਰ ਦੁਬਾਰਾ ਉਹੀ ਪੈ ਜਾਂਦੀ ਹੈ, ਥੋੜਾ ਜਿਹਾ ਛੱਡ ਕੇ ਫਿਰ ਦੁਬਾਰਾ ਉਹੀ ਪੈ ਜਾਂਦੀ ਹੈ ਆਦਤ. ਤੇ ਤੁਹਾਡੇ ਖਿਆਲ ਅਨੁਸਾਰ ਸਾਨੂੰ ਗੁਰਮਤ ਕੀ ਕਹਿੰਦੀ ਹੈ ਕਿ ਵੀ ਅਸੀਂ ਕਿਵੇਂ ਆਪਣੇ ਆਪ ਤੇ ਕੰਟਰੋਲ ਕਰੀਏ ਕਿ ਦੁਬਾਰਾ ਰੀਲੈਪਸ ਨਾ ਹੋਵੇ? ਹਾਂਜੀ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਅਸਲ 'ਚ ਜਿਹੜੀ ਇਹ ਨਸ਼ੇ ਦੀ ਲੱਤ ਲੱਗਦੀ ਆ ਜਾਂ ਇਹ ਆਦਤਾਂ ਪੈਂਦੀਆਂ, ਇਹ ਬੰਦੇ ਦੀ ਹੁੰਦੀ ਤੇ ਮਾਨਸਿਕ ਕਮਜ਼ੋਰੀ ਆ। ਤੇ ਜਦੋਂ ਇੱਕ ਵਾਰ ਨਸ਼ਾ ਕਰਨ ਲੱਗ ਜਾਂਦਾ ਤੇ ਫਿਰ ਉਹਦੀ ਆਦਤ ਬਣ ਜਾਂਦੀ ਆ। ਉਹ ਜਦੋਂ ਛੱਡਦਾ, ਉਹਦੇ ਸੰਗੀ ਸਾਥੀ ਜਿਹੜੇ ਉਹਨੂੰ ਮੁੜ ਕੇ ਪ੍ਰੇਰਦੇ ਆ ਤੇ ਕਈ ਵਾਰ ਉਹਦੇ ਅੰਦਰ ਉਹ ਭਾਵਨਾ ਜੀ ਹੋਣ ਕਰਕੇ ਉਹ ਫਿਰ ਇੱਛਾ ਜਾਗ ਪੈਂਦੀ ਆ। ਜਦੋਂ ਅਸੀਂ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ ਤੇ ਸਾਨੂੰ ਬਾਣੀ ਦੇ ਵਿੱਚੋਂ ਸਭ ਤੋਂ ਵੱਡੀ ਬਖਸ਼ਿਸ਼ ਹੀ ਇਹ ਮਿਲਦੀ ਆ ਕਿ ਸਾਨੂੰ ਆਤਮਿਕ ਤੌਰ ਤੇ ਤਾਕਤ ਮਿਲਦੀ ਆ। ਸਾਡਾ ਜਿਹੜਾ ਮਾਨਸਿਕ ਸਤਰ ਆ ਉਹ ਬਲਵਾਨ ਹੋ ਜਾਂਦਾ। ਤੇ ਇਸੇ ਕਰਕੇ ਹੀ ਜਿਹੜੇ ਵੱਡੇ ਤੋਂ ਵੱਡੀਆਂ ਦਿੱਕਤਾਂ ਤੇ ਤਸੀਹੇ ਵੀ ਸਿੱਖ ਜਿਹੜੇ ਆ ਬਾਣੀ ਦੇ ਆਸਰੇ ਨਾਲ ਤਕੜੇ ਹੋ ਕੇ ਜਰ ਜਾਂਦੇ ਰਹੇ ਕਿ ਉਹਨਾਂ ਨੂੰ ਵਾਹਿਗੁਰੂ ਜੀ ਦੇ ਉੱਪਰ ਭਰੋਸਾ ਹੁੰਦਾ। ਗੁਰਬਾਣੀ ਦੇ ਅੰਦਰ ਨਸ਼ਿਆਂ ਦਾ ਜਿੱਥੇ ਜ਼ਿਕਰ ਆਉਂਦਾ, ਕਿਉਂਕਿ ਅੱਜ ਕੱਲ੍ਹ ਤੇ ਬਹੁਤ ਹੀ ਤਰ੍ਹਾਂ ਦੇ ਨਸ਼ੇ ਆ ਜਿਹਦਾ ਅੰਤ ਹੀ ਨੀਗਾ ਕੋਈ, ਪਰ ਜਿਹੜੇ ਉਸ ਸਮੇਂ ਦੇ ਸੀਗੇ, ਕੁਝ ਰਹਿਤਨਾਮਿਆਂ ਚੋਂ ਕੁਝ ਗੁਰਬਾਣੀ ਦੇ ਵਿੱਚੋਂ ਸਾਨੂੰ ਮਿਲਦਾ, ਉਹਨਾਂ ਦੇ ਵਿੱਚ ਸ਼ਰਾਬ ਦਾ ਜ਼ਿਕਰ ਆ। ਤੇ ਗੁਰਬਾਣੀ 'ਚ ਤੇ ਜ਼ਿਆਦਾ ਇਸੇ ਗੱਲ ਤੇ ਹੀ ਆ। ਤੇ ਬਾਕੀ ਉੱਦਾਂ ਹੁੱਕਾ, ਤੰਬਾਕੂ, ਗਾਂਜਾ, ਟੋਪੀ, ਤਾੜੀ, ਖਾਕੂ, ਜਿਵੇਂ ਕਿ ਸਾਨੂੰ ਮਿਲਦਾ ਇਹਦੇ ਚੋਂ ਰਹਿਤਨਾਮਿਆਂ ਚੋਂ ਕਿ ਕੁੱਠਾ, ਹੁੱਕਾ, ਚਰਸ, ਤੰਬਾਕੂ, ਗਾਂਜਾ, ਟੋਪੀ, ਤਾੜੀ, ਖਾਕੂ, ਇਨ ਕੀ ਔਰ ਨਾ ਕਬਹੂ ਦੇਖੇ ਰਹਿਤਵੰਤ ਸੋ ਸਿੰਘ ਬਸੇਖਾ। ਤੇ ਇਹ ਜਿਹੜੀ ਨਸ਼ੇ ਦੀ ਖੁਮਾਰੀ ਜਿਹੀ ਆ, ਗੁਰੂ ਸਾਹਿਬ ਜੀ ਨੇ ਤੇ ਸਾਡੇ ਤੇ ਬਖਸ਼ਿਸ਼ ਕੀਤੀ ਆ ਕਿ ਅਸਲੀ ਨਸ਼ਾ ਜਿਹੜਾ ਆ ਉਹ ਮਨੁੱਖ ਦੇ ਵਾਹਿਗੁਰੂ ਜੀ ਦੇ ਪ੍ਰੇਮ ਦਾ ਆ, ਪਿਆਰ ਦਾ ਆ।
ਤੇ ਉਸੇ ਪਿਆਰ ਦੇ ਵਿੱਚੋਂ ਵਾਹਿਗੁਰੂ ਜੀ ਦੇ ਸਿਮਰਨ ਦੇ ਵਿੱਚੋਂ ਜਿਹੜਾ ਉਹਦੀ, ਕਿਉਂਕਿ ਜੋਤ ਸਭ ਮਹਿ ਜੋਤ ਜੋਤ ਹੈ ਸੋਏ, ਤੇ ਮਨੁੱਖਤਾ ਤੋਂ ਦੇਖਣੀ ਹੈ, ਤੇ ਮਨੁੱਖਤਾ ਦੀ ਸੇਵਾ ਦਾ, ਮਨੁੱਖਤਾ ਦੀ ਭਲਾਈ ਦਾ ਜਿਹੜਾ ਨਸ਼ਾ ਆ, ਇਹ ਆਪਣੇ ਆਪ ਦੇ ਵਿੱਚ ਹੈ ਬਹੁਤ ਤਗੜਾ। ਤੇ ਜਦੋਂ ਮਨੁੱਖ ਇੱਕ ਵਾਰੀ ਛੱਡ ਲੈਂਦਾ ਤੇ ਉਹਨੂੰ ਫਿਰ ਪੁਰਾਣਾ ਚੇਤੇ ਕਰਕੇ ਕਿ ਸਰੀਰ ਦੀ ਹਾਲਤ, ਆਰਥਿਕ ਨੁਕਸਾਨ, ਸਮਾਜ ਦੇ ਵਿੱਚ ਬੇਇੱਜ਼ਤੀ, ਇਹਨਾਂ ਸਾਰੀਆਂ ਗੱਲਾਂ ਨੂੰ ਚੇਤੇ ਰੱਖ ਕੇ ਤੇ ਰੱਬ ਦਾ ਸ਼ੁਕਰ ਕਰਕੇ ਤੇ ਤਕੜੇ ਹੋ ਕੇ ਰਹਿਣਾ ਚਾਹੀਦਾ ਆ ਕਿ ਇਹ ਬਿਮਾਰੀ ਤੋਂ ਮਸਾਂ ਛੁਟਕਾਰਾ ਮਿਲਿਆ ਤੇ ਹੁਣ ਦੁਬਾਰਾ ਨਾ ਲੱਗੇ। ਥੈਂਕ ਯੂ ਜੀ। ਤੇ ਆਪਣੇ ਡਾਕਟਰ ਕੁਲਵਿੰਦਰ ਸਿੰਘ ਜੀ, ਤੁਹਾਡਾ ਕੀ ਵਿਚਾਰ ਹੈ? ਹਾਂਜੀ ਸਰ, ਜਿਸ ਤਰ੍ਹਾਂ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਹੈ ਕਿ ਡਾਕਟਰਸ ਨੇ ਜੋ ਵੀ ਟਰੀਟ ਕਰ ਰਿਹਾ ਸੀ, ਉਹਨੇ ਇੱਕ ਵਾਰੀ ਤੇ ਬੰਦੇ ਨੂੰ ਇਸ ਨਸ਼ੇ ਦੀ ਜਿਹੜੀ ਉਹਨੂੰ ਫਿਜ਼ੀਕਲ ਆਦਤ ਪਈ ਸੀ ਕਿ ਖਾਣਾ ਹੈ, ਉਹਨੂੰ ਕਿਸੇ ਨਾ ਕਿਸੇ ਤਰੀਕੇ ਯੂਜ਼ ਕਰਨਾ ਹੈ, ਉਹ ਚੁੱਚ ਤੋਂ ਬਾਹਰ ਆ ਜਾਂਦਾ ਹੈ। ਹੁਣ ਗੱਲ ਹੈ ਕਿ ਜਿਸ ਤਰ੍ਹਾਂ ਜਿਹੜੇ ਰਸਤਾ ਜਾਣਦਾ ਸੀ, ਵਾਪਸ ਆਉਣ ਲੱਗਿਆ ਜਦੋਂ ਅਸੀਂ ਉਸੇ ਰਸਤੇ ਆਉਣਾ ਹੈ, ਕਿਉਂ ਸਰੀਰਕ ਤੌਰ ਤੇ ਖਾਣਾ ਸ਼ੁਰੂ ਕੀਤਾ ਤੇ ਹੌਲੀ ਹੌਲੀ ਮਨ ਕਮਜ਼ੋਰ ਹੋ ਗਿਆ। ਮਨ ਕਮਜ਼ੋਰ ਹੋ ਗਿਆ। ਹੁਣ ਮਨ, ਜਿੱਦਾਂ ਪ੍ਰਿੰਸੀਪਲ ਸਾਹਿਬ ਨੇ ਕਿਹਾ ਨਾ ਕਿ ਮਨ ਦੀ ਕਮਜ਼ੋਰੀ ਕਰਕੇ ਹੀ ਸਾਰੇ ਨਸ਼ੇ ਆਪਣਾ ਘਰ ਐਂਟਰ ਕਰਦੇ ਨੇ ਸਰੀਰ ਦੇ ਵਿੱਚ, ਜਿਸ ਰੂਪ ਵਿੱਚ ਵੀ ਨਸ਼ਾ ਹੋਵੇ। ਇੱਕ ਤੇ ਡਰੱਗਸ ਦੀ ਗੱਲ ਅਸੀਂ ਮੇਨ ਕਰ ਰਹੇ ਹਾਂ, ਜਾਂ ਜਿੰਨੀਆਂ ਬਾਕੀ ਵੀ ਇਨਸਾਨ ਦੀਆਂ ਕਮਜ਼ੋਰੀਆਂ ਨੇ, ਉਹ ਸਾਰੀਆਂ ਇਹਦੇ ਅਣਗਹਿਲ ਹੋਣ ਕਰਕੇ ਜਾਂ ਬਾਕੀ ਚੀਜ਼ਾਂ ਕਰਕੇ ਹੁੰਦਾ ਹੈ। ਜਿਸ ਤਰ੍ਹਾਂ ਮੱਛੀ ਦੇ ਬਾਰੇ ਉਦਾਹਰਨ ਆਉਂਦੀ ਹੈ ਕਿ ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾ। ਕਹਿੰਦੇ ਵੀ ਇਹਨੇ ਜਾਲ ਦੀ ਪਰਵਾਹ ਨਹੀਂ ਕੀਤੀ। ਹੁਣ ਜਿਸ ਜਾਲ ਕਰਕੇ ਇਹ ਮੱਛੀ ਜਿਹੜੀ ਹੈ ਫਸੀ ਹੈ, ਜੇ ਬਾਏ ਚਾਂਸ ਲੱਕੀਲੀ ਉਹ ਜਾਲ ਕਿਧਰੇ ਫਟਿਆ ਤੇ ਬਾਹਰ ਨਿਕਲ ਆਈ ਹੈ, ਤੇ ਇਹਨੂੰ ਦੁਬਾਰਾ ਹਮੇਸ਼ਾ ਧਿਆਨ ਰੱਖਣਾ ਪਏਗਾ ਕਿ ਉਹ ਜਾਲ ਦੀ ਪਛਾਣ ਰੱਖਣੀ ਪਏਗੀ ਕਿ ਉਸ ਜਾਲ ਦੇ ਦੁਬਾਰਾ ਲਾਗੇ ਵੀ ਨਹੀਂ ਜਾਣਾ। ਕਿਉਂ ਅੱਤ ਸਿਆਣੀ ਸੋਹਣੀ ਕਿਉਂ ਕੀਤੋ ਵਿਸਾਹ। ਕਹਿੰਦੇ ਇਹ ਜਿਹੜਾ ਵਿਸਾਹ ਕਰਦਾ ਨਾ ਬੰਦਾ, ਢਿੱਲ ਕਰਦਾ ਹੈ, ਅਣਗਹਿਲੀ ਕਰਦਾ ਵੀ ਕੀ ਹੋ ਚੱਲਿਆ, ਉਹ ਚੀਜ਼ ਮਾਰਦੀ ਹੈ। ਸੋ ਜਿਹੜੀ ਚੀਜ਼ ਨੇ ਇਹਨੂੰ ਪਹਿਲਾਂ ਨੁਕਸਾਨ ਕੀਤਾ ਸੀ, ਇਹਨੂੰ ਉਤੋਂ ਦੁਬਾਰਾ ਬਚਣਾ ਪਏਗਾ। ਤੇ ਸਭ ਤੋਂ ਵੱਡੀ ਜਿਹੜੀ ਮੈਂ ਮਹਿਸੂਸ ਕਰਦਾ ਵਾਂ ਵੀ ਬੰਦਾ ਸੁਸਾਇਟੀ ਦੇ ਨਾਲ ਜੁੜਨ ਵਾਸਤੇ ਨਸ਼ੇ ਦਾ ਸੇਵਨ ਤੇ ਇਹਦੀ ਯੂਜ਼ ਕਰਦਾ ਹੈ। ਮੈਂ ਬੜੇ ਪਰਿਵਾਰ ਜਾਣਦਾ ਵਾਂ, ਮੇਰੇ ਰਿਲੇਸ਼ਨਸ ਵਿੱਚ ਹੀ ਨੇ, ਜਦੋਂ ਮੇਰੇ ਉਹਨਾਂ ਨਾਲ ਕਹਿ ਲਓ ਵੀ ਰਿਲੇਸ਼ਨ ਬਣੇ ਨਾ, ਕਲੋਜ਼ ਰਿਲੇਸ਼ਨ, ਤੇ ਪਤਾ ਲੱਗਾ ਕਿ ਇੱਕ ਫੈਮਿਲੀ ਹੈ, ਉਹਦੇ 3 ਭਰਾ ਹੈ, ਬਿਜ਼ਨਸ ਬਹੁਤ ਹੈ। ਉਹਨਾਂ 3 ਭਰਾਵਾਂ ਨੇ ਬਿਜ਼ਨਸ ਦੀ ਵੰਡ ਕਿੱਦਾਂ ਕੀਤੀ ਹੈ, ਸੁਣ ਕੇ ਸ਼ਾਇਦ ਹੈਰਾਨੀ ਹੋਵੇ ਕਈਆਂ ਨੂੰ ਕਿ ਇੱਕ ਬੰਦਾ ਤੇ ਬਿਜ਼ਨਸ ਦੇ ਵਿੱਚ ਜਿਹੜਾ ਨਾ ਪੈਸੇ ਦਾ ਲੈਣ ਦੇਣ ਕਰਦਾ ਪਿਆ, ਇੱਕ ਬੰਦਾ ਬਿਜ਼ਨਸ ਦੇ ਵਿੱਚ ਜਿਹੜਾ ਹੈ ਉਹ ਆਪਣੀ ਫੈਕਟਰੀ ਨੂੰ ਦੇਖਦਾ ਪਿਆ, ਤੇ ਜਿਹੜਾ ਇੱਕ ਬੰਦਾ ਹੈ ਨਾ ਉਹ ਪਾਰਟੀਆਂ ਨੂੰ ਡੀਲ ਕਰਨ ਵਾਸਤੇ ਉਹਨਾਂ ਨੂੰ ਜਾ ਕੇ ਹੋਟਲਾਂ 'ਚ ਰੁਕਾਉਂਦਾ ਵੈ, ਉੱਥੇ ਉਹਨਾਂ ਦੇ ਨਾਲ ਡਰਿੰਕਸ ਲੈਂਦਾ, ਕੰਪਨੀ ਦਿੰਦਾ ਹੈ ਕਿ ਜੇ ਬੰਦਾ ਕੋਈ ਸ਼ਰਾਬ ਪੀਣ ਦਾ ਸ਼ੌਕੀਨ ਹੈ ਤੇ ਉਹਨੂੰ ਆਫਰ ਕਰਦਾ, ਤੇ ਉਹ ਆਪ ਵੀ ਪੀਂਦਾ। ਉਹਨਾਂ ਦੀ ਡਿਵੀਜ਼ਨ ਆਫ ਵਰਕ ਹੀ ਉਹਨਾਂ ਨੇ ਇਸ ਤਰ੍ਹਾਂ ਕੀਤੀ ਹੈ, ਉਹਨੂੰ ਡਿਵੀਜ਼ਨ ਆਫ ਵਰਕ ਕਹਾਂਗੇ ਪਰ ਉਹਨੂੰ ਤੇ ਲਾਮਤ ਲੱਗ ਗਈ ਨਾ ਕਿ ਇੱਕ ਬੰਦੇ ਦੀ ਡਿਊਟੀ ਹੈ ਕਿ ਆਈ ਗਈ ਪਾਰਟੀ ਨੂੰ ਸ਼ਰਾਬ ਪਿਆਣਾ ਤੇ ਨਾਲ ਬਹਿ ਕੇ ਪੀਣੀ। ਹੁਣ ਮੈਂ ਸੁਣ ਕੇ ਹੈਰਾਨ ਹੋ ਗਿਆ ਜਦੋਂ ਮੈਨੂੰ ਇਸ ਚੀਜ਼ ਦਾ ਪਤਾ ਲੱਗਾ ਵੀ ਦੁੱਖ ਸੁੱਖ ਬਿਜ਼ਨਸ ਦੇ ਵਿੱਚ ਉਹਨੂੰ ਆਪਣੇ ਆਰਡਰਸ ਲੈਣ ਵਾਸਤੇ, ਪਾਰਟੀਆਂ ਨੂੰ ਖੁਸ਼ ਕਰਨ ਵਾਸਤੇ ਸ਼ਰਾਬ ਦਾ ਆਸਰਾ ਲਿੱਤਾ ਜਾ ਰਿਹਾ। ਇਸੇ ਤਰ੍ਹਾਂ ਜਿਹੜੇ ਉਹ ਬੰਦੇ ਨੂੰ ਜਦੋਂ ਲਾਮਤ ਲੱਗ ਗਈ, ਹੁਣ ਜਦੋਂ ਉਹਦੇ ਵਿੱਚੋਂ ਨਿਕਲ ਕੇ ਵਾਪਸ ਆਏਗਾ, ਜੋ ਸਾਡਾ ਸਵਾਲ ਹੈਗਾ, ਤੇ ਉਹਨੂੰ ਨੈਚੁਰਲੀ ਆਪਣੇ ਦਿਮਾਗ 'ਚੋਂ ਇਹ ਵਹਿਮ ਕੱਢਣਾ ਪਏਗਾ ਕਿ ਮੈਨੂੰ ਪਾਰਟੀਆਂ ਨੂੰ ਜਾਂ ਸੁਸਾਇਟੀ ਨੂੰ ਖੁਸ਼ ਕਰਨ ਵਾਸਤੇ, ਬਿਜ਼ਨਸ ਡੀਲ ਲੈਣ ਵਾਸਤੇ ਸ਼ਰਾਬ ਦੀ ਜ਼ਰੂਰਤ ਹੈ। ਬੜੇ ਹੋਰ ਤਰੀਕੇ ਨੇ ਜਿਹਦੇ ਨਾਲ ਅਸੀਂ ਇਹਨਾਂ ਚੀਜ਼ਾਂ ਨੂੰ ਕਰ ਸਕਦੇ ਹਾਂ। ਸੋ ਜਿਸ ਚੀਜ਼ ਤੋਂ ਅਸੀਂ ਇੱਕ ਵਾਰੀ ਜਿਸ ਅਣਗਹਿਲੀ ਕਰਕੇ ਅਸੀਂ ਫਸੇ ਹਾਂ ਤੇ ਉਹ ਸਾਨੂੰ ਇਲਾਜ ਦੇ ਬਾਹਰ ਕੱਢਦਾ ਹੈ, ਦੁਬਾਰਾ ਅਸੀਂ ਉਹ ਅਣਗਹਿਲੀ ਕਰਾਂਗੇ ਤਾਂ ਸਾਡਾ ਰਿਸਕ ਬਣ ਜਾਂਦਾ। 2 ਪਹਿਲੂ ਮੈਂ ਇਹਦੇ ਇਹਨਾਂ ਡਿਸਕਸ ਕਰਾਂਗਾ। ਪਹਿਲੀ ਗੱਲ ਤੇ ਕਿ ਜਿਹੜੀ ਮਾੜੀ ਸੰਗਤ ਕਰਕੇ ਇਹਨੂੰ ਲਾਮਤ ਲੱਗੀ ਸੀ, ਜਦ ਤੱਕ ਇਹ ਦਿਮਾਗ ਦੇ ਵਿੱਚੋਂ ਤੇ ਸਰੀਰਕ ਤੌਰ ਤੇ ਉਹ ਸੰਗਤ ਤੋਂ ਪਰੇ ਨਹੀਂ ਨਾ ਹੁੰਦਾ, ਇਹ ਹਮੇਸ਼ਾ ਹੀ ਖਤਰੇ 'ਚ ਹੈ
ਕਿਉਂ ਅੱਗ ਦੇ ਲਾਗੇ ਬੈਠੋਗੇ ਤੇ ਉਹ ਤੁਹਾਨੂੰ ਸਾੜੇਗੀ। ਮਾੜੀ ਸੰਗਤ ਕੋਲ ਬੈਠੋਗੇ ਤੇ ਉਹ ਤੁਹਾਨੂੰ ਦੁਬਾਰਾ ਤੁਹਾਡੇ ਮਨ ਨੂੰ ਕਮਜ਼ੋਰ ਕਰਨ ਦੀ ਤੇ ਉਸੇ ਪਾਸੇ ਲਾਉਣ ਦੀ ਕੋਸ਼ਿਸ਼ ਕਰੇਗੀ। ਜਿਸ ਤਰ੍ਹਾਂ ਸ਼ਲੋਕ ਆਉਂਦਾ ਨਾ, ਹਾਂਜੀ ਸਾਕਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ। ਮਾੜੀ ਕੰਪਨੀ ਜਿਸ ਕਰਕੇ ਇਹ ਪਹਿਲਾਂ ਵਿਗੜਿਆ ਸੀ, ਠੀਕ ਹੋਣ ਤੋਂ ਬਾਅਦ ਦੁਬਾਰਾ ਇਹਨੂੰ ਉਸ ਮਾੜੀ ਕੰਪਨੀ ਤੋਂ ਬਚਣਾ ਪਏਗਾ। ਕਿਉਂ? ਨਹੀਂ ਤੇ ਬਾਸਨ ਕਾਰੋ ਪਰਸੀਏ, ਕਹਿੰਦੇ ਜੇ ਤਵੇ ਨੂੰ ਕਾਲਕ ਲੱਗੀ ਹੋਏ ਤੇ ਉਹਨੂੰ ਟੱਚ ਕਰੀਏ ਤੇ ਹੱਥ ਕਾਲੇ ਹੋਣੇ ਹੋਣੇ, ਕੱਪੜੇ ਕਾਲੇ ਹੋਣੇ ਹੋਣੇ ਆ। ਇਸੇ ਤਰ੍ਹਾਂ ਹਾਂਜੀ ਤੁਹਾਡੀ ਡਾਕਟਰ ਸਾਹਿਬ ਗੱਲ ਠੀਕ ਹੈ। ਹਾਂਜੀ we need to go back and forth। ਹਾਂਜੀ ਸਰ। ਦੇਖੋ ਹੁਣ ਇਹ ਜਿਹੜੀਆਂ ਚੀਜ਼ਾਂ ਤੁਸੀਂ ਦੱਸੀਆਂ ਨੇ ਠੀਕ ਨੇ, ਗਿਆਨੀ ਨੇ ਵੀ ਠੀਕ ਗੱਲਾਂ ਦੱਸੀਆਂ ਨੇ, ਹਾਂਜੀ ਪਰ ਜਿਵੇਂ ਹੁਣ ਸਾਨੂੰ ਕਾਰੋਬਾਰ ਦੇ ਲਈ ਗਿਆਨ ਦੀ ਲੋੜ ਹੈ ਕਿ ਵੀ ਸਾਨੂੰ ਹਿਸਾਬ ਵੀ ਆਉਂਦਾ ਹੋਵੇ ਕਰਨਾ, ਸਾਨੂੰ ਲਿਖਣਾ ਕਰਨਾ ਵੀ ਆਉਂਦਾ ਹੋਵੇ, ਪੜ੍ਹਨਾ ਵੀ ਆਉਂਦਾ ਹੋਵੇ, ਉਹ ਜਿਹੜੇ ਗੁਣ ਨੇ ਜਦੋਂ ਸਾਡੇ ਕੋਲ ਹੋਣਗੇ ਤੇ ਉਹਨੂੰ ਅਸੀਂ ਆਪਣੇ ਕਾਰੋਬਾਰ ਚਲਾਉਣ ਦੇ ਵਿੱਚ ਤੇ ਆਪਣੀ ਕਮਿਊਨੀਕੇਸ਼ਨ ਕਰਨ ਦੇ ਵਿੱਚ ਵਰਤਦੇ ਹਾਂ। ਇਸੇ ਤਰ੍ਹਾਂ ਜੇ ਗੁਰਮਤ ਦੇ ਜਿਹੜੇ ਸੀਡਸ ਨੇ, ਦੇ ਮੋਰਲ ਐਜੂਕੇਸ਼ਨ ਜੋ ਸ਼ੁਰੂਆਤ ਦੇ ਵਿੱਚ ਨਹੀਂ ਪੈਦਾ ਕੀਤੀ ਜਾਂਦੀ, ਜਿਵੇਂ ਗੁਰੂ ਨਾਨਕ ਸਾਹਿਬ ਬਾਬਤ ਭਾਈ ਗੁਰਦਾਸ ਜੀ ਅਬਜ਼ਰਵ ਕਰਦੇ ਆ ਕਿ ਵੀ ਉਹਨਾਂ ਨੇ ਘਰ ਘਰ ਅੰਦਰ ਧਰਮਸ਼ਾਲਾ ਸ਼ੁਰੂ ਕੀਤੀ। ਹਾਂਜੀ ਤੇ ਜਿੰਨਾ ਚਿਰ ਅਸੀਂ ਇਹ ਬੇਸਿਕ ਐਜੂਕੇਸ਼ਨ ਨਹੀਂ ਕ੍ਰੀਏਟ ਕਰਦੇ ਬੱਚਿਆਂ ਦੇ ਵਿੱਚ, ਆਪਣੇ ਘਰ ਦੇ ਵਿੱਚ, ਤੇ ਫਿਰ ਤੁਸੀਂ ਉਹ ਜਦੋਂ ਵੱਡੀ ਉਮਰ ਹੋ ਜਾਂਦੀ ਹੈ ਉਦੋਂ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਸਮਝਾਵੋ ਤੇ ਉਹਨਾਂ ਨੂੰ ਸੁੱਧ ਬੁੱਧ ਨਹੀਂ ਬਣਦੀ ਹੈ, ਪਤਾ ਨਹੀਂ ਲੱਗਦਾ। ਜੇ ਹੁਣ ਬੰਦਾ ਜਿਹੜਾ ਹੈਗਾ ਪਹਿਲਾਂ ਉਹਨੂੰ ABC ਆਉਂਦੀ ਨਾ ਹੋਵੇ ਚੀਜ਼ਾਂ ਦੀ ਤੇ ਸ਼ੁਰੂ ਕਰਵਾ ਦਿਓ, ਤੁਸੀਂ ਉਹਨੂੰ ਕਹੋ ਬਈ ਤੂੰ ਫਰੈਕਸ਼ਨਸ ਕਰਨੀਆਂ ਨੇ, ਉਹ ਕਿਵੇਂ ਕਰੂਗਾ ਉਹ ਜਿਹੀਆਂ ਚੀਜ਼ਾਂ। ਸੋ ਸਾਡੀ ਸੋਸਾਇਟੀ ਦੇ ਵਿੱਚ ਜਿੱਥੋਂ ਮੇਰਾ ਵਾਹ ਪਿਆ, ਆਈ ਹੈਵ ਨੋਟਿਸਡ ਕਿ ਵੀ ਜਿਹੜੀਆਂ ਸਾਡੇ ਬੇਸਿਕ ਜਿਹੜੀਆਂ ਚੀਜ਼ਾਂ ਨੇ ਨਾ, ਬੇਸਿਕ ਮੋਰਲ ਐਜੂਕੇਸ਼ਨ ਗੁਰਮਤ ਬੇਸਡ, ਉਹ ਨਹੀਂ ਹੈ। ਉਹਦਾ ਘਾਟਾ ਹੋਣ ਕਰਕੇ ਉਸ ਦਾ ਜਿਹੜਾ ਨਤੀਜਾ ਫਿਰ ਅਗਾਂਹ ਵੱਡੇ ਹੋ ਕੇ ਬੜਾ ਭੈੜਾ ਨਿਕਲਦਾ। ਕਿਉਂਕਿ ਆਫਟਰ ਆਲ ਜਿਹੜਾ ਸ਼ੁਰੂਆਤਾਂ ਮੁੱਢ 'ਚ ਹੋਣਾ ਜ਼ਰੂਰੀ ਹੈ ਨਾ ਇਹ ਸਾਰੀਆਂ ਚੀਜ਼ਾਂ, ਤੇ ਤਾਈਓ ਤੁਸੀਂ ਜੇ ਫਾਊਂਡੇਸ਼ਨ ਹੋਊਗੀ ਤਾਈਓ ਉਹਦੇ 'ਤੇ ਕਿਲਾ ਬਣਾਓਗੇ। ਜੇ ਫਾਊਂਡੇਸ਼ਨ ਨਹੀਂ ਤੇ ਉਹ ਗਾਂਹ ਚੀਜ਼ਾਂ ਚੱਲਣੀਆਂ ਨਹੀਂ ਹੈ। ਉਹਦੇ ਬਾਬਤ ਕੁਝ ਆਪਣੇ ਵਿਚਾਰ ਦੱਸੋ ਗਿਆਨੀ ਜੀ। ਹਾਂਜੀ ਡਾਕਟਰ ਸਾਹਿਬ, ਆਪ ਜੀ ਨੇ ਵੀ ਬਹੁਤ ਵਧੀਆ ਗੱਲਾਂ ਕੀਤੀਆਂ ਤੇ ਡਾਕਟਰ ਕੁਲਵਿੰਦਰ ਸਿੰਘ ਜੀ ਨੇ ਵੀ। ਤੇ ਇਹਨਾਂ 'ਚ ਦੋ ਗੱਲਾਂ ਆਪ ਜੀ ਨੇ ਬਚਪਨ ਤੋਂ ਗੁਰਮਤ ਦੀ ਸੋਝੀ ਦੇਣ ਵਾਸਤੇ, ਤੇ ਡਾਕਟਰ ਸਾਹਿਬ ਜੀ ਨੇ ਬਾਕੀ ਗੱਲਾਂ ਦੇ ਨਾਲ ਇੱਕ ਬਹੁਤ ਕਮਾਲ ਦੀ ਗੱਲ ਜਿਹੜੀ ਸੰਗਤ ਦੀ ਗੱਲ ਸੀਗੀ ਵੀ ਜਦੋਂ ਮਨੁੱਖ ਛੱਡ ਬੈਠਦਾ ਨਸ਼ਾ ਤੇ ਦੁਬਾਰਾ ਨਾ ਲੱਗੇ, ਤੇ ਉਹਦੇ ਵਿੱਚ ਸਭ ਤੋਂ ਪਹਿਲੀ ਗੱਲ ਇਹੋ ਹੀ ਆ ਵੀ ਉਹਨੂੰ ਉਹ ਅਮਲੀਆਂ ਦੀ ਸੰਗਤ ਛੱਡਣੀ ਪਏਗੀ। ਕਈ ਬੰਦੇ ਤੇ ਐਸੇ ਵੀ ਮੈਂ ਦੇਖੇ ਨੇ ਵੀ ਜਿਹੜੇ ਨਸ਼ਾ ਛੱਡ ਜਾਂਦੇ ਨੇ ਤੇ ਉਹ ਮੁੜ ਕੇ ਨਸ਼ਾ ਛਡਾਉਣ ਵਾਲੇ ਰਸਤੇ ਤੇ ਚੱਲ ਪੈਂਦੇ ਨੇ ਕਿ ਮੈਂ ਇਹ ਭੁਗਤ ਚੁੱਕਾ ਆ ਇਹਦੇ ਦੁੱਖ ਤੇ ਤੁਸੀਂ ਬਚੋ। ਤੇ ਇਸ ਕਰਕੇ ਸੰਗਤ ਤੋਂ ਬਚਣਾ ਜਿਹੜਾ ਆ, ਮਾੜੀ ਸੰਗਤ ਤੋਂ, ਤੇ ਉਹ ਸ਼ਲੋਕ ਵੀ ਭਗਤ ਕਬੀਰ ਜੀ ਦਾ ਪੜ੍ਹਿਆ ਸੀਗਾ ਡਾਕਟਰ ਸਾਹਿਬ ਜੀ ਨੇ ਕਿ ਬਾਸਨ ਕਾਰੋ ਪਰਛੀਆ ਤਉ ਕੱਛ ਲੱਗ ਗਿਆ ਦਾਗ। ਤੇ ਇਹਦੇ ਨਾਲ ਸਭ ਤੇ ਜਿਹੜਾ ਜਦੋਂ ਹੈਗਾ ਸੰਗਤ ਚੰਗੀ ਕਰਨ ਲੱਗ ਜਾਏ ਬੰਦਾ, ਤੇ ਅਸਲ 'ਚ ਛੱਡਦਾ ਵੀ ਉਦੋਂ ਹੀ ਆ ਜਦੋਂ ਉਹਨੂੰ ਕਿਸੇ ਅਮਲੀ ਨੂੰ ਕੋਈ ਸਿਆਣਾ ਬੰਦਾ ਮਿਲ ਜਾਏ, ਉਹਨੂੰ ਸਮਝਾ ਦੇਵੇ ਤੇ ਫਿਰ ਉਹਨੂੰ ਉਹਦੀਆਂ ਹਾਲਤਾਂ ਤੋਂ ਜਾਣੂ ਕਰਵਾ ਦੇਵੇ ਕਿ ਇਹ ਨਸ਼ਿਆਂ ਕਰਕੇ ਜਦੋਂ ਤੂੰ ਨਹੀਂ ਸੀ ਕਰਦਾ ਉਦੋਂ ਤੇਰੀ ਹਾਲਤ ਕੀ ਸੀ, ਅੱਜ ਕੀ ਆ, ਤੇ ਜੇ ਛੱਡ ਦੇਗਾ ਤੇ ਦੁਬਾਰਾ ਫਿਰ ਤੂੰ ਠੀਕ ਹੋ ਸਕਦਾ, ਤਾਂ ਹੀ ਛੱਡਦਾ ਆ। ਤੇ ਇਸ ਕਰਕੇ ਸਤ ਸੰਗਤ ਕਰੇ। ਤੇ ਬਾਣੀ ਜਿਹੜੀ ਆ ਇਹ ਸਾਡੇ ਸਾਰੀਆਂ ਬਿਮਾਰੀਆਂ ਦਾ ਸਰਬ ਰੋਗ ਕਾ ਔਖਦ ਨਾਮ ਬਾਣੀ ਨੂੰ ਇਸੇ ਕਰਕੇ ਕਿਹਾ ਜਾਂਦਾ ਕਿ ਜਿਹੜੀਆਂ ਬਿਮਾਰੀਆਂ ਦਾ ਇਲਾਜ ਡਾਕਟਰ ਵੀ ਨਹੀਂ ਕਰ ਸਕਦਾ, ਉਹਦਾ ਵੀ ਇਲਾਜ ਜਿਹੜਾ, ਜਿਵੇਂ ਡਾਕਟਰ ਸਾਹਿਬ ਜੀ ਨੇ ਪਹਿਲੋਂ ਕਿਹਾ ਸੀਗਾ ਕਿ ਹਉਮੈ ਦਾ ਰੋਗ ਜਿਹੜਾ ਆ, ਵਿਕਾਰਾਂ ਦਾ ਰੋਗ ਆ, ਲਾਲਚ ਆ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਬਾਣੀ ਦੇ ਵਿੱਚੋਂ ਆ। ਹੁਣ ਸਤਿਗੁਰੂ ਜੀ ਨੇ ਦੱਸਿਆ ਕਿੰਨਾ ਪਿਆਰਾ ਵੀ ਸ਼ਰਾਬ ਪੀਣੀ ਤੇ ਪੀ, ਪਰ ਇਹੋ ਜਿਹੀ ਪੀ ਕਿ ਗੁੜ ਦੀ ਥਾਂ ਤੇ ਜਿਹਦੇ 'ਚ ਸੱਚ ਹੋਵੇ। ਹਾਂਜੀ, ਸੱਚ ਸ਼ਰਾ ਗੁੜ ਬਾਹਰਾ, ਜਿਸ ਵਿੱਚ ਸੱਚਾ ਨਾਉ, ਸੁਣਿਆ ਹੈ ਵਖਾਣ ਹੈ ਜੇਤੜੇ
ਹਉ ਤਿੰਨ ਬਲਿਹਾਰਾ ਜਾਉ ਤਾਂ ਮਨ ਖੀਵਾ ਜਾਣੀਆ ਜਾਂ ਮਹਿਲੀ ਪਾਏ ਥਾਉ। ਤੇ ਇਹ ਜਿਹੜਾ ਬਾਣੀ ਨੂੰ ਪੜ੍ਹ ਕੇ ਤੇ ਉਹ ਆਪਣੇ ਆਪ ਦੇ ਵਿੱਚ ਹੀ ਐਸਾ ਆਨੰਦ ਬਣਦਾ ਆ। ਤੇ ਇਹੋ ਹੀ ਆ ਤਰੀਕਾ ਪਈ ਜਦੋਂ ਬੰਦਾ ਇੱਕ ਵਾਰ ਨਸ਼ਿਆਂ ਦੀ ਦਲਦਲ ਚੋਂ ਰੱਬ ਦੀ ਕਿਰਪਾ ਨਾਲ ਨਿਕਲ ਜਾਵੇ ਤੇ ਉਹਦੇ ਤੋਂ ਬਚਿਆ ਰਹਿਣ ਵਾਸਤੇ ਗੁਰਬਾਣੀ ਦਾ ਆਸਰਾ, ਬਾਣੀ ਨੂੰ ਪੜ੍ਹਨਾ, ਸਤ ਸੰਗਤ ਕਰਨੀ, ਮਾੜੀ ਸੰਗਤ ਤੋਂ ਬਚਣਾ, ਤੇ ਇਹੋ ਹੀ ਮੇਰੇ ਖਿਆਲ ਦੇ ਵਿੱਚ ਸਭ ਤੋਂ ਵਧੀਆ ਤਰੀਕਾ ਆ ਜੀ। ਉਹ ਤਾਂ ਗੱਲ ਤੁਹਾਡੀ ਠੀਕ ਆ, ਐਡਲਟ ਲੈਵਲ ਤੇ ਤੁਸੀਂ ਗੱਲਾਂ ਕਰ ਰਹੇ ਆ ਜੀ ਹਾਂਜੀ। ਪਰ ਜਿਹੜੀਆਂ ਬਿਮਾਰੀਆਂ ਨੇ ਐਡਲਟ ਤੋਂ ਇਲਾਵਾ ਉਹ ਤਾਂ ਸ਼ੁਰੂਆਤ ਤੋਂ ਬੱਚਿਆਂ ਤੋਂ ਹੀ ਸ਼ੁਰੂ ਹੋਈਆਂ ਹੋਈਆਂ ਨੇ ਹਾਂਜੀ। ਸਕੂਲਾਂ ਦੇ ਵਿੱਚ ਜਿਹੜੇ ਨੇ, ਈਵਨ ਜਿਹੜੇ ਨੇ ਮਿਡਲ ਸਕੂਲ ਤੇ ਜਿਹੜੇ ਐਲੀਮੈਂਟਰੀ ਸਕੂਲ ਆ ਉਹਨਾਂ 'ਚ ਆ ਗਈਆਂ ਨੇ, ਹਾਈ ਸਕੂਲ ਇਹਨਾਂ ਚੀਜ਼ਾਂ ਦੇ ਵਿੱਚ। ਤੇ ਉਦੋਂ ਜਦੋਂ ਉਹਨਾਂ ਨੂੰ ਛੋਟੇ ਹੁੰਦੇ ਤੋਂ ਇਹਨਾਂ ਚੀਜ਼ਾਂ ਦੇ ਵੱਲ ਖਿੱਚ ਦਿੱਤੀ ਜਾਂਦੀ ਹੈ, ਦੂਜੇ ਪਾਸੇ ਦੀ ਐਜੂਕੇਸ਼ਨ ਨਹੀਂ ਮਿਲਦੀ, ਤੇ ਫਿਰ ਕੀ ਹੁੰਦਾ ਕਿ ਉਹਨਾਂ ਦੀ ਜਿਹੜੀ ਡਿਵੈਲਪਮੈਂਟ ਆ ਉਹ ਲੌਪਸਾਈਡਡ ਹੋ ਜਾਂਦੀ ਹੈ, ਇੱਕ ਪਾਸੇ ਡਿਵੈਲਪਮੈਂਟ ਹੋ ਜਾਂਦੀ ਹੈ, ਤੇ ਉਹਦੇ ਨਾਲ ਫਿਰ ਬੜਾ ਭਾਰਾ ਨੁਕਸਾਨ ਐਂਡ ਦੇ ਵਿੱਚ ਹੁੰਦਾ ਹੈ। ਇਹਨਾਂ ਮੁਲਕਾਂ ਦੇ ਵਿੱਚ, ਜਿਵੇਂ ਪੱਛਮੀ ਮੁਲਕਾਂ ਦੇ ਵਿੱਚ, ਜਿਵੇਂ ਤੁਸੀਂ ਮਿਸਾਲ ਦਿੱਤੀ ਹੈ ਸੰਗਤ ਦੀ, ਇੱਥੇ ਜਿਵੇਂ ਸ਼ਰਾਬ ਦੀ ਗੱਲ ਹੈ, ਉੱਥੇ ਐਲਕੋਹਲਿਕ ਐਨੋਨਿਮਸ ਕਰਕੇ ਪ੍ਰੋਗਰਾਮ ਹੈ। ਸ਼ਰਾਬ ਛੁੱਟਣ ਤੋਂ ਬਾਅਦ ਨਾ, ਈਵਨ ਜਿਹੜੀਆਂ ਗੋਲੀਆਂ ਦੇਣ ਤੋਂ ਬਾਅਦ ਵੀ ਇਹਨੂੰ ਕਿਹਾ ਜਾਂਦਾ ਤੂੰ ਇਹਦਾ ਸੰਗਤ ਕਰ। ਜਿਵੇਂ ਆਪਾਂ ਕਹੀਏ ਕਿਸੇ ਨੂੰ ਗੁਰਦੁਆਰੇ ਜਾਓ, ਉਹਦੇ ਵਿੱਚ ਉਹ ਬੰਦੇ ਇਕੱਠੇ ਹੋਏ ਹੁੰਦੇ ਆ ਜਿਹੜੇ ਸਾਰੇ ਕਿ ਇਸ ਪਾਸਿਓਂ ਛੁਟਕਾਰਾ ਚਾਹੁੰਦੇ ਨੇ, ਤੇ ਉਹ ਇੱਕ ਉਹਨਾਂ ਦੇ ਇੱਕ ਸਿਸਟਮ ਆ, ਕਰੀਕੁਲਮ ਵੀ ਆ, ਉਹ ਵੀ ਫਾਲੋ ਕਰਦੇ ਨੇ, ਕਿਤਾਬ ਵਗੈਰਾ ਪੜ੍ਹਦੇ ਨੇ, ਇੱਕ ਦੂਜੇ ਨਾਲ ਡਿਸਕਸ ਕਰਦੇ ਆ ਚੀਜ਼ਾਂ, ਬਾਹਰੋਂ ਲੈਕਚਰਰ ਵੀ ਲੈ ਕੇ ਆਉਂਦੇ ਨੇ, ਤਾਂ ਕਿ ਉਹਨਾਂ ਦੀ ਜਿਹੜੀ ਆ ਮਾਨਸਿਕ ਤੇ ਸਰੀਰਕ ਸਟਰੈਂਥ ਬਣੀ ਰਵੇ, ਤੇ ਮੁੜ ਕੇ ਉਹਨਾਂ ਨੂੰ ਉਸ ਪਾਸੇ ਰਿਲੈਪਸ ਨਾ ਹੋਵੇ। ਤੇ ਨਾਲੇ ਉਹ ਇੱਕ ਦੂਜੇ ਦੀ ਭਾਈਵਾਲੀ ਦਾ ਕੰਮ ਕਰਦੇ ਨੇ, ਕਿਉਂਕਿ ਆਪ ਸਫ਼ਰ ਕੀਤਾ ਹੁੰਦਾ, ਉਹ ਫਿਰ ਦੂਜੇ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕਰਦੇ ਨੇ। ਪਰ ਸਾਡੇ ਇਹੋ ਜਿਹਾ ਕੋਈ ਆਰਗੇਨਾਈਜੇਸ਼ਨ ਹੈ ਡਾਕਟਰ ਸਾਹਿਬ, ਲੋਕਾਂ ਨੂੰ ਸ਼ਰਾਬ ਤੋਂ ਪਰੇ ਰੱਖਣ ਦੀ? ਹਾਂਜੀ ਸਰ, ਹੈ ਜੀ। ਉਹਦੇ ਬਾਬਤ ਦੱਸੋ, ਕੁਝ ਵਾਕਫੀ ਦੇਵੋ। ਹਾਂਜੀ ਸਰ, ਮਤਲਬ ਇੱਥੇ ਜਦੋਂ ਜਿਸ ਤਰ੍ਹਾਂ ਮੈਂ ਪੰਜਾਬ ਬਾਰੇ ਜ਼ਿਆਦਾ ਕਰਾਂਗਾ ਕਿ ਪੰਜਾਬ ਦੇ ਵਿੱਚ ਪਿੱਛੇ ਬਹੁਤ ਜ਼ਿਆਦਾ ਰੌਲਾ ਪਿਆ ਸੀ ਨਸ਼ੇ ਬਾਰੇ। ਈਵਨ ਜਿਹੜੇ ਫਿਗਰ ਸੀ ਬੜੇ ਡਿਪਰੈਸਿੰਗ ਸੀ। ਓਫੀਸ਼ੀਅਲ ਫਿਗਰ ਤੇ ਕੋਈ ਨਹੀਂ ਆਇਆ ਇਹਦੇ ਬਾਰੇ, ਲੇਕਿਨ ਜੋ ਕਈ ਪਾਰਟੀਆਂ ਕਈ ਵਾਰੀ ਕਹਿੰਦੀਆਂ ਸੀ ਨਾ, ਜਿਸ ਤਰ੍ਹਾਂ ਤੇ ਕੀ ਕਹਿੰਦੇ ਸੀ, ਇੱਥੇ ਜਿਹੜੇ ਹੈ 50 ਤੋਂ 70% ਲੋਕ ਜਿਹੜੇ ਐਡਿਕਟ ਨੇ, ਵਨ ਵੇ ਔਰ ਦਾ ਅਦਰ। ਹਾਂਜੀ। ਤੇ ਡੀ ਐਡਿਕਸ਼ਨ ਸੈਂਟਰ ਬਹੁਤ ਖੁੱਲੇ ਨੇ। ਉਸ ਤੋਂ ਬਾਅਦ ਜਿਹੜੀ ਪੇਸ਼ੈਂਟ ਦੀ ਬਾਅਦ ਵਿੱਚ ਕਾਉਂਸਲਿੰਗ ਹੈ ਸਾਰੀ, ਉਹਦੇ ਵਾਸਤੇ ਸੈਂਟਰਸ ਸਰਕਾਰ ਨੇ ਬਹੁਤ ਜ਼ਿਆਦਾ ਖੋਲ੍ਹੇ ਨੇ। ਇੱਕ ਟਾਈਮ ਆ ਗਿਆ ਸੀ ਕਿ ਹਰ ਹਸਪਤਾਲ ਦੇ ਵਿੱਚ ਸਪੈਸ਼ਲ ਡੀ ਐਡਿਕਸ਼ਨ ਸੈਂਟਰ ਵੱਖਰਾ ਖੋਲ੍ਹ ਦਿੱਤਾ ਸੀ, ਕੰਪਲਸਰੀ ਕਰਤਾ ਸੀ। ਤੇ ਸੋ ਉਹ ਜਿਸ ਤਰ੍ਹਾਂ ਹੁਣ ਆਪਾਂ ਡਿਸਕਸ ਕਰ ਰਹੇ ਸਾਂ ਵੀ ਜਦੋਂ ਬੰਦੇ ਨੇ ਨਸ਼ਾ ਛੱਡ ਦਿੱਤਾ, ਹੁਣ ਉਸੇ ਕੀ ਕਰਨਾ ਹੈ, ਤੇ ਮੈਨੂੰ ਗੁਰਬਾਣੀ ਦੀ ਇੱਕ ਪੰਕਤੀ ਯਾਦ ਆ ਗਈ, ਮੈਂ ਸ਼ੇਅਰ ਕਰਨੀ ਚਾਹਾਂਗਾ ਇਸ ਵਿਸ਼ੇ ਤੇ। ਹਾਂਜੀ। ਕਿ ਡਾਕਟਰ ਨੇ ਦੇਖੋ ਨਸ਼ਾ ਕਿੱਦਾਂ ਛਡਾਇਆ ਜਾਂਦਾ ਹੈ। ਨਸ਼ਾ ਛਡਾਉਣ ਦਾ ਹੁੰਦਾ ਹੈ ਕਿ ਇੱਥੇ ਜਿਹੜਾ ਵੱਡਾ ਨਸ਼ਾ ਬੰਦਾ ਕਰਦਾ ਹੈ ਨਾ, ਉਹਨੂੰ ਪਹਿਲਾਂ ਉਸ ਤੋਂ ਥੋੜੇ ਜਿਹੇ ਛੋਟੇ ਨਸ਼ੇ ਦੀ ਕੰਟਰੋਲ ਡੋਜ਼ ਦੇ ਦਿੱਤੀ ਜਾਂਦੀ ਹੈ। ਕਿਉਂਕਿ ਜੇਕਰ ਇੱਕਦਮ ਨਸ਼ਾ ਛਡਾਇਆ ਜਾਏਗਾ ਤੇ ਬੰਦੇ ਦਾ ਮਨ ਸਟਰੋਂਗ ਨਹੀਂ ਹੈਗਾ, ਤੇ ਉਹਨੂੰ ਔਖਿਆਈ ਲੱਗੇਗੀ ਤੇ ਉਹ ਕੋਆਪਰੇਟ ਨਹੀਂ ਕਰੇਗਾ। ਸੋ ਜਿੱਦਾਂ ਸਲੋਲੀ ਬੰਦੇ ਦਾ ਨਸ਼ਾ ਵਧਿਆ ਹੈ ਨਾ, ਐਸੇ ਤਰ੍ਹਾਂ ਡੋਜ਼ਿਸ ਦੇ ਕੇ ਉਹਨੂੰ ਹੌਲੀ ਹੌਲੀ ਘਟਾਤਾ ਜਾਂਦਾ। ਹੁਣ ਸਾਡਾ ਜਿਹੜਾ ਮੇਨ ਵਿਸ਼ਾ ਹੈ ਕਿ ਬੰਦੇ ਨੇ ਜਿਸ ਤਰ੍ਹਾਂ ਵੀ ਡਾਕਟਰ ਨੇ ਇਲਾਜ ਕੀਤਾ, ਤੇ ਉਹਨੇ ਹੌਲੀ ਹੌਲੀ ਉਹਦੇ ਮਨ 'ਚੋਂ ਨਸ਼ਾ ਦੀ ਡਿਪੈਂਡੈਂਸ ਘਟ ਗਈ। ਹੁਣ ਉਸ ਤੋਂ ਬਾਅਦ ਉਹਨੇ ਬਚਣਾ ਕਿਸ ਤਰ੍ਹਾਂ? ਇੱਕ ਤੇ ਅਸੀਂ ਸੰਗਤ ਦੀ ਗੱਲ ਕਰਦੇ ਸੀ, ਦੂਜੀ ਗੱਲ ਹੈਗੀ ਹੈ ਜੋ ਡਾਕਟਰ ਸਾਹਿਬ ਨੇ ਸਵਾਲ ਕੀਤਾ ਹੈ, ਗੁਰਬਾਣੀ ਕਹਿੰਦੀ ਹੈ ਮਨ ਨੂੰ ਨਾ ਗਧੇ ਦੇ ਨਾਲ, ਇੱਕ ਐਸ ਜਿਹੜਾ ਹੁੰਦਾ ਨਾ ਐਸ, ਉਹਦੇ ਨਾਲ ਡਿਸਕਸ ਕੀਤਾ, ਕੰਪੇਅਰ ਕੀਤਾ। ਉਹ ਕਹਿੰਦੇ ਮਨ ਦੀ ਬਿਰਤੀ ਕੀ ਹੈ? ਮਨ ਦੀ ਬਿਰਤੀ ਕੀ? ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ। ਖੁਟਹਰ ਕਹਿੰਦੇ ਨੇ ਗਧੇ ਨੂੰ, ਡੋਂਕੀ ਜਿਹਨੂੰ ਕਹਿ ਦਿੰਦੇ ਆਪਾਂ, ਐਸ ਜਾਂ ਡੋਂਕੀ। ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾ ਉਦਮਾਦਾ। ਕਹਿੰਦੇ ਤੇਰੇ ਤੇ ਭਰੋਸਾ ਨਹੀਂ ਕਰਦਾ, ਤੈਨੂੰ ਮਾੜਾ ਜਿਹਾ ਢਿੱਲਾ ਛੱਡੀਏ ਤੇ ਤੂੰ ਨਾਲ ਹੀ ਪੁੱਠੇ ਪਾਸੇ ਜਾਣਾ ਸ਼ੁਰੂ ਕਰ ਦਿੰਦਾ। ਤੂੰ ਮਹਾ ਉਦਮਾਦਾ ਮਤਲਬ ਤੂੰ ਬਹੁਤ ਜ਼ਿਆਦਾ ਨਾ ਵਿਗੜਿਆ ਹੋਇਆ ਵੈਂ, ਤੇ ਤੂੰ ਬਹੁਤ ਜ਼ਿਆਦਾ ਢਿੱਲ ਹੈ, ਤੇਰੇ ਤੇ
ਸਵਾਰ ਰਹਿਣਾ ਪਏਗਾ, ਤੈਨੂੰ ਢਿੱਲਿਆਂ ਛੱਡ ਕੇ ਗੁਜ਼ਾਰਾ ਨਹੀਂ। ਅਗਲੀ ਪੰਕਤੀ 'ਚ ਉਹਨਾਂ ਸਮਝਾਇਆ ਹੁਣ ਕਰਨਾ ਕੀ ਹੈ, ਜੋ ਡਾਕਟਰ ਸਾਹਿਬ ਤੁਹਾਡਾ ਸਵਾਲ ਹੈ। ਅਗਲੀ ਪੰਕਤੀ ਹੈਗੀ ਹੈ, ਖਰ ਕਾ ਪੈਖਰ ਤੋ ਛੁਟਿਆ। ਖਰ ਵੀ ਖੋਤੇ ਨੂੰ ਹੀ ਕਹਿੰਦੇ ਨੇ। ਕਹਿੰਦੇ ਜਿਹੜਾ ਖਰ ਦਿਮਾਗ ਹੈ ਨਾ, ਇਹਦਾ ਹੁਣ ਕੰਟਰੋਲ ਕਿੱਦਾਂ ਹੋਏਗਾ। ਖੋਤੇ ਬਾਰੇ ਇੱਕ ਬੜੀ ਨਾ ਮਸ਼ਹੂਰ ਗੱਲ ਹੈਗੀ ਹੈ ਵੀ ਜੇ ਖੋਤੇ ਨੂੰ ਤੁਸੀਂ ਲੱਦੋ ਨਾ, ਇਹਦੇ ਤੇ ਭਾਰ ਨਾ ਲੱਦਿਆ ਹੋਵੇ ਤੇ ਇਹ ਬੜਾ ਆਸੇ ਪਾਸੇ ਭੁੜਕਦਾ, ਲੱਤਾਂ ਪਿਛਲੀਆਂ ਮਾਰਦਾ, ਅਗਲੀਆਂ ਮਾਰਦਾ, ਕਦੇ ਲੰਮੇ ਪੈ ਜਾਏਗਾ, ਕਦੇ ਕੁਛ ਕਰੇਗਾ। ਹੁਣ ਕਹਿੰਦੇ ਵੀ ਜਦੋਂ ਇਹਦੇ ਤੇ ਭਾਰ ਲੱਦਣਾ ਹੁੰਦਾ ਨਾ ਤੇ ਇਹ ਕੋਆਪਰੇਟ ਨਹੀਂ ਕਰਦਾ ਖੋਤਾ। ਲੇਕਿਨ ਜਦੋਂ ਇੱਕ ਵਾਰੀ ਇੱਥੇ ਭਾਰ ਲੱਦ ਦਿੰਦੇ ਨੇ, ਦੋਨੇ ਪਾਸੇ ਭਾਰ ਪਾ ਦਿੰਦੇ ਨੇ, ਉਹਨੂੰ ਪਤਾ ਲੱਗ ਜਾਂਦਾ ਕਿ ਹੁਣ ਮੇਰੇ ਤੇ ਇੰਨਾ ਭਾਰ ਪੈ ਗਿਆ ਕਿ ਜੇ ਮੈਂ ਪਾਸੇ ਪੂਸੇ ਮਾਰਨ ਦੀ ਕੋਸ਼ਿਸ਼ ਕੀਤੀ ਨਾ ਤੇ ਮੈਂ ਡਿੱਗ ਪੈਣਾ। ਸੋ ਗੁਰਬਾਣੀ ਕਹਿੰਦੀ ਹੈ ਖਰ ਕਾ ਪੈਖਰ ਤੋਂ ਛੁੱਟੇ। ਕਹਿੰਦੇ ਖੋਤਾ ਜਿਹੜਾ ਹੈ ਨਾ, ਜਿਹੜਾ ਇੱਕ ਐਸ ਹੈ, ਉਹ ਉਦੋਂ ਸਿੱਧਾ ਕਰਕੇ ਤੁਰਦਾ ਹੈ ਜੋ ਉੱਪਰ ਲੱਦਾ। ਜਦੋਂ ਇਹਦੇ ਤੇ ਭਾਰ ਲੱਦਦੇ ਨੇ ਨਾ, ਫਿਰ ਇਹ ਆਸੇ ਪਾਸੇ ਸ਼ਰਾਰਤਾਂ ਨਹੀਂ ਕਰਦਾ, ਸਿੱਧਾ ਤੁਰਨਾ ਸ਼ੁਰੂ ਹੋ ਜਾਂਦਾ। ਕਿਉਂਕਿ ਭਾਰ ਲੱਦਣ ਕਰਕੇ ਨਾ ਇਹਨੂੰ ਪਤਾ ਹੁੰਦਾ ਹੁਣ ਮੈਂ ਸ਼ਰਾਰਤ ਕਰਾਂਗਾ ਤੇ ਮੈਨੂੰ ਡਿੱਗਾਂਗਾ, ਇੰਬੈਲੈਂਸ ਹੋਏਗਾ, ਸੱਟ ਲੱਗੇਗੀ। ਇਹੀ ਸਾਡੇ ਮਨ ਦਾ। ਹਾਂਜੀ ਡਾਕਟਰ ਸਾਹਿਬ, ਇਹ ਜਿਹੜੀ ਤੁਸੀਂ ਮਿਸਾਲ ਦਿੱਤੀ ਹੈ, ਹਾਂਜੀ, ਇਹਦਾ ਦੱਸੋ ਪ੍ਰੈਕਟੀਕਲ ਰੂਪ ਕਿਵੇਂ ਲਿਆਂਦਾ ਜਾਵੇ। ਸਾਡੇ ਜਿਹੜੇ ਬੰਦੇ ਜਿਹੜੇ ਸਫਰ ਕਰ ਰਹੇ ਨੇ, ਉਹਨਾਂ ਨੂੰ ਤੁਸੀਂ ਕੀ ਐਡਵਾਈਸ ਦਓਗੇ ਕਿ ਕੀ? ਹਾਂਜੀ ਸਰ ਇਹ ਪੰਕਤੀ ਦੇ ਵਿੱਚ ਹੀ ਆਨਸਰ ਹੈਗਾ ਕਿ ਉੱਪਰ ਲਾਦੇ ਦਾ ਮਤਲਬ ਕੀ ਹੈ ਕਿ ਜਿਹੜਾ ਮਨ ਸੀ, ਮਨ ਖਾਲੀ ਨਹੀਂ ਰਹਿ ਸਕਦਾ। ਮਨ ਨੂੰ ਹਮੇਸ਼ਾ ਕੋਈ ਨਾ ਕੋਈ ਇੰਟਰਸਟ, ਕੋਈ ਨਾ ਕੋਈ ਰਸ ਇਹਨੂੰ ਚਾਹੀਦਾ। ਸਵਾਲ ਇਹ ਹੈ ਕਿ ਇਹ ਚੰਗੇ ਰਸ ਲੈਣ ਦਾ ਆਦੀ ਹੈ ਕਿ ਮਾੜੇ ਰਸ ਲੈਣ ਦਾ। ਡੀ-ਐਡਿਕਟ ਕਰਨ ਦੀ ਲੋੜ ਕਿਉਂ ਪਈ ਕਿ ਰਸ ਚੰਗਾ ਰਸ ਨਹੀਂ ਇਹਨੇ ਆਪ ਲਿੱਤਾ, ਇਹਨੂੰ ਸੋਮਰਸ ਕਹਿੰਦੇ ਨੇ ਨਾ ਸ਼ਰਾਬ ਨੂੰ। ਸੋ ਇਹ ਮਾੜੇ ਰਸ ਪੈ ਗਿਆ। ਹੁਣ ਉਸ ਮਾੜੇ ਰਸ ਦੀ ਜਿਹੜੀ ਜਗ੍ਹਾ ਖਾਲੀ ਹੋਈ ਹੈ, ਜਦੋਂ ਤੱਕ ਅਸੀਂ ਉਸ ਜਗ੍ਹਾ ਨੂੰ ਕਿਸੇ ਚੰਗੀ ਚੀਜ਼ ਨਾਲ ਨਹੀਂ ਭਰਦੇ ਤੇ ਇਹ ਮਨ ਦੁਬਾਰਾ ਗਧੇ ਦੀ ਨਿਆਈ ਫਿਰ ਪੁੱਠੇ ਪਾਸੇ ਜਾ ਸਕਦਾ ਹੈ। ਸੋ ਇਹਦੇ ਖਾਲੀ ਮਨ ਨੂੰ ਚੰਗੀ ਚੀਜ਼ ਨਾਲ ਭਰਨ ਦੀ ਲੋੜ ਹੈ। ਉਹਦੇ ਵਾਸਤੇ ਜੋ ਡਾਕਟਰ ਸਾਹਿਬ ਆਪ ਜੀ ਦਾ ਸਵਾਲ ਸੀ ਕਿ ਇਹਨੂੰ ਚੰਗੀ ਸੰਗਤ ਕਰਨ ਦੀ ਲੋੜ ਹੈ, ਮਾੜੀ ਸੰਗਤ ਛੱਡੇ ਤੇ ਚੰਗੀ ਸੰਗਤ ਕਰੇ। ਚੰਗੀ ਸੰਗਤ ਦਾ ਕੀ ਫਾਇਦਾ? ਚੰਗੀ ਸੰਗਤ ਦਾ ਫਾਇਦਾ ਗੁਰਬਾਣੀ ਦੱਸਿਆ ਹੈ, ਸ਼ਲੋਕ ਹੈਗਾ, ਨਹਿ ਸੀਤਲੰ ਚੰਦਨ ਦੇਵੈ। ਕਹਿੰਦੇ ਜਿਹੜਾ ਚੰਦਰਮਾ ਨਾ, ਚੰਦਰਮਾ ਦੀ ਜਿਹੜੀ ਸੀਤਲਤਾ ਹੈ ਨਾ, ਠੰਡ ਬੜੀ ਪ੍ਰਵਾਨ ਕੀਤੀ ਜਾਂਦੀ ਹੈ ਰਾਤ ਨੂੰ, ਉਹਦੀ ਮਿੱਠੀ ਮਿੱਠੀ ਲਾਈਟ, ਮਿੱਠੀ ਮਿੱਠਾ ਮੌਸਮ। ਠੀਕ ਹੈ ਤੁਹਾਡੀ ਡਾਕਟਰ ਸਾਹਿਬ। ਹਾਂਜੀ, ਮਾਈ ਕੁਐਸਚਨ ਇਜ਼ ਕਿ ਇਹ ਗੁਰਬਾਣੀ ਸਾਨੂੰ ਸੇਧ ਦੇ ਰਹੀ ਹੈ। ਹਾਂਜੀ ਸਰ, ਜਿਹੜਾ ਪ੍ਰੈਕਟੀਕਲ ਰੂਪ ਹੈ, ਜਿਹੜੇ ਬੰਦੇ ਤੁਹਾਡੇ ਸਾਹਮਣੇ ਹੁਣ ਰਿਕਵਰਡ ਪੇਸ਼ੈਂਟ ਨੇ, ਹਾਂਜੀ ਸਰ, ਜਿਨ੍ਹਾਂ ਨੂੰ ਸਾਨੂੰ ਹੁਣ ਉਸ ਪਾਸੇ ਲਾਉਣ ਦੀ ਹੈ, ਤੇ ਉਹਨਾਂ ਨੂੰ ਗੁਰਬਾਣੀ ਵਗੈਰਾ ਦਾ ਪਹਿਲਾਂ ਕੋਈ ਵਾਕਫ ਨਹੀਂ ਤੇ ਨਾ ਹੀ ਉਹਨਾਂ ਦਾ ਸ਼ੌਕ ਆ ਉਸ ਦੇ ਵਿੱਚ, ਤੇ ਉਹਨਾਂ ਦਾ ਕੀ ਕਰੋਗੇ ਤੁਸੀਂ? ਉਹਨਾਂ ਨੂੰ ਕਿਵੇਂ? ਹਾਂਜੀ ਸਰ, ਠੀਕ ਸਰ, ਠੀਕ ਹੈ। ਤੁਸੀਂ ਅਸੀਂ ਫਿਜ਼ੀਕਲ ਲੈਵਲ ਤੇ ਆਈ ਨਾ, ਅਸੀਂ ਮਾਨਸਿਕ ਲੈਵਲ ਤੇ ਗੱਲ ਕਰ ਰਹੇ ਸਾਂ। ਪਹਿਲਾਂ ਉਹਨੂੰ ਬਿਲਕੁਲ ਠੀਕ ਹੈ ਡਾਕਟਰ ਸਾਹਿਬ ਦਾ ਸਵਾਲ ਕਿ ਜਿਹੜਾ ਬੰਦਾ ਇੰਨੀ ਭੈੜੀ ਅਵਸਥਾ ਚੋਂ ਨਿਕਲਿਆ ਹੁੰਦਾ ਹੈ ਨਾ, ਉਹਦਾ ਮਾਨਸਿਕ ਸਤਰ ਜਿਹੜਾ ਕਮਜ਼ੋਰ ਹੋ ਚੁੱਕਾ ਹੁੰਦਾ ਹੈ, ਉਹਦਾ ਕੰਫੀਡੈਂਸ ਬਿਲਡਅਪ ਕਰਨਾ ਹੁੰਦਾ ਹੈ। ਤੇ ਕੰਫੀਡੈਂਸ ਬਿਲਡਅਪ ਕਰਨ ਵਾਸਤੇ ਇੱਕ ਗੁਰਬਾਣੀ ਦੀ ਮੈਂ ਹੋਰ ਉਦਾਹਰਨ ਸ਼ੇਅਰ ਕਰਾਂਗਾ। ਗੁਰਬਾਣੀ ਕਿਉਂਕਿ ਸਾਨੂੰ ਸੇਧ ਦਿੰਦੀ ਹੈ, ਜੋ ਤੁਹਾਡਾ ਸਵਾਲ ਹੈ ਨਾ, ਗੁਰਬਾਣੀ 'ਚ ਜਵਾਬ ਹੈਗਾ ਇਸ ਚੀਜ਼ ਦਾ। ਹਾਂਜੀ, ਉਹ ਕਹਿੰਦੇ ਨੇ ਇੱਕ ਮਨ ਜਾਂਦਾ ਤਾਂ ਜਾਣ ਦੇ, ਦ੍ਰਿੜ ਕਰ ਰੱਖ ਸਰੀਰ। ਵੀ ਜੇ ਤੇਰਾ ਮਨ ਮਾੜੇ ਪਾਸੇ ਜਾਂਦਾ ਹੈ ਨਾ, ਹਾਂਜੀ, ਤੇ ਇਹਨੂੰ ਰੋਕਣ ਦਾ ਇੱਕੋ ਤਰੀਕਾ ਤੇਰੇ ਕੋਲ ਕਿ ਤੂੰ ਜਿਹੜਾ ਸਰੀਰ ਹੈ ਨਾ ਤੇਰੀ ਫਿਜ਼ੀਕੈਲਿਟੀ, ਇਹ ਤੇਰੇ ਲਈ ਕੰਟਰੋਲ ਕਰਨੀ ਈਜ਼ੀ ਹੈ। ਮਨ ਨੂੰ ਕਾਬੂ ਕਰਨਾ ਔਖਾ ਹੈ। ਤੇ ਜੇ ਤੂੰ ਫਿਜ਼ੀਕਲੀ ਆਪਣੇ ਆਪ ਨੂੰ ਕੰਟਰੋਲ ਕਰ ਲੇਗਾ ਨਾ, ਫਿਜ਼ੀਕਲੀ, ਤੇ ਤੇਰਾ ਮਨ ਹੌਲੀ ਹੌਲੀ ਕੰਟਰੋਲ ਕਰਦਾ ਹੁੰਦਾ ਹੋ ਜਾਏਗਾ। ਹੁਣ ਫਿਜ਼ੀਕਲੀ ਕੰਟਰੋਲ ਕਰਨ ਲਈ ਜੋ ਆਪ ਜੀ ਦਾ ਸਵਾਲ ਹੈਗਾ, ਉਹ ਇਹੀ ਹੈ ਕਿ ਆਮ ਤੌਰ ਤੇ ਜਿਹੜੇ ਨਸ਼ਈ ਬੰਦੇ ਨੇ, ਇਹ ਆਪਣੇ ਕਾਰੋਬਾਰ ਤੋਂ ਸਭ ਤੋਂ ਪਹਿਲੀ, ਅਸੀਂ ਸੰਸਾਰੀ ਜ਼ਰੂਰਤਾਂ ਤੇ ਆ ਜਾਈਏ, ਇਹ ਕਾਰੋਬਾਰ ਤੋਂ ਬਾਕੀ ਚੀਜ਼ਾਂ ਤੋਂ ਟੁੱਟ ਗਏ ਹੁੰਦੇ ਨੇ। ਸਭ ਤੋਂ ਪਹਿਲਾਂ ਇਹਨਾਂ ਨੂੰ ਸੰਸਾਰੀ ਜਿਹੜੀਆਂ ਜ਼ਿੰਮੇਵਾਰੀਆਂ ਨੇ ਨਾ, ਉਹਨਾਂ ਦਾ ਅਹਿਸਾਸ ਕਰਾਇਆ ਜਾਵੇ ਕਿ ਆਪਣੀਆਂ ਤਨਦੇਹੀ ਨਾਲ ਇਹ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਸ਼ੁਰੂ ਕਰ ਦੇਣ। ਹਾਂਜੀ, ਜਦੋਂ ਇਹ ਪਰਿਵਾਰਿਕ, ਹਾਂਜੀ, ਇੱਥੇ ਡਾਕਟਰ ਸਾਹਿਬ ਜਿਹੜੇ ਮੁਲਕਾਂ ਦੇ ਵਿੱਚ ਅਲੋਂਗ ਵਿਦ ਜਦੋਂ ਬੰਦਾ ਇਨਪੇਸ਼ੈਂਟ ਵੀ ਈਵਨ ਹੁੰਦਾ, ਹਲੇ ਇਲਾਜ ਚੱਲ ਰਿਹਾ ਹੁੰਦਾ, ਉਹਨਾਂ ਦੇ ਵਿੱਚ ਜਿਹੜੀ ਐਕਸਰਸਾਈਜ਼ ਯੂਜ਼ ਕੀਤੀ ਜਾਂਦੀ ਹੈ, ਜਿਵੇਂ ਹੁਣ ਇੰਡੀਆ ਤਰੀਕੇ ਦਾ ਯੋਗਾ, ਜਿਹੜਾ ਯੋਗਾ ਦੀਆਂ ਜਿਹੜੀਆਂ ਐਕਸਰਸਾਈਜ਼ ਨੇ, ਜਾਂ ਉਹਨਾਂ ਦੇ ਨਾਲ ਉਹਨਾਂ ਦੀ ਜਿਹੜੀ ਫਿਜ਼ੀਕਲ ਮੋਬਿਲਿਟੀ
ਤੇ ਉਹਨਾਂ ਦਾ ਕੰਟਰੋਲ ਹੈ ਜਿਹੜਾ ਉਹ ਪੈਦਾ ਕੀਤਾ ਜਾਂਦਾ। ਤੇ ਨਾਲੋਂ ਨਾਲ ਉਹਦੇ ਫਿਰ ਉਹ ਦੇ ਯੂਜ਼ ਵਰਡ ਦੇ ਕਾਲ ਮੰਤਰ ਜਾਪ ਹੈ ਜੀ। ਜਿਵੇਂ ਫਰਕ ਕਰੋ ਹਿੰਦੂ ਆ ਤਾਂ ਓਮ ਕਹੀ ਗਿਆ ਨਾਲ ਜਦੋਂ ਐਕਸਰਸਾਈਜ਼ ਕਰ ਰਿਹਾ, ਜੇ ਹੈਗਾ ਸਿੱਖ ਹੈ ਤੇ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਕਹੀ ਗਿਆ। ਜਾਣੀ ਇਸ ਤਰ੍ਹਾਂ ਉਹਦੇ ਨਾਲ ਜਿਹੜੇ ਹੈਗੇ ਨੇ ਬੁੱਧਿਸਟ ਵਾਲੇ ਉਹ ਆਪਣੇ ਬਰੀਥਿੰਗ ਦੀ ਐਕਸਰਸਾਈਜ਼ ਕਰਦੇ ਰਹਿੰਦੇ ਆ ਇਨ ਐਂਡ ਆਊਟ, ਜੋ ਵੀ ਉਹਨਾਂ ਦਾ ਕੋਈ ਹੋਵੇ। ਪਰ ਉਹ ਨਾਲ ਜਿਹੜਾ ਕੰਬਾਈਨਡ ਹੈ ਨਾ yoga and ਉਹਨਾਂ ਦੀ meditation, that is used in a very popular way to bring about people self control। ਕੀ ਖਿਆਲ ਹੈ ਗਿਆਨੀ ਤੁਹਾਡਾ ਇਸ ਪਾਸੇ ਕੋਈ ਹੈ ਐਕਸਪੀਰੀਅੰਸ? ਹਾਂਜੀ ਡਾਕਟਰ ਸਾਹਿਬ, ਪਹਿਲੀ ਬੇਨਤੀ ਤੇ ਇਹ ਸੀ ਵੀ ਜਿਹੜੀ ਮੈਂ ਗੱਲ ਕੀਤੀ ਸੀ ਉਹ ਤੁਹਾਡੇ ਪ੍ਰਸ਼ਨ ਸੀਗਾ ਵੀ ਜਿਹੜੇ ਛੱਡ ਚੁੱਕੇ ਆ ਵੀ ਉਹ ਕਿੱਦਾਂ ਬਚੇ ਰਹਿਣ। ਤੇ ਜਿਹੜੀ ਹੈਗੀ ਗੱਲ ਬਿਲਕੁਲ ਬਚਣ ਦੀ, ਉਹਦਾ ਤਰੀਕਾ ਤੇ ਉਹ ਜਿਹੜਾ ਤੁਸੀਂ ਆਪ ਜੀ ਨੇ ਦੱਸਿਆ ਵੀ ਘਰ ਦੇ ਵਿੱਚੋਂ ਬੱਚਿਆਂ ਨੂੰ ਗੁਰਮਤ ਨਾਲ ਜੋੜਿਆ ਜਾਏ, ਉਹਨਾਂ ਨੂੰ ਨਸ਼ਿਆਂ ਤੋਂ ਪਹਿਲਾਂ ਹੀ ਉਹ ਸੌਖਾ ਹੁੰਦਾ ਆ, ਕਿਉਂਕਿ ਬੱਚੇ ਬੜੀ ਛੇਤੀ ਸਮਝਦੇ ਆ, ਸਿਆਣੇ ਨੂੰ ਸਮਝਾਉਣਾ ਬਹੁਤ ਔਖਾ ਆ। ਤੇ ਜਿਹੜੀ ਹੈਗੀ ਆ ਵੀ ਸਿੱਖੀ ਦੇ ਵਿੱਚ ਕਿਉਂਕਿ ਆਪਾਂ ਥੋੜਾ ਜਿਹਾ ਵਿਊ ਸਿੱਖੀ ਦਾ ਲੈ ਕੇ ਚੱਲਦੇ ਆ, ਗੁਰਬਾਣੀ ਦਾ, ਤੇ ਉਹਦੇ ਵਿੱਚ ਫਿਰ ਇਹ ਹੁੰਦਾ ਆ ਵੀ ਜਿਹੜਾ ਹਾਂਜੀ ਉਹਨਾਂ ਦੀ ਬੰਦ ਹੋ ਗਈ ਆਵਾਜ਼। ਚਲੋ ਕੋਈ ਨਹੀਂ, ਫਿਰ ਆ ਜਾਏਗੀ, ਤੁਸੀਂ ਕਰੋ ਕੰਟੀਨਿਊ। ਹਾਂਜੀ ਹਾਂਜੀ ਸਰ, ਜਿਸ ਤਰ੍ਹਾਂ ਬੱਚਿਆਂ ਦੇ ਬਾਰੇ ਤੇ ਗੱਲ ਹੋ ਰਹੀ ਸੀ ਕਿ ਬਚਪਨ ਤੋਂ ਹੀ ਇਸ ਚੀਜ਼ ਤੋਂ ਬਚਣਾ ਹੈ। ਮੈਂ ਦੂਸਰੇ ਵਿਸ਼ੇ ਤੇ ਆਏ ਨਾ ਕਿ ਜਦੋਂ ਡੀ ਐਡਿਕਟ ਹੋ ਗਿਆ, ਆਪ ਜੀ ਦੀ ਗੱਲ ਡਾਕਟਰ ਸਾਹਿਬ ਤੇ ਚਲੋ ਉਹ ਤੇ ਬਿਲਕੁਲ ਠੀਕ ਸੀ ਕਿ ਬੰਦੇ ਨੂੰ ਇਮੀਡੀਏਟਲੀ ਬਜਾਏ ਕਿ ਜ਼ਿੰਮੇਵਾਰੀਆਂ ਦਿੱਤੀਆਂ ਜਾਣ, ਤੇ ਉਹਦਾ ਸਭ ਤੋਂ ਪਹਿਲਾਂ ਹੈਗਾ ਕਿ ਉਹਨੂੰ ਫਿਜ਼ੀਕਲ ਐਕਸਰਸਾਈਜ਼ ਨਾਲ ਜੋੜਦਾ ਜਾਵੇ। ਕਿਉਂਕਿ ਜਦੋਂ ਬੰਦਾ ਫਿਜ਼ੀਕਲ ਐਕਸਰਸਾਈਜ਼ ਕਰਦਾ ਹੈ ਨਾ, ਤੇ ਉਦੋਂ ਵੀ ਉਹਦੇ ਅੰਦਰ ਸੈਟਿਸਫੈਕਸ਼ਨ ਲੈਵਲ ਬਹੁਤ ਵੱਧਦਾ ਹੈ। ਅਸਲ 'ਚ ਉੱਥੇ ਉਹਨੂੰ ਕੋਈ ਇੰਟਰਸਟ ਦੇਣ ਦੀ ਲੋੜ ਹੈ ਕਿ ਜਿਹੜਾ ਇੰਟਰਸਟ ਉਹਦੇ ਅੰਦਰ ਪੈਦਾ ਹੋਵੇ ਤੇ ਉਹ ਇੰਟਰਸਟ ਉਹਦਾ ਪਿੱਛੇ ਪੈ ਜਾਵੇ, ਜਿਹੜਾ ਨਸ਼ੇ ਦਾ ਇੰਟਰਸਟ ਹੈਗਾ ਸੀ। ਸੋ ਇਹਦੇ ਨਾਲ ਨਾਲ ਇੱਥੇ ਵੀ ਇਸ ਤਰ੍ਹਾਂ ਸੈਂਟਰ ਹੈਗੇ ਨੇ ਜੀ, ਜਿਹੜੇ ਬੰਦੇ ਨੂੰ ਗੁਰਬਾਣੀ ਦੇ ਨਾਲ ਜੋੜਦੇ ਨੇ, ਜਦੋਂ ਉਹਨੂੰ ਕਰਦੇ ਨੇ ਨਾ ਰੀਹੈਬਿਲਿਟੇਟ ਕਰਦੇ ਨੇ, ਤੇ ਨੈਚੁਰਲੀ ਇਟਸ ਵੈਰੀ ਇੰਪੋਰਟੈਂਟ ਪਾਰਟ ਕਿ ਬੰਦੇ ਨੂੰ ਐਕਸਰਸਾਈਜ਼, ਗੁੱਡ ਹੈਲਥ ਦਿੱਤੀ ਜਾਵੇ, ਤੇ ਨਾਲ ਨਾਲ ਕਿਉਂਕਿ ਜਿਹੜਾ ਗੁੱਡ ਹੈਲਥ ਹੋਏਗੀ ਤੇ ਗੁੱਡ ਮਾਈਂਡ ਬਣੇਗਾ। ਤੇ ਨਾਲ ਦੇ ਨਾਲ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸਾਂ ਵੀ ਜਿਹੜੀ ਸੰਸਾਰੀ ਕੰਮ ਕਿਉਂ ਨੇ, ਕਿਉਂਕਿ ਇੰਡੀਆ ਥੋੜਾ ਜਿਹਾ ਗਰੀਬ ਦੇਸ਼ ਹੈ। ਇੱਥੇ ਜਿਹੜਾ ਬੰਦਾ ਹੈ, ਇੱਥੇ ਫਾਈਨੈਂਸ਼ੀਅਲ ਸਪੋਰਟ ਇਹਨਾਂ ਬਾਹਰੋਂ ਨਹੀਂ ਮਿਲਦਾ, ਨਾ ਪਰਿਵਾਰ ਤੋਂ ਮਿਲ ਪਾਉਂਦਾ ਹੈ ਤੇ ਨਾ ਸਰਕਾਰ ਤੋਂ ਮਿਲ ਪਾਉਂਦਾ ਹੈ। ਸੋ ਬੰਦਾ ਜੇ ਨੋਰਮਲ ਲਾਈਫ ਚਾਹਣ ਵਾਸਤੇ, ਜੇ ਉਹ ਆਪਣੀ ਜੋ ਉਹਦੀ ਇੱਕ ਮਤਲਬ ਗ੍ਰਸਤੀ ਲਾਈਫ ਹੈਗੀ ਹੈ, ਸੋਸ਼ਲ ਲਾਈਫ ਹੈ, ਉਹਨੂੰ ਅੱਛੀ ਤਰ੍ਹਾਂ ਜੀਣਾ ਸ਼ੁਰੂ ਕਰ ਦੇਵੇ, ਤੇ ਉਹ ਨਸ਼ੇ ਵੱਲ ਉਹਦਾ ਧਿਆਨ ਆਟੋਮੈਟਿਕਲੀ ਜਾਣਾ ਘਟ ਜਾਏਗਾ। That's a good point। ਹਾਂਜੀ, ਕਿਉਂਕਿ ਉਹ ਵੈਕਿਊਮ ਨੂੰ ਸਰ ਭਰਨਾ ਹੈ, ਜਿਹੜਾ ਵੈਕਿਊਮ ਕ੍ਰੀਏਟ ਹੋ ਗਿਆ ਨਾ। ਹਾਂਜੀ, ਤੇ ਉਹ ਵੈਕਿਊਮ ਡੀਲ ਕਰਨ ਦੇ ਲਈ ਹਾਂਜੀ ਸਾਨੂੰ ਜਿਹੜੀਆਂ ਥੋੜ੍ਹੀਆਂ ਜਿਹੀਆਂ ਨਿਊ ਚੀਜ਼ਾਂ, ਨਿਊ ਹੌਬੀਜ਼ ਜਿਵੇਂ ਹੁੰਦੀਆਂ ਨੇ ਕਿ ਕੀਤੀਆਂ ਜਾਣ। ਜਿਵੇਂ ਫਰਜ਼ ਕਰੋ ਬੰਦਾ ਕੁਕਿੰਗ ਹੀ ਸਿੱਖ ਲੈਂਦਾ, ਕਿਉਂਕਿ ਮੈਂ ਆਪਣੇ ਆਪ ਨੂੰ ਕਿਵੇਂ ਖਾਣਾ ਵਗੈਰਾ ਤਿਆਰ ਕਰਨਾ ਦੂਜਿਆਂ ਦੀ ਮਦਦ ਦੇ ਨਾਲ, ਨਾਲੇ ਤਾਂ ਇੱਕ ਕਿਸਮ ਦੀ ਚੇਂਜ ਹੋ ਜਾਂਦੀ ਹੈ ਰੂਟੀਨ ਦੇ ਨਾਲੋਂ, ਨਾਲੇ ਕੁਛ ਬੰਦੇ ਨੂੰ ਥੋੜ੍ਹੀ ਸਮਝ ਜਿਹੜੀ ਉਹਦੀ ਬਰਾਡਰ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਹੈਗੇ ਨੇ ਆਪਣੇ ਕੋਈ ਚੀਜ਼ਾਂ ਰਿਪੇਅਰ ਕਰਨੀਆਂ ਸਿੱਖ ਲਈਆਂ ਹੈ ਜੀ, ਜਿਵੇਂ ਆਪਣੇ ਘਰ-ਬਾਰ ਨੂੰ ਵੀ ਸੰਭਾਲਣ ਜੋਗਾ ਹੋ ਜਾਂਦਾ, ਤਾਂ ਕਿ ਉਹਦੀ ਜਿਹੜੀ ਹੈਗੀ ਹੈ ਐਨਰਜੀ, ਇਟ ਇਜ਼ ਬੀਇੰਗ ਰੀਡਾਇਰੈਕਟਡ ਇਨਟੂ ਦ ਵੇ ਵਿਚ ਇਜ਼ ਮੋਰ ਕੰਸਟਰਕਟਿਵ ਐਂਡ ਪ੍ਰੋਡਕਟਿਵ, ਬਜਾਏ ਇਹਦੇ ਕਿ ਵੀ ਉਹ ਐਂਗਜ਼ਾਇਟੀ ਦੇ ਵਿੱਚ ਹੀ ਰਿਡਨ ਰਵੇ। ਕੀ ਖਿਆਲ ਹੈ ਤੁਹਾਡਾ? ਰਾਈਟ ਸਰ। ਹਾਂਜੀ ਸਰ, ਬਿਲਕੁਲ ਠੀਕ ਹੈ ਜੀ। ਇਹਦੇ ਨਾਲ ਫਿਰ ਮੈਂ ਗੁਰਬਾਣੀ ਦੀ ਪੰਕਤੀ ਸ਼ੇਅਰ ਕਰਨੀ ਚਾਹਾਂਗਾ ਕਿ ਉਹਦੇ ਵਿੱਚ ਆਂਦਾ, ਇਹ ਰਸ ਛੱਡ ਹੈ ਉਹ ਰਸ ਆਵਾ। ਜਦੋਂ ਬੰਦਾ ਛੋਟੇ ਰਸਾਂ ਨੂੰ ਛੱਡਦਾ ਤੇ ਲੰਬੇ ਸਮੇਂ ਲਈ ਛੱਡਦਾ ਨਾ, ਤੇ ਆਟੋਮੈਟਿਕਲੀ ਇਨਸਾਨ ਕੋਈ ਵੀ ਗਲਤ ਨਹੀਂ ਹੋਣਾ ਚਾਹੁੰਦਾ, ਉਹਦੇ ਅੰਦਰ ਹਿਡਨ ਇੱਛਾ ਜ਼ਰੂਰ ਹੁੰਦੀ ਹੈ ਕਿ ਮੈਂ ਅੱਛਾ ਇਨਸਾਨ ਬਣਾ। ਤੇ ਜਿਉਂ-ਜਿਉਂ ਅਸੀਂ ਉਹਨੂੰ ਐਕਸਰਸਾਈਜ਼ ਦੇ ਰੂਪ ਦੇ ਵਿੱਚ, ਅੱਛੇ ਡਾਈਟ ਦੇ ਰੂਪ ਵਿੱਚ, ਸਿਮਰਨ ਦੇ ਰੂਪ ਵਿੱਚ, ਕੋਈ ਹੌਬੀਜ਼ ਦੇ ਦਈਏ, ਸੁਸਾਇਟੀ ਦੇ ਵਿੱਚ ਅੱਛਾ ਇਨਸਾਨ ਵਿਚਰੇ, ਜਦੋਂ ਉਹਨੂੰ ਪਤਾ ਲੱਗ ਜਾਏਗਾ, ਉਹਦੀ ਲੋਕਾਂ 'ਚ ਪਹਿਚਾਣ ਬਣ ਜਾਏਗੀ ਹੌਲੀ ਹੌਲੀ ਕਿ ਇਹ ਬੰਦੇ ਨੇ ਸਹੀ ਰਸਤਾ ਅਖਤਿਆਰ ਕਰ ਲਿਆ।
ਤੇ ਆਟੋਮੈਟਿਕਲੀ, ਕਿਉਂਕਿ ਗੁਰਬਾਣੀ ਦੀ ਇੱਕ ਉਦਾਹਰਨ ਆਉਂਦੀ ਹੈ, ਮੈਂ ਸ਼ੇਅਰ ਕਰਨੀ ਚਾਹਾਂਗਾ। ਉਹ ਉਦਾਹਰਨ ਆਉਂਦੀ ਹੈ ਕਿ ਜੀਵ ਤੇ ਕੋ ਜੀਵਤਾ ਮਿਲੇ, ਮੂਏ ਕੋ ਮੂਆ। ਉਦਾਹਰਨ ਕਹਿੰਦੀ ਹੈ ਵੀ ਆਟੋਮੈਟਿਕਲੀ ਤੁਸੀਂ ਜਿਹੜੀ ਕੰਪਨੀ ਤੁਹਾਨੂੰ ਮਿਲਣੀ ਹੈ ਨਾ, ਅਸਲ 'ਚ ਉਹ ਤੁਹਾਡੇ ਇਨਰ ਥਾਟ ਦੇ ਮੁਤਾਬਕ ਹੀ ਮਿਲਦੀ ਹੈ। ਕੰਪਨੀ ਜਿਹੜੀ ਹੈ ਨਾ, ਸੰਸਾਰ 'ਚ ਹਰ ਤਰ੍ਹਾਂ ਦੇ ਇਨਸਾਨ ਹੈ। ਸੋ ਕਹਿੰਦੇ ਨੇ ਵੀ ਜੇ ਉੜਦੇ ਪੰਛੀ ਨੂੰ ਸੰਗ ਮਿਲੇਗਾ ਤੇ ਪੰਛੀ ਦਾ ਸੰਗ ਮਿਲੇਗਾ। ਕਿਉਂ? ਕਿ ਉਹਦੇ ਬਰਾਬਰ ਪੰਛੀ ਹੀ ਉੜ ਸਕਦਾ ਹੈ। ਜੀਵ ਤੇ ਕੋ ਜੀਵਤਾ ਮਿਲੇ, ਜੀਦੇ ਬੰਦੇ ਦਾ ਜੀਦੇ ਨਾਲ ਸੰਗ ਬਣਨਾ, ਕੰਪਨੀ ਬਣਨੀ ਹੈ। ਮੁਰਦੇ ਦੀ ਮੁਰਦੇ ਨਾਲ ਕੰਪਨੀ ਬਣਨੀ ਹੈ। ਉੜਦੇ ਕੋ ਉੜਦਾ ਮਿਲੇ, ਤੁਰਦੇ ਕੋ ਤੁਰਦਾ। ਕਹਿੰਦੇ ਵਾਕਿੰਗ ਬੰਦੇ ਨੂੰ ਕੰਪਨੀ ਵਾਕਿੰਗ ਦੀ ਮਿਲਣੀ ਹੈ, ਤੇ ਉੜਦੇ ਬੰਦੇ ਨੂੰ, ਪੰਛੀ ਨੂੰ, ਕੰਪਨੀ ਪੰਛੀ ਦੀ ਮਿਲਣੀ ਹੈ। ਕਹਿਣ ਦਾ ਮਤਲਬ ਹੈ ਕਿ ਜਦੋਂ ਬੰਦਾ ਨਸ਼ਾ ਛੱਡ ਕੇ ਆਪਣਾ ਰਸਤਾ ਹੌਲੀ ਹੌਲੀ ਸਹੀ ਕਰੇਗਾ ਨਾ, ਤੇ ਉਹਨੂੰ ਹੌਲੀ ਹੌਲੀ ਅੱਛੇ ਬੰਦਿਆਂ ਦੀ ਸੰਗਤ ਵੀ ਨੋ ਡਾਊਟ ਮਿਲਣੀ ਸ਼ੁਰੂ ਹੋ ਜਾਏਗੀ। ਇੰਗਲਿਸ਼ ਦੇ ਵਿੱਚ ਕਹਿੰਦੇ ਜੀ ਬਰਡਸ ਆਫ ਫੈਦਰ ਫਲੌਕ ਟੁਗੇਦਰ। ਫਲੌਕ ਟੁਗੇਦਰ, ਰਾਈਟ ਸਾਈਡ। ਆਪੋ ਆਪਣੇ ਮੱਲ ਇਕੱਠੇ ਹੋ ਜਾਂਦੇ ਆ, ਹੋ ਜਾਂਦੇ ਨੇ। ਆਟੋਮੈਟਿਕ ਇੱਕ ਪ੍ਰੋਸੈਸ, ਦੂਜੇ ਆਟੋਮੈਟਿਕ ਪ੍ਰੋਸੈਸ ਹੈ। ਤੇ ਸੋ ਕੰਸੀਡਰਿੰਗ ਦੈਟ ਕਿ ਵੀ ਸਾਨੂੰ ਆਪਣੇ ਜਿਹੜੇ ਹੈਗੇ ਆ ਮਾਨਸਿਕ ਇੰਪਰੂਵਮੈਂਟ ਦੇ ਨਾਲ ਜਿਹੜੀ ਸਾਡੀ ਫਿਜ਼ੀਕਲ ਇੰਪਰੂਵਮੈਂਟ ਹੈ, ਉਹ ਵੀ ਬਹੁਤ ਜ਼ਰੂਰੀ ਹੈ। ਜਿੰਨਾ ਚਿਰ ਅਸੀਂ ਆਪਣਾ ਭੋਜਨ ਸਵੱਛ ਨਹੀਂ ਕਰਦੇ, ਆਪਣਾ ਖਾਣ ਪੀਣ ਦਾ ਤਰੀਕਾ ਨਹੀਂ ਠੀਕ ਕਰਦੇ, ਹਾਂਜੀ, ਤੇ ਉਹਦੇ ਨਾਲ ਸਾਡੇ ਜਿਹੜਾ ਹੈਗਾ ਮਾਨਸਿਕ ਚੇਂਜ ਵੀ ਜਿਹੜੀ ਹੈ ਉਹ ਡਿਲੇ ਹੋ ਜਾਂਦੀ ਹੈ। ਜਿਵੇਂ ਗਿਆਨੀ ਜੀ ਇੱਕ ਮਿਸਾਲ ਆਉਂਦੀ ਆ ਕਿ ਇੱਕ ਵਾਰੀ ਜਦੋਂ ਭਾਈ ਨੰਦ ਲਾਲ ਜੀ ਪਹਿਲੀ ਦਫਾ ਆਏ ਦਰਸ਼ਨ ਕਰਨ ਲਈ 10ਵੇਂ ਪਾਤਸ਼ਾਹ ਦੇ, ਤੇ ਉਹਨਾਂ ਦੇ ਮਨ ਦੇ ਵਿੱਚ ਸੀਗਾ ਵੀ ਗੁਰੂ ਜੀ ਮੈਂ ਵਿਦਵਾਨ ਆ, ਮੈਨੂੰ ਉਹ ਵੀ ਬੜੇ ਸਤਿਕਾਰ ਨਾਲ ਮਿਲਣਗੇ, ਚੰਗੇ ਤਰੀਕੇ ਨਾਲ। ਤੇ ਉਹ ਮਹਾਰਾਜ ਕਹਿੰਦੇ, ਉਹਨਾਂ ਨੇ ਪੁੱਛਿਆ ਹਾਂਜੀ ਕਿਸ ਤਰ੍ਹਾਂ ਆਏ ਆ ਦੱਸੋ। ਉਹ ਕਹਿੰਦੇ ਵੀ ਮੈਨੂੰ ਬਹਾਦਰ ਸ਼ਾਹ ਨੇ ਭੇਜਿਆ ਤੇ ਇਸ ਤਰ੍ਹਾਂ ਤੁਹਾਡੀ ਮਹਿਮਾ ਸੁਣ ਕੇ ਆਇਆ, ਦੱਸੋ ਮੇਰੇ ਲਈ ਕੀ ਹੁਕਮ ਆ। ਮਹਾਰਾਜ ਕਹਿੰਦੇ ਚੰਗਾ ਤੁਸੀਂ ਕਿਚਨ 'ਚ ਜਾਓ, ਉੱਥੇ ਭਾਂਡੇ ਸਾਫ਼ ਕਰੋ। ਉਹਦੇ ਮਨ ਨੂੰ ਬੜੀ ਸੱਟ ਲੱਗੀ ਹੈ ਜੀ ਭਾਈ ਨੰਦ ਲਾਲ ਦੇ, ਕਿ ਬਈ ਦੇਖੋ ਮੈਂ ਪੜ੍ਹਿਆ ਲਿਖਿਆ ਬੰਦਾ, ਬਜਾਏ ਮੇਰਾ ਕੋਈ ਵਰਕ ਚੈੱਕ ਕਰਨ ਦੇ ਜਾਂ ਹੋਰ, ਇਹਨਾਂ ਨੇ ਕਿਹਾ ਵੀ ਤੂੰ ਉੱਥੇ ਤੇ ਭਾਂਡੇ ਜਾ ਕੇ ਸਾਫ਼ ਕਰ। ਤੇ ਫਿਰ ਉਹ ਗਿਆ ਉੱਥੇ, ਕਿਹਾ ਹੁਣ ਮੈਂ ਆਇਆ ਵੀ ਆ, ਮੇਰੇ ਕੋਲ ਹੋਰ ਛੁਟਕਾਰਾ ਕੋਈ ਤਰੀਕਾ ਵੀ ਕੋਈ ਨਹੀਂ, ਚਲੋ ਜਿਵੇਂ ਹੈ ਉਸੇ ਤਰ੍ਹਾਂ ਕਰ ਲੈਂਦੇ ਹੈ। ਤਾਂ ਉਹਨੂੰ ਨਮੋਸ਼ੀ ਫੀਲ ਹੋਈ। ਕਹਿੰਦੇ ਜਿਉਂ ਜਿਉਂ ਭਾਂਡੇ ਸਾਫ਼ ਕਰਦਾ ਗਿਆ, ਤਿਉਂ ਤਿਉਂ ਉਹਦੀ ਜਿਹੜੀ ਮਨ ਦੇ ਵਿੱਚ ਨਿਮਰਤਾ ਪੈਦਾ ਹੋ ਗਈ। ਉਹਦੀ ਜਿਹੜੀ ਮਨ ਦੀ ਆ ਮੈਲ ਲੈਂਦੀ ਰਹੀ। ਜਿਉਂ ਜਿਉਂ ਉਹਦਾ ਇਸ ਪਾਸੇ ਹੋਇਆ, ਫਿਰ ਉਹਨੇ ਰੀਅਲਾਈਜ਼ ਕੀਤਾ ਕਿ ਦੇਖੋ ਕਿੰਨੀ ਵੱਡੀ ਰਮਜ਼ ਸੀਗੀ ਇਹਦੇ ਵਿੱਚ, ਕਿ ਮਹਾਰਾਜ ਨੇ ਮੇਰੇ ਦੇ ਵਿੱਚ ਨਿਮਰਤਾ ਤੇ ਹਿਊਮਿਲਿਟੀ ਕਿਵੇਂ ਪੈਦਾ ਕੀਤੀ, ਕਿਸ ਢੰਗ ਦੇ ਨਾਲ। ਕਦੇ ਸੁਣੀਏ ਜੀ ਤੁਸੀਂ ਇਸ ਤਰ੍ਹਾਂ ਦੀ ਗੱਲਬਾਤ? ਮੈਂ ਤੇ ਇਹ ਵੈਸੇ ਤੇ ਭਾਈ ਨੰਦ ਲਾਲ ਜੀ ਦੇ ਨਾਲ ਕਾਫੀ ਤਰ੍ਹਾਂ ਦੇ ਜੁੜੇ ਹੋਏ ਆ। ਮੈਂ ਇਹ ਵੀ ਪੜ੍ਹਿਆ ਸੀਗਾ ਵੀ ਭਾਈ ਨੰਦ ਲਾਲ ਜੀ ਜਦੋਂ ਪਹਿਲੀ ਵਾਰ ਹੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਏ ਆ, ਤੇ ਉਹ ਆਏ ਇਹਨਾਂ ਹਾਲਾਤਾਂ ਦੇ ਵਿੱਚ ਸੀਗੇ ਕਿ ਇਹ ਬਹਾਦਰ ਸ਼ਾਹ ਦੇ ਮੀਰ ਮੁਨਸ਼ੀ ਸੀਗੇ। ਤੇ ਕਹਿੰਦੇ ਨੇ ਕਿ ਇੱਕ ਆਇਤ ਦੇ ਅਰਥ ਬਹਾਦਰ ਸ਼ਾਹ ਕੋਲੋਂ ਪੁੱਛੇ ਉਹਨੇ, ਜਿਹਦੀ ਤਸੱਲੀ ਨਹੀਂ ਸੀ, ਉਹ ਔਰੰਗਜ਼ੇਬ ਦੀ। ਤੇ ਉਹ ਕੋਈ ਕਾਜੀ ਜਾਂ ਕੋਈ ਉਹਨਾਂ ਦਾ ਵਿਦਵਾਨ ਕੋਈ ਨਾ ਕਰ ਸਕਿਆ, ਤੇ ਬਹਾਦਰ ਸ਼ਾਹ ਨੂੰ ਬੜੀ ਪਿਆਰ ਨਾਲ, ਬੜੀ ਮਿਹਨਤ ਨਾਲ ਪੜ੍ਹਾਇਆ ਗਿਆ ਸੀਗਾ, ਤੇ ਉਹ ਵੀ ਨਾ ਕਰ ਸਕਿਆ। ਤੇ ਉਹਨੂੰ ਕਿਹਾ ਵੀ ਕੱਲ ਤੱਕ ਜੇ ਇਹਦੇ ਸਹੀ ਮੇਰੀ ਤਸੱਲੀ ਵਾਲੇ ਅਰਥ ਨਾ ਕਰਾਏ ਤੇ ਫਿਰ ਤੈਨੂੰ ਸਿਰ ਕਲਮ ਕਰ ਦਿੱਤਾ ਜਾਊਗਾ। ਬਹਾਦਰ ਸ਼ਾਹ ਘਰ ਆ ਕੇ ਤੇ ਮੰਜੇ ਤੇ ਡਿੱਗ ਗਿਆ। ਤੇ ਉਹ ਭਾਈ ਨੰਦ ਲਾਲ ਜੀ ਨੇ ਵੇਖਿਆ ਵੀ ਇਹ ਇੰਨੇ ਉਦਾਸ ਕਿਉਂ ਆ, ਤੇ ਕਹਿੰਦੇ ਵੀ ਗੱਲ ਕੀ ਹੋਈ। ਕਹਿੰਦੇ ਵੀ ਆਇਤ ਦੇ ਅਰਥ ਪੁੱਛੇ ਆ, ਤੇ ਵੀ ਉਹ ਕਿਸੇ ਕੋਲੋਂ ਵੀ ਇਹਦੀ ਤਸੱਲੀ ਨਹੀਂ ਹੋਈ, ਤੇ ਮੈਂ ਕੀ ਕਰਾਂ। ਭਾਈ ਨੰਦ ਲਾਲ ਜੀ ਨੇ ਉਹਨੂੰ ਸਮਝਾਏ। ਉਹ ਅਗਲੇ ਦਿਨ ਜਦੋਂ ਔਰੰਗਜ਼ੇਬ ਨੇ ਸੁਣਿਆ ਤੇ ਉਹਦੀ ਤਸੱਲੀ ਹੋ ਗਈ, ਤੇ ਉਹਨੇ ਫਿਰ ਕਿਹਾ ਕਿ ਮੈਨੂੰ ਤੇਰੀ ਲਿਆਕਤ ਦਾ ਪਤਾ, ਵੀ ਤੂੰ ਦੱਸ ਇਹ ਕਿੱਥੋਂ ਸਿੱਖਿਆ। ਤੇ ਉਹਨੇ ਦੱਸਿਆ ਵੀ ਭਾਈ ਨੰਦ ਲਾਲ ਜੀ ਕੋਲੋਂ। ਤੇ ਉਹ ਔਰੰਗਜ਼ੇਬ ਕਹਿੰਦਾ ਵੀ ਅਜੇ ਉਹ ਮੋਮਨ ਨਹੀਂ ਬਣਿਆ, ਅਜੇ ਉਹ ਕਾਫਰ ਹੀ ਆ, ਕਿ ਜੇ ਇੰਨਾ ਵਿਦਵਾਨ ਬੰਦਾ ਜਿਹੜਾ ਵਾ, ਉਹ ਤੇ ਚਾਹੀਦਾ ਸੀ ਇਸਲਾਮ ਚ ਆ ਗਿਆ, ਤੇ ਉਹਨੂੰ ਕੱਲ ਨੂੰ ਪੇਸ਼ ਕਰੋ। ਤੇ ਉਹਨੇ ਬਹਾਦਰ ਸ਼ਾਹ ਦੀ ਇੱਜ਼ਤ ਜ਼ਿੰਦਗੀ ਬਚਾਈ ਸੀ। ਬਹਾਦਰ ਸ਼ਾਹ ਨੇ ਫਿਰ ਆਪਣਾ ਉਹਦਾ ਇਸੇ ਕਰਕੇ ਉਹਨੂੰ ਭਜਾ ਦਿੱਤਾ ਵੀ ਤੂੰ ਦੌੜ ਜਾਏ ਇੱਥੋਂ, ਵੀ ਆਪਣੀ ਜ਼ਿੰਦਗੀ ਬਚਾ ਲੈ।
ਹਾਂਜੀ ਫਿਰ ਉਹ ਕਹਿੰਦੇ ਵੀ ਉਹਨੂੰ ਹੋਰ ਕੋਈ ਟਿਕਾਣਾ ਨਹੀਂ ਸੀ ਸੁੱਝਦਾ ਵੀ ਜਿੱਥੋਂ ਉਹ ਔਰੰਗਜ਼ੇਬ ਕੋਲੋਂ ਬਚ ਸਕੇ, ਤੇ ਇੱਕੋ ਹੀ ਦਰ ਸੀਗਾ ਉਹ ਕਲਗੀਧਰ ਪਾਤਸ਼ਾਹ ਜੀ ਦਾ। ਤੇ ਆਨੰਦਪੁਰ ਆਉਂਦਿਆਂ ਤੱਕ ਉਹਨੇ ਕਹਿੰਦੇ ਨੇ ਕਿ ਇੱਕ ਬਹੁਤ ਸਾਰੇ ਜਿਹੜੇ ਹੈਗੇ ਸੀਗੇ ਸ਼ੇਅਰ ਗਜ਼ਲਾਂ ਲਿਖ ਲੀਆਂ ਸੀਗੀਆਂ, ਤੇ ਜਿਨ੍ਹਾਂ 'ਚ ਗੁਰੂ ਸਾਹਿਬ ਦੀ ਸਿਫਤ ਸੀ, ਤੇ ਉਹ ਸੁਣਾਈ। ਤੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਇਹ ਜ਼ਿੰਦਗੀ ਨਾਮਾ ਆ, ਤੇ ਉਹ ਉਹਨਾਂ ਦੀ ਉਹ ਪੁਸਤਕ ਵੀ ਹੈਗੀ। ਮੈਂ ਇਸ ਤਰ੍ਹਾਂ ਫਿਰ ਉਹ ਸੇਵਾ ਕਰਦਿਆਂ ਕਰਦਿਆਂ ਸੇਵਾ ਦਾ ਤੇ ਗੁਰੂ ਸਾਹਿਬ ਜੀ ਨੇ ਸਾਰੇ ਹੀ ਸਿੱਖਾਂ ਨੂੰ ਦਿੱਤਾ ਆ, ਸੇਵੇ 'ਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ। ਡਾਕਟਰ ਕੁਲਵਿੰਦਰ ਸਿੰਘ ਜੀ ਨੇ ਇੱਕ ਬੜੀ ਪਿਆਰੀ ਪੰਕਤੀ ਪੜ੍ਹੀ ਸੀਗੀ, ਜਿਹੜਾ ਸੀਗਾ ਵੀ ਮਨ ਖੁੱਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਦਾ, ਖਾਰਕਾ ਪੈਂਖੜ ਤਉ ਛੁੱਟੈ ਜੋ ਉੱਪਰ ਲਾਦਾ। ਅਸੀਂ ਆਮ ਜੀਵਨ 'ਚ ਦੇਖਦੇ ਹਾਂ ਵੀ ਜਦੋਂ ਖੋਤੇ ਵਿਹਲੇ ਹੁੰਦੇ ਨੇ, ਕੰਮ ਨਹੀਂ ਹੁੰਦਾ, ਤੇ ਉਹਨਾਂ ਨੂੰ ਚਰਨ ਵਾਸਤੇ ਵੀ ਛੱਡਿਆ ਜਾਏ ਤੇ ਉਹਨਾਂ ਦੀਆਂ ਲੱਤਾਂ ਨੂੰ ਬੰਨ੍ਹ ਦਿੱਤਾ ਜਾਂਦਾ ਆ, ਜਾਂ ਭਾਵੇਂ ਉਹ ਸੰਗਲੀ ਹੋਵੇ ਤੇ ਭਾਵੇਂ ਰੱਸੇ ਨਾਲ ਬੰਨ੍ਹ ਦਿੱਤਾ ਜਾਏ, ਘੋੜਿਆਂ ਨੂੰ ਵੀ। ਉਹਦਾ ਕਾਰਨ ਇਹ ਹੁੰਦਾ ਵੀ ਇੱਕ ਤੇ ਦੌੜ ਕੇ ਦੂਰ ਨਾ ਭੱਜ ਜਾਣ, ਦੂਸਰਾ ਕਿਸੇ ਨੂੰ ਉਹ ਰਾਈਟ ਮਗਰੋਂ ਦਲੱਤਾ ਨਾ ਮਾਰੇ। ਮੈਂ ਹਾਂਜੀ ਇਹ ਥੋੜਾ ਜਿਹਾ ਤੇ ਉਹਦੇ 'ਚ ਫਿਰ ਇਹ ਆ ਵੀ ਖਾਰਕਾ ਪੈਂਖੜ ਤਉ ਛੁੱਟਾ ਜੋ ਉੱਪਰ ਲਾਦਾ। ਹੁਣ ਮਨ ਜਿਹੜਾ ਜੇ ਇਹਨੂੰ ਖੋਤੇ ਨਾਲ ਤਸਵੀਰ ਦਈਏ ਤੇ ਇਹਦੇ ਉੱਪਰ ਫਿਰ ਪੈਂਖੜੇ ਦਾ ਖੋਲਣਾ ਆ ਤੇ ਇਹਦੇ ਉੱਪਰ ਭਾਰ ਲੱਦਣਾ, ਉਹ ਭਾਰ ਇਹ ਸੇਵਾ ਦਾ ਹੀ ਆ, ਜਿਹਦੇ ਕਰਕੇ ਇਹ ਸਹੀ ਮਾਰਗ ਤੇ ਚੱਲ ਸਕਦਾ। ਹਾਂਜੀ ਹਾਂਜੀ, ਉਹ ਗੱਲ ਤੁਹਾਡੀ ਠੀਕ ਹੈ, ਪਰ ਅਗੇਨ ਗਿਆਨੀ ਜੀ ਜੀ ਜਿਹੜੀਆਂ ਇਹ ਚੀਜ਼ਾਂ ਨੇ ਅਡਲਟ ਲੈਵਲ ਦੀਆਂ ਨੇ। ਹਾਂਜੀ ਜਦੋਂ ਨਾ ਮੰਨ ਲਓ ਬੰਦੇ ਨੂੰ ਪਹਿਲਾਂ ਥੋੜੀ ਬਹੁਤੀ ਸੋਝੀ ਹੋਵੇ, ਉਹਨੂੰ ਸਮਝਾਉਣਾ ਹੋ ਸਕਦਾ, ਪਰ ਜਿਹੜੇ ਬਿਲਕੁਲ ਬੰਦੇ ਅੱਜ ਕੱਲ ਤੁਹਾਨੂੰ ਮਿਲਦੇ ਨੇ, ਉਹਨਾਂ ਦਾ ਤਾਂ ਇਸ ਪਾਸੇ ਕੋਈ ਧਿਆਨ ਹੀ ਨਹੀਂ, ਤਾਲੁਕ ਨਹੀਂ ਇਹਨਾਂ ਪਾਸੇ, ਉਹਨਾਂ ਦੀ ਕੋਈ ਗਰੋਥ ਨਹੀਂ ਹੈ। ਤੇ ਉਹਨਾਂ ਨੂੰ ਇਸ ਪਾਸੇ ਲਾਉਣਾ ਜਿਹੜਾ ਇਟਸ ਨਾਟ ਵੈਰੀ ਈਜ਼ੀ, ਉਹਨਾਂ ਨੂੰ ਇਸ ਪਾਸੇ ਵੱਲ ਖਿੱਚ ਕੇ ਲਿਆਉਣਾ, ਕਿਉਂਕਿ ਉਹਨਾਂ ਦੇ ਕੋਲ ਬੇਸਿਕ ਟੂਲ ਨਹੀਂ ਹੈ ਇਹਨਾਂ ਚੀਜ਼ਾਂ ਨੂੰ ਸਮਝਣ ਦੇ। ਤੇ ਜੇ ਅਸੀਂ ਲੌਂਗ ਟਰਮ ਪ੍ਰੋਟੈਕਸ਼ਨ ਕਰਨੀ ਹੈ ਸੋਸਾਇਟੀ ਦੀ, ਤੇ ਸਾਡੇ ਜਿਹੜੇ ਟੂਲ ਇਸੇ ਤਰ੍ਹਾਂ ਹੀ ਕ੍ਰੀਏਟ ਕਰਨੇ ਪੈਣੇ ਆ। ਜਿਵੇਂ ਅਸੀਂ ਹਿਸਾਬ ਪੜ੍ਹਾਉਂਦੇ ਹਾਂ ਬੱਚਿਆਂ ਨੂੰ, ਜਿਵੇਂ ਅਸੀਂ ਉਹਨਾਂ ਨੂੰ ਊੜਾ ਆੜਾ ਸਿਖਾਉਂਦੇ ਹਾਂ, ਬਾਕੀ ਦੀਆਂ ਚੀਜ਼ਾਂ ਸਕੂਲਾਂ ਦੇ ਵਿੱਚ ਸਿਖਾਉਂਦੇ ਹਾਂ, ਇਸੇ ਤਰ੍ਹਾਂ ਸਮਵੇਅਰ ਸਮ ਪਲੇਸ ਜੇ ਪਬਲਿਕ ਸਕੂਲ ਨਹੀਂ ਕਰ ਰਿਹਾ, ਘਰ ਦੇ ਵਿੱਚ ਕਰਨਾ ਪਊਗਾ। ਘਰ ਨਹੀਂ ਕਰਦਾ ਤਾਂ ਤੁਹਾਨੂੰ ਗੁਰਦੁਆਰਾ ਜਾਂ ਜੋ ਵੀ ਕੋਈ ਹੋਵੇ ਇਲਾਕਾ, ਉਹਦੇ ਵਿੱਚੋਂ ਸ਼ੁਰੂਆਤ ਕਰਨੀ ਜ਼ਰੂਰੀ ਹੈ। ਪਰ ਦਿਸ ਇਜ਼ ਬੀਇੰਗ ਨੈਗਲੈਕਟਡ। ਇਹਦੀ ਲੌਂਗ ਟਰਮ ਨੈਗਲੀਜੈਂਸ ਕਰਕੇ ਸਾਡੀ ਹਾਲਤ ਆ ਹੋਈ ਹੈ ਜਿਹਦੇ ਵਿੱਚ ਹੁਣ ਅਸੀਂ ਲੰਘ ਰਹੇ ਹਾਂ। ਹਾਂਜੀ ਡਾਕਟਰ ਸਾਹਿਬ, ਮੇਰੇ ਨਾ ਡਿਸਕਨੈਕਟ ਹੋ ਗਿਆ ਸੀਗਾ ਇੰਟਰਨੈਟ, ਤਾਂ ਕਰਕੇ ਮੈਂ ਗੱਲ ਉਦੋਂ ਇਹ ਕਰ ਰਿਹਾ ਸੀ ਵੀ ਇਹ ਬਿਲਕੁਲ ਆਪ ਜੀ ਦੀਆਂ ਗੱਲਾਂ ਸਹੀ ਆ। ਭਈ ਇਹ ਤੇ ਜਿਹੜਾ ਬੰਦਾ ਸਿਆਣਾ ਹੋਵੇ ਤੇ ਉਹਨੂੰ ਸਮਝਾਉਣਾ ਸੌਖਾ ਆ, ਤੇ ਅਸਲ 'ਚ ਕੋਈ ਵੀ ਅਮਲੀ ਜਿਹੜਾ ਜਾਂ ਨਸ਼ਈ ਬੰਦਾ ਆ, ਉਹ ਸਿਆਣਾ ਹੁੰਦਾ ਹੀ ਨਹੀਂ ਆ, ਤਾਂ ਹੀ ਉਹ ਇਸ ਪਾਸੇ ਪੈਂਦਾ ਆ। ਉਹ ਭਾਵੇਂ ਕਿੰਨਾ ਵੀ ਪੜ੍ਹਿਆ ਲਿਖਿਆ ਹੋਵੇ, ਜਿਹਨੂੰ ਇਹ ਨਹੀਂ ਪਤਾ। ਉਹ ਇੱਕ ਦਿਨ ਉਹ ਗੱਲ ਕੀਤੀ ਸੀ ਸ਼ਾਇਦ ਕਮਲਜੀਤ ਸਿੰਘ ਜੀ ਨੇ, ਤੇ ਅਸੀਂ ਵੀ ਸਾਰੇ ਜਾਣਦੇ ਹਾਂ ਵੀ ਸ਼ਰਾਬ ਦੀ ਬੋਤਲ ਤੇ ਵੀ ਲਿਖਿਆ ਵੀ ਇਹ ਪੀਣੀ ਸਿਹਤ ਲਈ ਹਾਨੀਕਾਰਕ ਆ। ਤੇ ਜਿਹੜਾ ਫਿਰ ਪੀਂਦਾ ਆ ਤੇ ਉਹ ਵਿਦਵਾਨ ਕਾਹਦਾ ਤੇ ਉਹ ਸਿਆਣਾ ਕਾਹਦਾ ਆ? ਉਹ ਤੇ ਨਿਆਣਿਆਂ ਤੋਂ ਵੀ ਨਿਆਣਾ ਆ। ਤੇ ਇਹ ਮੈਂ ਦੂਸਰੀ ਗੱਲ ਇਹੋ ਕਰ ਰਿਹਾ ਸੀ ਵੀ ਜਿਹੜੀ ਸਾਨੂੰ ਤੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ਾਂ ਕੀਤੀਆਂ ਨੇ, ਵੀ ਸਾਡੇ ਰੋਜ਼ ਹੀ ਜਿੱਥੇ ਸਿੱਖੀ ਆ ਨਾ ਜੀ, ਉੱਥੇ ਇਹ ਪ੍ਰੋਬਲਮ ਹੈ ਨਹੀਂ। ਸਿੱਖੀ ਦਿਖਾਵੇ ਦੀ ਨਹੀਂ, ਨਾ ਚੋਲਿਆਂ ਦੀ, ਨਾ ਕਰਮ ਕਾਂਡਾਂ ਦੀ। ਜਿੱਥੇ ਅਸਲੀ ਸਿੱਖੀ ਗੁਰੂ ਦੀ ਮੱਤ ਨੂੰ ਜਿੱਥੇ ਧਾਰਨ, ਉਹਦੇ ਬੱਚੇ ਜਿਹੜੇ ਆਟੋਮੈਟਿਕ ਹੀ ਸਹੀ ਮਾਰਗ ਤੇ ਚੱਲਦੇ ਨੇ। ਤੇ ਇੱਕ ਗੱਲ ਹੋਰ ਵੀ ਆ ਕਿ ਜਿਹੜੇ ਬਹੁਤ ਨਸ਼ਈ ਤੇ ਜਿਹੜੇ ਸਾਰਾ ਕੁਝ ਬਰਬਾਦ ਕਰ ਛੱਡਦੇ ਨੇ, ਕਰ ਦਿੰਦੇ ਨੇ, ਉਹਨਾਂ ਦੇ ਬੱਚੇ ਵੀ ਸਹੀ ਮਾਰਗ ਤੇ ਆ ਜਾਂਦੇ, ਕਿਉਂਕਿ ਉਹਨਾਂ ਦੀਆਂ ਮਾਵਾਂ ਸਾਂਭ ਲੈਂਦੀਆਂ, ਉਹਨਾਂ ਨੇ ਦੁੱਖ ਦੇਖੇ ਹੁੰਦੇ ਨੇ। ਮੇਰੇ ਰਿਸ਼ਤੇਦਾਰਾਂ ਦੇ ਵਿੱਚ ਹੀ 35 ਸਾਲਾਂ ਦਾ ਨੌਜਵਾਨ ਮਰ ਗਿਆ ਸੀਗਾ ਸ਼ਰਾਬ ਦੇ ਨਸ਼ਿਆਂ ਦੇ ਕਾਰਨ ਹੀ। ਤੇ ਉਹਦੇ ਦੋਵੇਂ ਬੱਚੇ ਜਿਹੜੇ ਉਹਦੀ ਮਾਂ ਨੇ ਫਿਰ ਸਾਂਭ ਲੈ ਕੇ, ਆ ਵੇਖ ਲਓ ਆਪਣੇ ਪਿਓ ਦੀਆਂ ਕਰਤੂਤਾਂ। ਇੱਕ ਹੋਣੀ ਮੈਂ ਥੋੜੇ ਦਿਨ ਪਹਿਲਾਂ ਹੀ ਗੁਜ਼ਰਿਆ ਇੱਕ, ਤੇ ਉਹ ਦਾਦਾ ਵੀ ਸ਼ਰਾਬ ਪੀਂਦਾ, ਪਿਓ ਵੀ ਪੀਂਦਾ। ਬੱਚੇ ਜਿਹੜੇ ਨੇ ਉਹ ਹੁਣ ਅੰਮ੍ਰਿਤ ਛਕ ਲਏ ਉਹਨਾਂ ਨੇ। ਜਿੱਥੇ ਦੋ ਹੀ ਤਰੀਕੇ, ਜਾਂ ਬੰਦਾ ਸਮਝ ਕੇ ਆ ਜਾਵੇ ਤੇ ਜਾਂ ਫਿਰ ਧੱਕੇ ਖਾ ਕੇ ਆ ਜਾਵੇ। ਤੇ ਸਮਝਾਉਣਾ ਤੇ ਹੈ, ਤੇ ਤੁਸੀਂ ਜ਼ਬਰਦਸਤੀ ਤੇ ਕੋਈ ਵੀ ਨਹੀਂ ਕਰ ਸਕਦਾ। ਸਰਕਾਰ ਨੇ ਕਾਨੂੰਨ ਬਣਾਏ ਆ, ਪਰ ਕਿੱਥੇ ਕੰਟਰੋਲ ਹੋ ਰਿਹਾ? ਇਹ ਤੇ ਇਹੋ ਹੀ ਆ ਵੀ ਸਮਝਾਉਣਾ
ਯਤਨ ਕਰਨਾ, ਪਿਆਰ ਨਾਲ ਉਹਨਾਂ ਨੂੰ ਉਦਾਹਰਨਾਂ ਦੇ ਕੇ, ਜਿਵੇਂ ਤੁਸੀਂ ਸਕੂਲ ਦੀ ਗੱਲ ਕੀਤੀ ਆ, ਸਾਡਾ ਰੋਜ਼ ਦਾ ਸਕੂਲ ਵਾ ਗੁਰੂ ਕੀ ਸੰਗਤ। ਹਾਂਜੀ ਪਰ ਗੁਰੂ ਦੀ ਸੰਗਤ ਤਾਂ ਹੈ ਜੀ ਸਕੂਲ ਟੈਕਨੀਕਲੀ ਜੀ। ਪਰ ਗੁਰੂ ਦੀ ਸੰਗਤ 'ਚ ਇਹ ਚੀਜ਼ਾਂ ਸਿੱਖੀਆਂ ਨਹੀਂ ਜਾਂਦੀਆਂ। ਮੇਰਾ ਆਪਣਾ ਜਿਹੜਾ ਪਰਸਨਲ ਐਕਸਪੀਰੀਅੰਸ ਆ, ਛੋਟੀ ਉਮਰ ਤੋਂ ਮੈਂ ਗੁਰਦੁਆਰੇ ਜਾਂਦਾ ਰਿਹਾ, ਉਹ ਤਾਂ ਕੁਝ ਨਹੀਂ ਸਿੱਖਿਆ ਗੁਰਦੁਆਰੇ। ਹਾਂਜੀ ਹਾਂਜੀ, ਜਿਹੜਾ ਕੀਰਤਨ ਵੀ ਕਰਦੇ ਸੀ ਜਾਂ ਜੇ ਕੋਈ ਹੋਰ ਵੀ ਚੀਜ਼ਾਂ ਸਮਝ ਨਹੀਂ ਲੱਗਦੀ ਸੀ, ਜੇ ਈਵਨ ਕਿਤੇ ਕਵਿਤਾ ਪੜ੍ਹਨ ਨੂੰ ਦਿਲ ਕਰਦਾ ਸੀਗਾ ਵੀ ਮਹਾਰਾਜ ਦਾ ਜਨਮ ਦਿਨ ਆ ਚਲੋ ਪੜ੍ਹ ਲਈਏ, ਉਹ ਤੁਹਾਨੂੰ ਸਮਾਂ ਹੀ ਨਹੀਂ ਦਿੰਦੇ ਸੀ। ਕਹਿੰਦੇ ਸੀ ਨਹੀਂ ਕੋਈ ਨਹੀਂ, ਬਾਹਰੋਂ ਆਏ ਆ ਬੰਦੇ, ਉਹਨਾਂ ਨੂੰ ਬੋਲਣ ਦੇ, ਉਹਨਾਂ ਨੂੰ ਬੰਦੇ। ਅਗਲੇ ਦਿਨ ਸਕੂਲ ਵੀ ਜਾਣਾ ਹੁੰਦਾ ਸੀਗਾ, ਉਵੇਂ ਹੀ ਉਦਾਸ ਹੋ ਕੇ ਘਰੇ ਆ ਜਾਈਦਾ ਸੀਗਾ ਕਿ ਬਈ ਮੌਕਾ ਹੀ ਨਹੀਂ ਲੱਗਿਆ। ਹਾਂਜੀ, ਉਹਦਾ ਡਾਕਟਰ ਸਾਹਿਬ ਜੀ ਕਾਰਨ ਇਹ ਆ ਕਿ ਗੁਰਦੁਆਰਿਆਂ ਦਾ ਜਿਹੜਾ ਰੂਪ ਸਰੂਪ ਆ, ਜਾਂ ਜਿਹੜੇ ਗੁਰਮਤ ਦਾ ਭਗਤੀ ਦਾ ਉਹਦਾ ਰੂਪ ਬਦਲ ਗਿਆ। ਜਿਹੜਾ ਗੁਰੂ ਸਾਹਿਬ ਜੀ ਨੇ ਸਾਨੂੰ ਦਿੱਤਾ ਸੀ ਨਾ, ਉਹ ਹੈਗਾ ਸੀਗਾ ਵੀ ਸਾਡਾ ਜਿਹੜਾ ਪ੍ਰੈਕਟੀਕਲ ਜੀਵਨ ਜਿਹੜਾ ਉਹਦੇ 'ਚ ਚੇਂਜ ਆਵੇ। ਵੀ ਧਰਮ ਜਿਹੜਾ ਆ ਉਹ ਤਾਂ ਹੀ ਧਰਮੀ ਆ ਬੰਦਾ ਜੇ ਉਹਦੇ ਜੀਵਨ ਦੇ ਵਿੱਚ ਤਬਦੀਲੀ ਆਉਂਦੀ ਆ। ਜੇ ਵਾਹਿਗੁਰੂ ਵਾਹਿਗੁਰੂ ਕਹਿੰਦਾ ਤੇ ਵਾਹਿਗੁਰੂ ਜੀ ਨੂੰ ਸਾਰੇ ਥਾਵਾਂ ਤੇ ਵਿਆਪਕ ਦੇਖੇ, ਉਹਦੀ ਜੋਤ ਸਭ ਮੈਂ ਜੋਤ ਜੋਤ ਹੈ ਸੋਏ। ਹੋ ਕੀ ਗਿਆ ਹੁਣ, ਇਹ ਹੋ ਗਿਆ ਵੀ ਜਿਹੜੇ ਗੁਰਦੁਆਰਿਆਂ ਦੇ ਵਿੱਚ ਮਾਫ ਕਰਨਾ, ਮੈਂ ਖੁਦ ਗੁਰਦੁਆਰੇ 'ਚ ਹੀ ਸੇਵਾ ਕੀਤੀ ਆ, ਤੇ ਵੀ ਜੇ ਇੱਕ ਗੱਲ ਬੜੀ ਪ੍ਰਚਲਿਤ ਹੋਈ ਪਿੱਛੇ ਜੇ ਚੱਲਦੀ ਰਹੀ ਕਿ ਜਿਹੜਾ ਪ੍ਰਬੰਧਕ ਆ ਉਹ ਵੇਖਦੇ ਗੋਲਕ 'ਚ ਕਿੰਨੇ ਪੈਸੇ ਆਏ, ਜਿਹੜਾ ਪ੍ਰਚਾਰਕ ਆ ਜਾਂ ਕਥਾਵਾਚਕ ਆ ਜਾਂ ਰਾਗੀ ਆ ਉਹ ਵੇਖਦਾ ਮੇਰੇ ਵਾਜੇ ਤੇ ਜਾਂ ਮੇਰੇ ਕੋਲ ਮੈਨੂੰ ਕਿੰਨੇ ਪੈਸੇ ਆਏ। ਸੰਗਤ ਦੇਖਦੀ ਆ ਕਿ ਲੰਗਰ 'ਚ ਕੀ ਬਣਿਆ। ਤੇ ਜਦੋਂ ਇਹਨੇ ਤੇ ਇੰਨਾ ਕੀ ਰਹਿ ਜਾਏ ਕੰਮ, ਅਸਲ ਦੇ ਵਿੱਚ ਤੇ ਇਹ ਸਕੂਲ ਹੀ ਆ। ਇੱਥੇ ਪਿਆਰ ਦੇ ਨਾਲ ਬੱਚਿਆਂ ਨੂੰ ਜਾਂ ਕਲਾਸਾਂ ਲੱਗਣ, ਉਹਨਾਂ ਨੂੰ ਸਮਝਾਇਆ ਜਾਏ, ਵੱਡਿਆਂ ਦੇ ਪ੍ਰੋਗਰਾਮ ਹੋਣ, ਬੈਠਿਆ ਜਾਏ, ਵਿਚਾਰ ਵਟਾਂਦਰਾ ਕੀਤਾ ਜਾਏ ਕਿ ਭਾਈ ਤੁਹਾਡੀ ਜ਼ਿੰਦਗੀ 50 ਸਾਲ ਹੋ ਗਏ, 60 ਸਾਲ ਹੋ ਗਏ, 20 ਸਾਲ ਜਿੰਨਾ ਵੀ ਆ, ਗੁਰਦੁਆਰੇ ਵੀ ਆ ਰਹੇ ਹੋ ਤੇ ਕੰਮ ਉੱਥੇ ਦਾ ਉੱਥੇ। ਇਹ ਤੇ ਉਹ ਗੱਲ ਹੋ ਜਾਂਦੀ ਆ ਜਿਵੇਂ ਕਹਿੰਦੇ ਬੇੜੀ ਦੇ ਵਿੱਚ ਬੈਠੇ ਬੰਦੇ ਸਾਰੀ ਰਾਤ ਚੱਪੂ ਮਾਰਦੇ ਰਹੇ ਤੇ ਸਵੇਰੇ ਉੱਠੇ ਤੇ ਬੇੜੀ ਉੱਥੇ ਦੀ ਉੱਥੇ। ਤੇ ਵੇਖਿਆ ਵੀ ਕਾਰਨ ਕੀ, ਵੀ ਉਹ ਜਿਹੜਾ ਰੱਸਾ ਬੱਧਾ ਸੀਗਾ ਉਹ ਨਹੀਂ ਖੋਲਿਆ ਨਹੀਂ। ਰਾਈਟ, ਥੈਂਕ ਯੂ ਜੀ ਗਿਆਨੀ। ਤਾਂ ਆਪਣੇ ਡਾਕਟਰ ਸਾਹਿਬ ਤੁਹਾਡਾ ਕੀ ਵਿਚਾਰ ਹੈ ਇਸ ਪਾਸੇ? ਤੁਸੀਂ ਆਪਣੇ ਬੱਚਿਆਂ ਨਾਲ ਕਿਵੇਂ ਸ਼ੁਰੂਆਤ ਕੀਤੀ, ਕਿਵੇਂ ਉਹਨਾਂ ਨੂੰ ਸਿੱਖਿਆ ਦਿੱਤੀ ਤਾਂ ਕਿ ਇਸ ਪਾਸੇ ਲੱਗੇ ਰਹਿਣ? ਹਾਂਜੀ ਹਾਂਜੀ ਸਰ ਛੋਟਾ ਬੱਚਾ ਜਿਹੜਾ ਹੈ ਉਹ ਖਾਲੀ ਮਾਈਂਡ ਹੁੰਦਾ, ਜਿੱਧਰ ਲਾ ਦਾਂਗੇ। ਪਹਿਲੀ ਗੱਲ ਤੇ ਇਹ ਕਿ ਜਦੋਂ ਉਹਨਾਂ ਦੇ ਸਕੂਲ ਦੀ ਚੁਆਇਸ ਕਰਨੀ ਸੀ ਤੇ ਮੈਂ ਤੇ ਮਿਸਿਸ ਸਾਰਿਆਂ ਨੇ ਇਹ ਵਿਚਾਰ ਕੀਤਾ ਕਿ ਜਿਹੜੇ ਸਕੂਲ ਦੇ ਵਿੱਚ ਧਾਰਮਿਕ ਐਜੂਕੇਸ਼ਨ ਹੈਗੀ ਸੀ, ਸਾਡੇ ਇੱਥੇ ਹਰਕ੍ਰਿਸ਼ਨ ਪਬਲਿਕ ਸਕੂਲ ਹੈ, ਮੇਰੇ ਬੱਚੇ ਉੱਥੇ ਪੜ੍ਹੇ ਨੇ ਉਹਦੀ ਮੇਨ ਬ੍ਰਾਂਚ ਵਿੱਚ। ਸੋ ਉੱਥੇ ਜਿਹੜੀਆਂ ਬੱਚੇ ਨੂੰ ਨਾਲ ਕੁਝ ਧਾਰਮਿਕ ਟੱਚ ਵੀ ਦਿੱਤੀ ਜਾਂਦੀ ਹੈ। ਧਾਰਮਿਕ ਸਕੂਲ ਕੀਰਤਨ ਦੀ ਸਿਖਲਾਈ ਕੀਤੀ ਜਾਂਦੀ ਹੈ, ਬਾਕੀ ਚੀਜ਼ਾਂ ਦਾ ਥੋੜਾ ਜਿਹਾ ਅਸਰ ਹੈ ਉੱਥੇ ਕਹਿ ਲਓ। ਇਸੇ ਤਰ੍ਹਾਂ ਜਿੱਦਾਂ ਅਸੀਂ ਛੋਟੇ ਸਾਂ ਤੇ ਅਸੀਂ ਪੜ੍ਹਦੇ ਰਹੇ ਹਾਂ ਧਾਰਮਿਕ ਸਕੂਲਾਂ ਦੇ ਵਿੱਚ, ਜਿਨ੍ਹਾਂ ਦੇ ਵਿੱਚ ਸਾਨੂੰ ਜਪਜੀ ਸਾਹਿਬ, ਰਹਿਰਾਸ ਸਾਹਿਬ, ਸ਼ਬਦ ਹਜ਼ਾਰੇ, ਨਿਤਨੇਮ ਦੀਆਂ ਬਾਣੀਆਂ ਪਹਿਲਾਂ ਯਾਦ ਕਰਾ ਦਿੱਤੀਆਂ ਜਾਂਦੀਆਂ ਸੀ। ਉਹ ਬਾਣੀ ਯਾਦ ਹੋਣ ਦਾ ਕੀ ਫਾਇਦਾ ਸੀ? ਮੈਂ ਆਪਣੇ ਆਪ ਤੇ ਮਹਿਸੂਸ ਕਰਦਾ ਕਿ ਜਦੋਂ ਅਸੀਂ ਛੋਟੇ ਹੁੰਦੇ ਵੀ ਗੁਰਦੁਆਰਾ ਸਾਹਿਬ ਜਾਂਦੇ ਸਾਂ ਨਾ, ਭਾਵੇਂ ਸਾਨੂੰ ਕੋਈ ਲਗਨ ਨਹੀਂ ਸੀ ਹੁੰਦੀ, ਬੱਚਾ ਹੁੰਦਾ, ਬੱਚੇ ਨੂੰ ਲਗਨ ਕੀ, ਬੱਚੇ ਵਾਸਤੇ ਗੁਰਦੁਆਰਾ ਸਾਹਿਬ ਜਾਣਾ, ਮੱਥਾ ਟੇਕਿਆ, ਬੈਠੇ ਕੀਰਤਨ ਸੁਣਿਆ, ਉਹਨੂੰ ਸਮਝਦਾ ਕੋਈ ਲੱਗਣੀ ਨਹੀਂ, ਪ੍ਰਸ਼ਾਦ ਛਕਿਆ ਤੇ ਆ ਗਏ। ਲੇਕਿਨ ਫਿਰ ਵੀ ਜਦੋਂ ਉੱਥੇ ਨਿਤਨੇਮ ਹੋਣਾ ਜਾਂ ਕੋਈ ਸ਼ਬਦ ਸਾਨੂੰ ਯਾਦ ਹੋਣਾ ਤਾਂ ਸਾਨੂੰ ਬੜਾ ਵਧੀਆ ਲੱਗਣਾ ਕਿ ਇਹ ਜੋ ਭਾਈ ਸਾਹਿਬ ਸ਼ਬਦ ਪੜ੍ਹਦੇ ਪਏ ਨੇ ਸਾਨੂੰ ਆਉਂਦਾ। ਇਹ ਨਿੱਕੀਆਂ ਨਿੱਕੀਆਂ ਗੱਲਾਂ ਨਾਲ ਬੰਦਾ ਗੁਰਦੁਆਰਾ ਸਾਹਿਬ ਨਾਲ ਜੁੜ ਜਾਂਦਾ। ਤੇ ਬੱਚਿਆਂ ਨੂੰ ਨਾਲ ਦੇ ਨਾਲ ਅਸੀਂ ਕੀ ਕਰਦੇ ਰਹੇ ਹਾਂ ਕਿ ਛੋਟੇ ਹੁੰਦਿਆਂ ਬੱਚਿਆਂ ਨੂੰ ਜਦੋਂ ਉਹਨਾਂ ਦਾ ਫ੍ਰੀ ਟਾਈਮ ਹੁੰਦਾ ਸੀ, ਸੈਟਰਡੇ ਹਾਫ ਡੇ ਹੁੰਦਾ ਸੀ, ਤੇ ਇੱਕ ਸਾਡੇ ਲਾਗੇ ਇੱਕ ਸੰਸਥਾ ਹੈਗੀ ਸੀ, ਕਿਲ੍ਹਾ ਭੰਗੀਆਂ ਗੁਰਦੁਆਰਾ ਸਾਹਿਬ ਦੀ ਸੰਸਥਾ ਸੀ। ਉੱਥੇ ਉਹ ਬੱਚਿਆਂ ਨੂੰ ਸਪੈਸ਼ਲ ਬਾਣੀ ਦੀ ਸਿਖਲਾਈ ਕਰਦੇ ਸੀ, ਉਹਨਾਂ ਨੂੰ ਵਨ ਸੇਵਿਕ ਉੱਥੇ ਭੇਜ ਦਿੰਦੇ ਸੀ। ਪਲੱਸ ਬੱਚਿਆਂ, ਹਾਂਜੀ, ਜਦੋਂ ਬੱਚੇ ਛੋਟੇ ਹੀ ਸਨ, 5ਵੀਂ 6ਵੀਂ ਕਲਾਸ ਦੇ ਵਿੱਚ ਇਹਨਾਂ ਨੂੰ ਨਾਲ ਦੇ ਨਾਲ ਕੀਰਤਨ ਦੀ ਸਿਖਲਾਈ ਸ਼ੁਰੂ ਕਰਾ ਦਿੱਤੀ ਤੇ ਇਹਨਾਂ ਛੋਟੇ ਹੁੰਦੇ ਕੀਰਤਨ ਸਿਖਲਾਈ ਸ਼ੁਰੂ ਕਰ ਦਿੱਤੀ। ਉਹਦੇ ਨਾਲ ਇਹ ਫਾਇਦਾ ਹੋ ਜਾਂਦਾ ਹੈ ਕਿ ਬੱਚਾ ਕਿਸੇ ਨਾ ਕਿਸੇ ਤਰੀਕੇ ਧਾਰਮਿਕ ਸਰਕਲ 'ਚ ਜੁੜਿਆ ਰਹਿੰਦਾ ਹੈ। ਸੰਗਤ ਨਾਲ ਜੋੜ ਦਾਂਗੇ ਤੇ ਸੰਗਤ ਦੀ ਰੰਗਤ ਬੱਚੇ ਨੂੰ ਲੱਗ ਜਾਂਦੀ ਹੈ ਈਜ਼ੀਲੀ। ਬਾਰੀ ਬਾੜੀ ਸੰਗਤ ਤੋਂ ਬਚਾਉਣ ਦਾ ਇੱਕੋ ਤਰੀਕਾ ਹੈ ਕਿ ਚੰਗੀ ਸੰਗਤ ਨਾਲ ਬੱਚਾ ਜੁੜ ਜਾਵੇ, ਤੇ ਚੰਗੀ ਸੰਗਤ ਜਿੱਥੇ ਵੀ ਮਿਲ ਸਕੇ ਉਹ ਕੋਸ਼ਿਸ਼ ਹੁੰਦੀ ਹੈ।
ਤੇ ਸੋ ਨਸ਼ਿਆਂ ਦੀ ਹਾਂਜੀ ਪ੍ਰੀਵੈਂਸ਼ਨ ਦੇ ਲਈ ਹਾਂਜੀ ਜ਼ਰੂਰੀ ਸਰ ਹੈ ਕਿ ਵੀ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਸਾਡੇ ਇਹਨਾਂ ਦਾ ਸਿਲਸਿਲਾ ਆਰੰਭਿਆ ਜਾਵੇ, ਜੇ ਨਹੀਂ ਹੈ, ਜੇ ਹੈ ਹਾਂਜੀ ਤਾਂ ਉਸ ਪਾਸੇ ਨਾਲ ਜੁੜਿਆ ਜਾਵੇ, ਤਾਂ ਕਿ ਹਾਂਜੀ ਫੇਰ ਇਹ ਜਿਹੇ ਨਸ਼ੇ ਹੋਏ ਤੇ ਹੋਰ ਜਿਹੜੀਆਂ ਬਿਮਾਰੀਆਂ ਨੇ, ਸੋਸ਼ਲ ਕੁਰੀਤੀਆਂ ਜਿਹਨੂੰ ਅਸੀਂ ਕਹਿੰਦੇ ਡੋਮੈਸਟਿਕ ਅਬਿਊਜ਼, ਸੋਸ਼ਲ ਹਾਂਜੀ ਅਬਿਊਜ਼, ਹਾਂਜੀ ਪੀਟੀਸਾਈਡ ਹੈ ਜੀ, ਤੇ ਹੋਰ ਐਬੋਰਸ਼ਨ ਕੀ ਪਰੇ ਤੋਂ ਪਰੀਆਂ ਜਿਹੜੀਆਂ ਸਾਡੀ ਸੋਸ਼ਲ ਬਿਮਾਰੀਆਂ ਨੇ, ਉਹ ਤਾਂ ਹੀ ਦੂਰ ਹਾਂਜੀ ਹੋ ਸਕਣਗੀਆਂ ਜੇ ਪਹਿਲਾਂ ਤੋਂ ਹੀ ਇਹਨਾਂ ਨੂੰ ਗੁੜਤੀ ਜਿਹੜੀ ਹੈ ਗੁਰਮਤਿ ਦੀ ਦਿੱਤੀ ਜਾਊਗੀ। ਬਿਲਕੁਲ ਕੀ ਖਿਆਲ ਗਿਆਨੀ ਜੀ? ਬਿਲਕੁਲ ਡਾਕਟਰ ਸਾਹਿਬ ਜੀ, ਤੁਸੀਂ ਜੋ ਕਿਹਾ ਇਹ ਹੈਗਾ ਵੀ ਸਭ ਤੋਂ ਚੰਗਾ ਤੇ ਸੌਖਾ ਤਰੀਕਾ ਇਹੋ ਹੀ ਆ ਵੀ ਬੱਚਿਆਂ ਨੂੰ ਸਾਂਭ ਲਿਆ ਜਾਏ। ਤੇ ਮੈਂ ਉਹ ਡਾਕਟਰ ਜਿਹੜੇ ਆਪਣੇ ਜਿਨ੍ਹਾਂ ਨੇ ਡਾਕਟਰ ਰਵਿੰਦਰਨਾਥ ਟੈਗੋਰ, ਹਾਂਜੀ ਉਹਨਾਂ ਦਾ ਪੜ੍ਹਿਆ ਸੀਗਾ, ਸਕੂਲ ਦੇ ਵਿੱਚ ਪੜ੍ਹਿਆ ਸੀਗਾ ਵੀ ਉਹਨਾਂ ਨੇ ਲਿਖਿਆ ਸੀ ਵੀ ਸਭ ਤੋਂ ਖਤਰਨਾਕ ਉਮਰ ਜਿਹੜੀ 14 ਸਾਲ ਤੋਂ 19 ਸਾਲ ਦੀ ਆ। ਹਾਂਜੀ ਉਹਦਾ ਕਾਰਨ ਇਹ ਇਸ ਉਮਰ ਦੇ ਵਿੱਚ ਜਿੱਧਰ ਦੀ ਲੱਗ ਜੂਗੀ ਬੰਦੇ ਨੂੰ ਸੰਗਤ ਜਿਹੋ ਜੀ ਮਿਲ ਜੂ, ਉਹ ਫਿਰ ਟੌਪ ਤੇ ਹੀ ਜਾਊਗਾ। ਜੇ ਇਸ ਉਮਰ 'ਚ ਨਸ਼ੇ ਕਰਨ ਲੱਗ ਪਿਆ, ਵਿਕਾਰਾਂ 'ਚ ਫਸ ਗਿਆ, ਚੰਗੇ ਪਾਸੇ ਲੱਗ ਗਿਆ, ਤੇ ਉਹ ਹੈਗਾ। ਤੇ ਅੱਜ ਕੱਲ੍ਹ ਇਹ 14 ਸਾਲ ਤੋਂ ਮੇਰੇ ਖਿਆਲ 'ਚ 10 ਸਾਲ ਤੇ ਆ ਗਈ ਗੱਲ। ਹਾਂਜੀ ਜਿਹੜੀ ਤੁਸੀਂ ਗੱਲ ਕਹੀ ਵੀ ਨਿੱਕੇ ਨਿੱਕੇ ਬੱਚਿਆਂ ਨੂੰ, ਮੈਂ ਆਪ ਦੇਖਿਆ ਜਿਹੜੇ ਪਿੰਡ ਮੈਂ ਰਹਿੰਦਾ ਰਿਹਾ ਆਨੰਦਪੁਰ ਦੇ ਕੋਲ, ਤੇ ਮੈਨੂੰ ਤੇ ਸਮਝ ਨਹੀਂ ਬੱਚਿਆਂ ਦਾ ਪਤਾ, ਤੇ ਮੇਰਾ ਬੇਟਾ ਦੱਸਦਾ ਸੀ ਵੀ 8-8 ਸਾਲਾਂ ਦੇ ਬੱਚੇ ਜਿਹੜੇ ਉਹ ਵੀ ਨਸ਼ੇ ਕਰਦੇ ਨੇ, ਕਿਉਂਕਿ ਨਸ਼ੇ ਲਾਉਣ ਵਾਲੇ ਜਿਹੜੇ ਆ ਉਹ ਜ਼ਿਆਦਾ ਆ, ਹਟਾਉਣ ਵਾਲੇ ਘਰਾਂ ਦੇ ਵਿੱਚ ਜਿਹੜਾ ਮਾਂ ਪਿਓ ਜਿਹੜੇ ਇਸ ਗੱਲੋਂ ਸਾਵਧਾਨ ਨਹੀਂ ਕਿ ਅਸੀਂ ਆਪਣੇ ਬੱਚਿਆਂ ਨੂੰ ਸਾਂਭਣਾ, ਆਪਣੀਆਂ ਮਸਤੀਆਂ ਦੇ ਵਿੱਚ ਹੈਗੇ ਆ। ਕਈ ਤੇ ਇਹੋ ਜਿਹੇ ਵੀ ਬੇਵਕੂਫੀਆਂ ਕਰਦੇ ਨੇ ਕਿ ਸ਼ਰਾਬ ਪੀਣ ਲੱਗੇ ਨਿੱਕੇ ਜਿਹੇ ਬੱਚੇ ਨੂੰ, ਜਿਹਨੂੰ ਅਜੇ ਹੋਸ਼ ਵੀ ਨਹੀਂ ਨਸ਼ੇ ਦੀ, ਉਹਨੂੰ ਵੀ ਦੇ ਦਿੰਦੇ ਨੇ। ਤੇ ਇਸ ਕਰਕੇ ਉਹਨਾਂ ਨੂੰ ਬਚਾਉਣਾ, ਉਹਨਾਂ ਦੀਆਂ ਕਲਾਸਾਂ ਗੁਰਦੁਆਰਿਆਂ 'ਚ ਇਹ ਇੰਤਜ਼ਾਮ ਹੋਣਾ ਚਾਹੀਦਾ ਕਿ ਬੱਚਿਆਂ ਵਾਸਤੇ ਸਪੈਸ਼ਲ ਪ੍ਰੋਗਰਾਮ ਭਾਵੇਂ ਰੱਖੇ ਜਾਣ। ਜਿਵੇਂ ਆਪ ਜੀ ਨੇ ਕਿਹਾ ਸੀਗਾ ਵੀ ਕਵਿਤਾ ਪੜ੍ਹਨ ਨੂੰ ਵੀ ਟਾਈਮ ਨਹੀਂ ਦਿੱਤਾ ਜਾਂਦਾ, ਇੱਕ ਬਹੁਤ ਚੰਗਾ ਤਰੀਕਾ ਬੱਚਿਆਂ ਕੋਲ ਨਿੱਕੇ ਨਿੱਕੇ ਲੈਕਚਰ, ਨਿੱਕੀਆਂ ਨਿੱਕੀਆਂ ਕਵਿਤਾਵਾਂ, ਕਹਾਣੀਆਂ, ਸਾਖੀਆਂ ਜਿਹੜੀਆਂ ਉਹਨਾਂ ਦਾ ਸਪੈਸ਼ਲ ਹਫ਼ਤੇ 'ਚ ਇੱਕ ਪ੍ਰੋਗਰਾਮ ਹੋਏ, ਬੱਚੇ ਚਾਅ ਨਾਲ ਜਾਂਦੇ ਨੇ। ਮੈਨੂੰ ਚੰਗੀ ਤਰ੍ਹਾਂ ਯਾਦ ਆ ਕਿ ਆਪਾਂ ਨੂੰ ਇੱਕ ਤੇ ਮਾਂ-ਬਾਪ ਤੋਂ ਬਹੁਤ ਸਿੱਖਿਆ ਮਿਲੀ। ਹਾਂਜੀ ਦੂਸਰਾ, ਗੁਰਦੁਆਰੇ ਸਾਡੇ ਪਿੰਡ ਦੇ ਵਿੱਚ ਜਿਹੜਾ ਅਸਲੀ ਗੁਰਦੁਆਰੇ ਦਾ ਮਕਸਦ ਆ, ਉਹ ਸਾਡੇ ਪਿੰਡ ਬਚਪਨ 'ਚ ਸੀ, ਅੱਜ ਨੀ ਗਾ। ਉਹ ਇਹ ਸੀਗਾ ਕਿ ਜਦੋਂ ਗ੍ਰੰਥੀ ਰੱਖ ਲਿਆ ਤੇ ਸਾਰੇ ਮੁਕਤ ਹੋ ਗਏ ਕਿ ਹੁਣ ਗ੍ਰੰਥੀ ਪਾਠ ਕਰੇ, ਗ੍ਰੰਥੀ ਸੇਵਾ ਕਰੇ, ਗ੍ਰੰਥੀ ਆ ਕਰੇ, ਉਹ ਕਰੇ ਤੇ ਅਰਦਾਸ ਕਰੇ। ਆਪਾਂ ਰਹਿ ਗਏ ਇਹਨਾਂ ਤੋਂ ਖਾਲੀ। ਸਾਡੇ ਪਿੰਡ ਗ੍ਰੰਥੀ ਨਹੀਂ ਸੀ ਹੁੰਦਾ। ਪਹਿਲੋਂ ਮੇਰੇ ਬਾਬਾ ਜੀ ਸੀਗੇ, ਉਹਨਾਂ ਨੇ ਸਾਰੀ ਜ਼ਿੰਦਗੀ ਫ੍ਰੀ ਸੇਵਾ ਕੀਤੀ, ਉਹ ਬਜ਼ੁਰਗ ਹੋ ਗਏ। ਫਿਰ ਉਹਨਾਂ ਨੇ ਬੱਚਿਆਂ ਨੂੰ ਲਿਆਉਣਾ, ਮੈਨੂੰ ਵੀ ਰਹਿ ਰਾਸ ਦਾ ਪਾਠ ਕਰ ਦਿਓ, ਸਵੇਰੇ ਮੈਨੂੰ ਜਗਾ ਕੇ ਨਾਲ ਲੈ ਜਾਣਾ, ਨਿਤਨੇਮ ਕਰਾਉਣਾ। ਉੱਥੇ ਉਹਨਾਂ ਨੇ ਸਾਖੀਆਂ ਮੈਨੂੰ ਕਈ ਯਾਦ ਨੇ ਉਹਨਾਂ ਦੀਆਂ ਸੁਣੀਆਂ ਹੋਈਆਂ। ਫਿਰ ਜਦੋਂ ਉਹ ਗੁਜ਼ਰ ਗਏ, ਫਿਰ ਅਸੀਂ ਨੌਜਵਾਨ ਵੀ ਕੀ, ਮੇਰੀ ਉਮਰ, ਮੈਂ ਉਦੋਂ 6ਵੀਂ ਕਲਾਸ 'ਚ ਪੜ੍ਹਦਾ ਸੀਗਾ, ਤੇ ਉਦੋਂ ਤੋਂ ਲੈ ਕੇ ਗੁਰਦੁਆਰੇ ਨਿਤਨੇਮ ਕਰਨ ਜਾਣਾ ਚਾਅ ਦੇ ਨਾਲ। ਸਵੇਰੇ ਸਵਖਤੇ ਉੱਠ ਕੇ ਸਾਰਿਆਂ ਨੇ, ਸ਼ਾਮ ਨੂੰ ਰਹਿ ਰਾਸ ਦੇ ਵੇਲੇ ਵਾਰੀ ਨਹੀਂ ਸੀ ਆਉਂਦੀ ਹੁੰਦੀ ਮੈਂ ਕਰਨਾ। ਉਹ ਗੱਲਾਂ ਜਿਹੜੀਆਂ, ਹਾਂਜੀ, ਉਹ ਜਿਹੜਾ ਸੰਗਤੀ ਸੀਗਾ ਸਾਰਾ ਕੁਛ, ਉਹਨੂੰ ਹੁਣ ਕਿਵੇਂ ਸੁਰਜੀਤ ਕੀਤਾ ਜਾਵੇ? ਕਿਉਂਕਿ ਹੁਣ ਜਿਹੜੀ ਇਹ ਗੱਲ ਜਿਹੜੀ ਤੁਸੀਂ ਗੱਲ ਕੀਤੀ ਹੈ ਬੜੀ ਸ਼ਾਨਦਾਰ ਹੈ, ਪਰ ਹੁਣ ਉਹ ਹੈ ਨਹੀਂ ਇਸ ਵੇਲੇ ਪ੍ਰੈਜ਼ੈਂਟ। ਹਾਂਜੀ, ਤੇ ਨਾ ਗੁਰਦੁਆਰੇ 'ਚ ਕਰਨਾ ਚਾਹੁੰਦੇ ਆ, ਨਾ ਜੀ, ਗੁਰਦੁਆਰਿਆਂ ਦੀਆਂ ਕਮੇਟੀਆਂ ਕਰਨੀਆਂ ਚਾਹੁੰਦੀਆਂ ਨੇ। ਉਹ ਤਾਂ ਕਹਿੰਦੇ ਆ ਕਿ ਬਈ ਜਿੰਨੇ ਦੂਰ ਰਹਿਣ ਲੋਕ ਇਹਨਾਂ ਚੀਜ਼ਾਂ ਤੋਂ, ਉਨਾ ਹੀ ਉਹਨਾਂ ਦੀ ਜਿਹੜੀ ਪਾਵਰ ਬਹਾਲ ਹੈ, ਉਨਾ ਹੀ ਉਹਨਾਂ ਦੇ ਹੱਥ ਵਿੱਚ ਪੈਸੇ ਨੇ। ਪਰ ਸਾਨੂੰ ਕੀ ਇੰਤਜ਼ਾਮ ਕਰਨਾ ਚਾਹੀਦਾ ਐਜ਼ ਆਰਡੀਨਰੀ ਫੋਕਸ, ਕਿਵੇਂ ਮੁੜ ਕੇ ਅਸੀਂ ਜਿਹੜਾ ਸਾਡਾ ਸਮਾਜ ਸੁਧਾਰ ਹੋ ਸਕੇ? ਉਹਦੇ ਵਾਸਤੇ, ਹਾਂਜੀ, ਉਹਦੇ ਵਾਸਤੇ ਤੇ ਇਹੋ ਹੀ ਆ ਕਿ ਜਿਹੜੇ ਸੁਣਦੇ ਆ, ਸਮਝਦੇ ਆ, ਵੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਨਸ਼ੇ ਸਾਨੂੰ ਕਿੰਨੇ ਪਾਸਿਆਂ ਤੋਂ, ਸਾਰੇ ਹੀ ਜ਼ਿੰਦਗੀ ਦੇ ਜਿਹੜੇ ਹਿੱਸੇ ਨੇ, ਭਾਵੇਂ ਆਰਥਿਕ ਆ, ਭਾਵੇਂ ਸਰੀਰਕ ਆ, ਸਮਾਜਿਕ ਆ, ਸਾਨੂੰ ਤਬਾਹ ਕਰ ਦਿੰਦੇ ਨੇ। ਵੀ ਇਹਨਾਂ ਤੋਂ ਬਚਣ ਵਾਸਤੇ ਜਿਹੜਾ ਹੋ ਗਏ, ਜਿਹੜੇ ਚਲੇ ਗਏ ਜਾਂ ਫਸ ਗਏ, ਉਹਨਾਂ ਦਾ ਨਹੀਂ, ਜਿਹੜੇ ਬਚੇ ਹੋਏ ਆ, ਖਾਸ ਕਰਕੇ ਛੋਟੇ ਬੱਚੇ, ਉਹਨਾਂ 'ਚ ਜਾਗਰਤੀ ਲਿਆਂਦੀ ਜਾਏ, ਉਹਨਾਂ ਨੂੰ ਚੰਗੇ ਪਾਸੇ ਜੋੜਿਆ ਜਾਏ, ਉਹਨਾਂ ਨੂੰ ਵੱਡਿਆਂ ਸੂਰਬੀਰਾਂ ਦੀਆਂ, ਸੰਤਾਂ ਭਗਤਾਂ ਦੀਆਂ ਸਾਖੀਆਂ ਸੁਣਾਈਆਂ
ਜਾਣ। ਬਾਕੀ ਡਾਕਟਰ ਸਾਹਿਬ ਜੀ ਕੋਲੋਂ ਆਪ ਜੀ ਸੋ। ਤੁਸੀਂ ਦੱਸੋ। ਥੈਂਕ ਯੂ ਜੀ। ਸੁਖਵਿੰਦਰ ਸਿੰਘ, ਹਾਂਜੀ ਤੁਹਾਡਾ ਕੀ ਹਾਂ ਵਿਚਾਰ, ਕਿਸ ਤਰ੍ਹਾਂ ਸ਼ੁਰੂਆਤ ਹੋਵੇ ਇਹਦੀ? ਹਾਂਜੀ ਸਰ, ਦੇਖੋ ਇਤਿਹਾਸ ਹੀ ਸਾਨੂੰ ਸਿੱਧੀ ਡਾਇਰੈਕਸ਼ਨ ਦੇ ਰਿਹਾ ਹੈ ਕਿ ਗੁਰੂ ਅੰਗਦ ਦੇਵ ਮਹਾਰਾਜ ਬੱਚਿਆਂ ਨੂੰ ਕੁਸ਼ਤੀਆਂ ਵੀ ਕਰਾਉਂਦੇ ਸੀ ਤੇ ਪੜ੍ਹਾਉਂਦੇ ਵੀ ਸੀ ਛੋਟੇ ਬੱਚਿਆਂ ਨੂੰ। ਹਾਂਜੀ, ਸਾਡੇ ਵਾਸਤੇ ਗੁਰੂ ਸਾਹਿਬ ਤੋਂ ਵੱਡੀ ਤੇ ਸਿਹਤ ਹੀ ਕੋਈ ਨਹੀਂ ਹੋ ਸਕਦੀ। ਸੋ ਰਾਈਟ। ਨੈਚੁਰਲੀ ਜਿਹੜੇ ਸਾਡੇ ਗੁਰਦੁਆਰਾ ਸਾਹਿਬ ਨੇ, ਇਹਨਾਂ ਦੇ ਨਾਲ ਇੱਕ ਸਕੂਲ ਅਟੈਚਡ ਹੋਵੇ, ਉਹਦੇ ਵਿੱਚ ਜਿਹਦੇ ਵਿੱਚ ਸੰਸਾਰੀ ਵਿਦਿਆ ਦੇ ਨਾਲ ਨਾਲ ਧਾਰਮਿਕ ਵਿਦਿਆ ਬੱਚਿਆਂ ਨੂੰ ਦਿੱਤੀ ਜਾਵੇ। ਪਲੱਸ ਜਿੱਦਾਂ ਅੱਜ ਕੱਲ੍ਹ ਜਿਮ ਬੜੇ ਜ਼ਰੂਰੀ ਨੇ, ਕਿਉਂਕਿ ਨਹੀਂ, ਗੱਲ ਹੈ ਉਹ ਤਾਂ ਗੱਲ ਖਾਲੀ। ਤੁਹਾਡੀ, ਉਹ ਤਾਂ ਹਾਂਜੀ ਡਾਕਟਰ ਸਾਹਿਬ ਤੁਹਾਡੀ ਗੱਲ ਆਈਡੀਅਲ ਹੋ ਗਈ ਨਾ, ਜਿਹੜੀ ਤੁਸੀਂ ਗੱਲ ਕਰ ਰਹੇ ਆ। ਆਈ ਐਗਰੀ ਹਾਂਜੀ ਵਿਦ ਇਟ। ਮੇਰਾ ਹਾਂਜੀ ਸਰ। ਸਵਾਲ ਇਹ ਆ ਕਿ ਵੀ ਜਦੋਂ ਗੁਰਦੁਆਰੇ ਨਹੀਂ ਕਰ ਰਹੇ ਚੀਜ਼ਾਂ, ਹਾਂਜੀ ਉਹ ਨਹੀਂ ਸੁਣਦੇ ਸਾਡੀਆਂ ਗੱਲਾਂ, ਫਿਰ ਸਾਨੂੰ ਹਾਂਜੀ ਕੀ ਕਰਨਾ ਚਾਹੀਦਾ? ਸਰ ਦੇਖੋ, That's my ਕਾਮਨ ਤੇ question. ਸਾਨੂੰ ਕੋਈ ਪਲੇਟਫਾਰਮ ਬਣਾਉਣਾ ਪਏਗਾ। ਕਾਮਨ ਪਲੇਟਫਾਰਮ ਇਹ ਹੋ ਸਕਦਾ ਹੈ ਕਿ ਜਿੱਦਾਂ ਜੇ ਇਤਿਹਾਸਿਕ ਗੁਰਦੁਆਰੇ ਵੱਡੇ ਨੇ ਨਾ, ਜਿੱਦਾਂ ਆਪ ਜੀ ਨੇ ਕਿਹਾ ਡਾਕਟਰ ਸਾਹਿਬ ਕਿ ਤੁਹਾਨੂੰ ਉੱਥੇ ਕਥਾ, ਤੁਸੀਂ ਉੱਥੇ ਕਵਿਤਾ ਪੜ੍ਹਨੀ ਚਾਹੁੰਦੇ ਸੀ, ਨਹੀਂ ਪੜ੍ਹਨ ਜਾਂਦੇ। ਲੇਕਿਨ ਜਿਹੜੇ ਸਾਡੇ ਮਹੱਲਿਆਂ 'ਚ ਗੁਰਦੁਆਰਾ ਸਾਹਿਬ ਨੇ ਨਾ, ਜਿਸ ਤਰ੍ਹਾਂ ਪ੍ਰਿੰਸੀਪਲ ਸਾਹਿਬ ਕਹਿੰਦੇ ਪਿੰਡ ਦੇ ਗੁਰਦੁਆਰੇ 'ਚ ਗ੍ਰੰਥੀ ਨਹੀਂ ਸੀ ਹੈਗਾ, ਇਸ ਤਰ੍ਹਾਂ ਜੇ ਅਸੀਂ ਜਿਹੜੇ ਛੋਟੇ ਛੋਟੇ ਮਹੱਲਿਆਂ 'ਚ ਗੁਰਦੁਆਰਾ ਸਾਹਿਬ ਨੇ ਨਾ, ਲੋਕਲ ਗੁਰਦੁਆਰਾ, ਉਹਨਾਂ 'ਚ ਜਾ ਕੇ ਜੇ ਇਹ ਚੀਜ਼ਾਂ ਸ਼ੁਰੂ ਕਰ ਦਈਏ ਨਾ ਆਪਾਂ, ਕਿ ਕਾਮਨ ਪਲੇਸ ਦੇਖੋ, ਜਾਂ ਤੇ ਅਸੀਂ ਆਪਣੇ ਘਰ 'ਚ ਸ਼ੁਰੂ ਕਰ ਸਕਦੇ ਹਾਂ, ਤੇ ਜਾਂ ਜਿਹੜੀ ਕਾਮਨ ਪਲੇਸ ਤੇ ਸ਼ੁਰੂ ਕਰ ਸਕਦੇ ਹਾਂ, ਕੋਈ ਜਿਹੜਾ ਸੁਧਾਰ ਦਾ ਕੰਮ ਹੈ। ਰਾਈਟ। ਤੇ ਗੁਰਦੁਆਰੇ ਪਹਿਲਾਂ ਹੀ ਉਪਲਬਧ ਹੁੰਦੇ ਨੇ, ਨਹੀਂ ਤੇ ਅਸੀਂ ਕੋਈ ਜਗ੍ਹਾ ਲੈਣ ਦੀ ਕੋਸ਼ਿਸ਼ ਕਰਾਂਗੇ, ਵੱਡਾ ਪ੍ਰੋਜੈਕਟ ਹੋ ਜਾਂਦਾ ਹੈ। ਤੇ ਜਿਹੜੇ ਗੁਰਦੁਆਰੇ ਪਹਿਲਾਂ ਹੀ ਇਸ ਪਰਪਸ ਲਈ ਬਣੇ ਨੇ, ਜਿਹੜੇ ਛੋਟੇ ਗੁਰਦੁਆਰੇ ਨੇ, ਉੱਥੇ ਅਸੀਂ ਹਜੇ ਫੰਕਸ਼ਨ ਸ਼ੁਰੂ ਕਰ ਸਕਦੇ ਹਾਂ। ਕੋਈ ਵੀਕਲੀ ਫੰਕਸ਼ਨ ਸ਼ੁਰੂ ਕਰਤਾ, ਜਿਹੜੇ ਫੰਕਸ਼ਨ ਦੇ ਵਿੱਚ ਬੱਚੇ ਆ ਕੇ ਕੋਈ ਬੱਚਾ ਸਾਖੀ ਸੁਣਾ ਦੇ, ਕੋਈ ਜਿਹੜੀ ਸਿੱਖਿਆ ਲਈ ਹੋਵੇ, ਕੋਈ ਬੱਚਾ ਕਵਿਤਾ ਬਣਾ ਕੇ ਧਾਰਮਿਕ ਸੁਣਾ ਦੇਵੇ, ਕੋਈ, ਤਾਂ ਜੋ ਬੱਚਿਆਂ ਦਾ ਜਿਹੜਾ ਰੁਝੇਵਾਂ ਹੈ ਇਹ ਚੰਗੇ ਪਾਸੇ ਲੱਗੇ ਤੇ ਉਹਨਾਂ ਨੂੰ ਸ਼ੁਰੂ ਤੋਂ ਹੀ ਕੰਸਟਰਕਟਿਵ ਆਦਤ ਪੈ ਜਾਵੇ। ਜਦੋਂ ਮਾਈਂਡ ਕੰਸਟਰਕਟਿਵ ਨਹੀਂ ਹੋਏਗਾ ਤੇ ਫਿਰ ਉਹ ਡਿਸਟਰਕਟਿਵ ਹੋ ਜਾਏਗਾ। ਦੈਟਸ ਅ ਗੁੱਡ ਸੋ ਪੁਆਇੰਟ। ਗਿਆਨੀ ਜੀ, ਕਿਸ ਤਰ੍ਹਾਂ ਸ਼ੁਰੂ ਕੀਤਾ ਜਾ ਸਕਦਾ ਹੈ ਤੁਹਾਡੇ ਹਾਂਜੀ, ਇਲਾਕੇ 'ਚ? ਤੁਸੀਂ ਮੈਂ ਤੇ ਆਪਣਾ ਥੋੜਾ ਜਿਹਾ ਆਪਣਾ ਤਜਰਬਾ ਵੀ ਸਾਂਝਾ ਕਰਦਾ ਆ। ਭਈ ਗੁਰਦੁਆਰੇ 'ਚ ਰਹਿੰਦਿਆਂ ਹੋਇਆਂ ਬੱਚਿਆਂ ਦੀ ਪੰਜਾਬੀ ਦੀ ਕਲਾਸ ਲਾਉਂਦਾ ਰਿਹਾ, ਤੇ ਇੱਥੋਂ ਦੇ ਜੰਮੇ ਪਲੇ ਬੱਚੇ ਜਿਹੜੇ ਨੇ ਪੰਜਾਬੀ ਸਿੱਖ ਕੇ ਬਾਣੀ ਪੜ੍ਹਨ, ਭਗਤਾਂ ਦੀ ਬਾਣੀ ਤੱਕ ਉਹਨਾਂ ਨੂੰ ਮੈਂ ਸੰਥਿਆ ਕਰਾਤੀ ਸੀ। ਤੇ ਜਿਹੜੇ ਬੱਚੇ ਜੇ ਸਿਰਫ ਉਹਨਾਂ ਨੂੰ ਇਹੋ ਹੀ ਨਹੀਂ ਸੀ, ਪੰਜਾਬੀ ਨਹੀਂ ਸੀ ਸਿਖਾਉਂਦਾ, ਗੁਰਬਾਣੀ ਵੀ, ਤੇ ਉਹਨਾਂ ਨੂੰ ਫਿਰ ਨਾਲ ਦੀ ਨਾਲ ਇਹ ਸਮਝਾਇਆ ਵੀ ਜਾਂਦਾ ਸੀਗਾ ਵੀ ਸਾਡਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ, ਸਾਡੇ ਵੱਡੇ ਵਡੇਰਿਆਂ ਦਾ ਕਿਸ ਤਰ੍ਹਾਂ ਦਾ ਸੀਗਾ, ਇਹਦੇ ਸਾਨੂੰ ਸੰਸਾਰਿਕ, ਮਾਨਸਿਕ, ਸਰੀਰਕ ਕੀ ਸੁੱਖ ਮਿਲ ਸਕਦੇ ਆ। ਤੇ ਇਹੋ ਹੀ ਹੋਣਾ ਚਾਹੀਦਾ ਵੀ ਬੱਚਿਆਂ ਦੇ ਗਰੁੱਪ ਬਣਾ ਕੇ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਉਹਨਾਂ ਦੇ ਪ੍ਰੋਗਰਾਮ, ਜਿਵੇਂ ਸਕੂਲਾਂ 'ਚ ਪਹਿਲੇ ਬਾਲ ਸਭਾ ਲੱਗਦੀ ਹੁੰਦੀ ਸੀਗੀ, ਤੇ ਉਹਦੇ 'ਚ ਬੱਚੇ ਕੋਈ ਕਵਿਤਾ ਸੁਣਾਉਂਦਾ ਸੀਗਾ, ਕੋਈ ਕਹਾਣੀ ਸੁਣਾਉਂਦਾ ਸੀਗਾ, ਜਿਸ ਤਰ੍ਹਾਂ ਦਾ ਵੀ ਸੀ, ਇੱਕ ਉਤਸ਼ਾਹਿਤ ਕਰਨ ਦਾ ਤਰੀਕਾ ਆ ਵੀ ਇਹ ਕੀਤਾ ਜਾਵੇ। ਹਾਂਜੀ, ਜਾਂ ਇਸ ਤਰ੍ਹਾਂ ਹੀ ਮੈਂ, ਜਦੋਂ ਮੇਰੇ ਬੱਚੇ ਛੋਟੇ ਸੀਗੇ, ਇਸ ਤਰ੍ਹਾਂ ਹੀ ਕਰਦਾ ਰਿਹਾ ਮੈਂ। ਪਹਿਲਾਂ ਤਾਂ ਅਸੀਂ ਘਰ ਦੇ ਵਿੱਚ ਕਲਾਸਾਂ ਵਗੈਰਾ ਥੋੜ੍ਹੀਆਂ ਜਿਹੀਆਂ ਬਹੁਤੀਆਂ ਮੈਂ ਲਗਾਇਆ ਕਰਨੀਆਂ ਨਿਆਣਿਆਂ ਨੂੰ। ਹੋਰ ਨਹੀਂ ਤਾਂ ਜੇ ਫਰਜ਼ ਕਰੋ 10ਵੇਂ ਪਾਤਸ਼ਾਹ ਦਾ ਇਹੀ 2 ਲਾਈਨਾਂ ਉਹਨਾਂ ਨੇ ਯਾਦ ਕਰਾਈ ਜਾਣੀਆਂ, ਚਿੜੀਆਂ ਕੋਲੋਂ ਬਾਜ ਤੜਾਊਂ, 1.25 ਲੱਖ ਸੇ ਇੱਕ ਲੜਾਊਂ, ਤਵੀ ਗੋਬਿੰਦ ਸਿੰਘ ਨਾਮ ਕਹਾਊਂ। ਇਸ ਤਰ੍ਹਾਂ ਦੀਆਂ ਗੱਲਾਂ ਸਿੱਧੀਆਂ ਸਾਦੀਆਂ ਜਿਹੜੀਆਂ ਸੀਗੀਆਂ, ਉਹਨਾਂ ਦੇ ਮੂੰਹ ਚੜ੍ਹ ਗਈਆਂ ਚੀਜ਼ਾਂ ਉਹ, ਹੈ ਜੀ। ਜੇ ਨਾਲੇ ਫਿਰ ਘਰ ਦੇ ਵਿੱਚ ਕੀ ਹੁੰਦਾ ਸੀ, ਜੇ ਫਰਜ਼ ਕਰੋ ਬਰਫੀ ਬਣਾਈ ਆ ਜਾਂ ਬੇਸਣ ਵਗੈਰਾ ਬਣਾਇਆ, ਤਾਂ ਉਹਦਾ ਨਾਂ ਅਸੀਂ ਕੀ ਕਰਨਾ, ਬਈ ਇਹ ਮਹਾਰਾਜ ਦੀ ਯਾਦ ਦੇ ਵਿੱਚ ਇਹਨੂੰ ਅਸੀਂ ਸਤਨਾਮ ਕੈਂਡੀ ਕਹਿਣਾ। ਤਾਂ ਜੀ ਲਿਆਓ ਜੀ ਸਤਨਾਮ ਕੈਂਡੀ ਦਾ ਪ੍ਰਸ਼ਾਦ ਵਰਤਾਓ। ਆਪਾਂ ਹੁਣ ਰਹਿਰਾਸ ਦਾ ਪਾਠ ਕੀਤਾ, ਜਾਂ ਆਪਾਂ ਹੁਣ ਆ ਲਿਆਓ ਵੀ ਹੁਣ ਭੁੱਖ ਲੱਗੀ ਆ, ਸਤਨਾਮ ਕੈਂਡੀ ਲਿਆਓ। ਉਹਨਾਂ ਮੂੰਹ ਚੜ੍ਹ ਜਾਂਦਾ ਸੀ ਸਤਨਾਮ ਜਾਂ ਹੋਰ ਇਸ ਤਰ੍ਹਾਂ। ਜਾਂ ਫਿਰ ਸਾਡੇ ਕ੍ਰਿਸਮਸ ਟਰੀ ਵਗੈਰਾ ਲੱਗਦੇ ਸੀਗੇ ਆਲੇ ਦੁਆਲੇ ਬਾਕੀ ਦੇ ਘਰਾਂ ਦੇ ਵਿੱਚ, ਜਿੱਥੇ ਮੈਂ ਰਹਿੰਦਾ ਸੀਗਾ, ਜਾਂ ਮੋਸਟਲੀ ਕ੍ਰਿਸਚੀਅਨ ਸੀ। ਮੈਂ ਕਿਹਾ ਵੀ ਆਓ ਵੀ ਆਪਾਂ ਵੀ ਕ੍ਰਿਸਮਸ ਟਰੀ ਲਾਈਏ। ਆਪਾਂ ਕ੍ਰਿਸਮਸ ਟਰੀ ਦੇ ਉੱਤੇ ਜਿਹੜੇ ਔਰਨਾਮੈਂਟਸ ਨੇ ਨਾ, ਜਿਹੜੇ ਸਜਾਵਟ ਵਾਲੀਆਂ ਚੀਜ਼ਾਂ ਹੁੰਦੀਆਂ, ਬਜਾਏ ਫੋਟੋ ਲਾਉਣ ਦੇ ਜੀਸਸ ਦੀ ਜਾਂ ਉਹਨਾਂ ਦੀ ਜੋ ਉਹਨਾਂ ਦਾ ਰੀਤ ਰਿਵਾਜ ਸੀ ਉਹ ਕਰਨ, ਅਸੀਂ ਕੀ ਆ, ਤੁਸੀਂ ਠੀਕ ਹੈ ਇੱਥੇ ਆ ਬਣਾ ਕੇ ਕੀ ਕਹਿੰਦੇ ਆ, ਇੱਕ ਓਂਕਾਰ ਦਾ ਜਿਹੜਾ ਹੈਗਾ ਬਣਾਓ ਪੇਪਰ ਤੇ, ਉਹਦਾ ਔਰਨਾਮੈਂਟ ਜੋੜੋ ਉੱਥੇ। ਇੱਧਰਲੇ ਪਾਸੇ ਸਤਨਾਮ ਦਾ ਜਿਹੜਾ ਮੂਲ ਮੰਤਰ ਦਾ ਹੈਗਾ ਹੈ ਜੀ, ਲੈ ਕੇ ਉਹਦੇ ਵਿੱਚੋਂ, ਜਾਂ ਇੱਥੇ ਅਸੀਂ ਗੁਰੂ ਨਾਨਕ ਸਾਹਿਬ ਦੇ 10 ਪਾਤਸ਼ਾਹਾਂ ਦੇ ਨਾਂ, ਤਾਂ ਕਿ ਉਹਨਾਂ ਦਾ ਮਨ ਜਿਹੜਾ ਕ੍ਰਿਸਮਸ ਟਰੀ ਵੱਲ ਵੀ ਨਿਕਲ ਜੇ, ਵੀ ਸਾਡੇ ਘਰ ਵੀ ਹੈਗਾ, ਤੇ ਨਾਲ ਉਹਦੇ ਯਾਦਦਾਸ਼ਤ ਵੀ ਬਣ ਜੇ ਇਹਨਾਂ ਚੀਜ਼ਾਂ ਦੀ, ਜਿਹੜੀ ਵੋਕੈਬਲਰੀ ਆ ਸਾਡੇ
ਧਾਰਮਿਕ ਚੀਜ਼ਾਂ ਦੀ। ਦਿਸ ਇਜ਼ ਹਾਊ ਆਈ ਡਿਡ ਵਿਦ ਇਨ ਮਾਈ ਹਾਂਜੀ ਸਿਚੁਏਸ਼ਨ। ਤੇ ਫਿਰ ਹੌਲੀ ਹੌਲੀ ਉਹਨਾਂ ਨੂੰ ਇਸ ਪਾਸੇ ਪ੍ਰੇਮ ਸ਼ੁਰੂ ਹੋ ਗਿਆ, ਐਂਡ ਦੇ ਡਿਡ ਦ ਸੇਮ ਫॉर देयर ਚਿਲਡਰਨ। ਤੇ ਐਂਡ ਇਟ ਵਰਕਸ ਪ੍ਰੀਟੀ ਵੈਲ ਫॉर them। ਤੇ ਕਈਆਂ ਹੋਰਨਾਂ ਨੂੰ ਵੀ ਅਸੀਂ ਇਨਕਰੇਜ ਕੀਤਾ ਮਿਸਾਲ ਦੇ ਕੇ ਵੀ ਤੁਸੀਂ ਕਰੋ ਇਹ ਇਸੇ ਤਰ੍ਹਾਂ। ਜਿਵੇਂ ਹੁਣ ਇਹ ਟਰੀ ਦੇ ਜਿਹੜਾ ਟਰੀ ਸੀਗਾ ਕ੍ਰਿਸਮਸ ਟਰੀ, ਉਹਦੇ ਉੱਤੇ ਉਹ ਸਟਾਰ ਲਾਇਆ ਹੁੰਦਾ ਉਹਨਾਂ ਦਾ, ਹੈ ਜੀ। ਉਹਦਾ ਸਟਾਰ ਦਾ ਮਤਲਬ ਹੁੰਦਾ ਵੀ ਜੀਸਸ ਕ੍ਰਾਈਸਟ ਦੀ ਬਰਥ ਹੋਈ। ਤੇ ਮੈਂ ਉਹਨਾਂ ਨੂੰ ਸਟੋਰੀ ਦੱਸਦਾ ਹੁੰਦਾ ਸੀ ਕਿ ਬਈ ਆਪਣੇ ਜਦੋਂ ਗੁਰੂ ਗੋਬਿੰਦ ਸਿੰਘ ਦਾ ਜਨਮ ਹੋਇਆ ਨਾ ਪਟਨੇ ਦੇ ਵਿੱਚ, ਤਾਂ ਭੀਖਨ ਸ਼ਾਹ ਨੇ ਕਿਵੇਂ ਦੇਖਿਆ ਵੀ ਇੱਕ ਨੂਰ ਪੈਦਾ ਹੋਇਆ, ਤੇ ਉਹਨੇ ਬਜਾਏ ਪੱਛਮ ਦੇ ਥਾਂ ਪੂਰਬ ਵੱਲ ਆਪਣਾ ਨਮਾਜ਼ ਪੜ੍ਹਨੀ ਸ਼ੁਰੂ ਕਰ ਦਿੱਤੀ। ਤੇ ਉਹਦੇ ਪੁੱਛਦੇ ਸੀਗੇ ਆਲੇ ਦੁਆਲੇ ਵੀ ਅੱਜ ਕੀ ਗੱਲ ਹੋਈ ਫਕੀਰ ਜੀ, ਤੁਸੀਂ ਕਿਉਂ ਬਦਲਦੀ ਇਹ ਗੱਲ। ਤੇ ਮੈਂ ਉਹਨਾਂ ਨੂੰ ਇਹ ਸਟੋਰੀ ਸਾਂਝੀ ਕਰਕੇ ਤੇ ਉਹ ਸਮਝਾਉਂਦਾ ਹੁੰਦਾ ਸੀਗਾ ਕਿ ਵੀ ਸਾਡੇ ਲਈ ਉਹ ਨੂਰ ਜਿਹੜਾ ਉਸ ਵਕਤ ਪੈਦਾ ਹੋਇਆ, ਤੇ ਉਹਦੀ ਯਾਦ ਜਿਹੜੀ ਹੈ ਕ੍ਰਿਸਮਸ ਟਰੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਕਿਉਂਕਿ ਮੈਨੂੰ ਆਈਡੀਆ ਇੱਥੋਂ ਪੈਦਾ ਹੋਇਆ ਸੀਗਾ ਕਿ ਵੀ ਜਿਵੇਂ ਹੁਣ ਦੇਖੋ ਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤੇ ਸੀਗੇ ਫੰਕਸ਼ਨ, ਵਿਸਾਖੀ ਤੇ ਇਕੱਠ ਹੁੰਦਾ ਸੀਗਾ, ਤੇ ਇਸੇ ਤਰ੍ਹਾਂ ਦੀਵਾਲੀ ਤੇ ਇਕੱਠ ਹੁੰਦਾ ਸੀ, ਕਿਉਂ ਲੋਕਾਂ ਨੇ ਉਹ ਮਨਾਉਣੀਆਂ ਹੀ ਸੀਗੀਆਂ ਚੀਜ਼ਾਂ, ਕਿਉਂ ਹਿੰਦੀ ਰੀਤ ਰਿਵਾਜ ਸੀਗੇ। ਪਰ ਉਹਨਾਂ ਨੇ ਕਿਹਾ ਕਿਉਂ ਨਾ ਅਸੀਂ ਇੱਥੇ ਮਨਾਉਣੀਆਂ ਸ਼ੁਰੂ ਕਰ ਦਈਏ ਆਪਣੇ ਢੰਗ ਦੇ ਨਾਲ, ਤੇ ਉਹੀ ਜਿਹੜੇ ਪੁਰਾਣੇ ਰੀਤ ਰਿਵਾਜ ਆ ਉਹਨਾਂ ਨੂੰ ਰੰਗਤ ਦੇ ਦਿੱਤੀ ਜਾਵੇ, ਗੁਰਮਤਿ ਰੰਗਤ। ਜਿਵੇਂ ਕਿ 10ਵੇਂ ਪਾਤਸ਼ਾਹ ਦੇ ਮੌਕੇ ਹੋਲੀ ਦੇ ਨਾਲ ਹੋਲਾ ਮਹੱਲਾ ਸ਼ੁਰੂ ਹੋਇਆ, ਹੈ ਜੀ। ਸੋ ਸਮਥਿੰਗ ਆਫ ਦੈਟ ਨੇਚਰ। ਜਿੱਥੇ ਜਿਹੜੇ ਮੁਲਕਾਂ ਦੇ ਵਿੱਚ, ਜਿਹੜੇ ਇਲਾਕਿਆਂ 'ਚ ਅਸੀਂ ਰਹਿੰਦੇ ਹਾਂ, ਉੱਥੇ ਦੇ ਰੀਤ ਰਿਵਾਜ ਦੇਖ ਕੇ ਸਾਨੂੰ ਵੀ ਨੀਡ ਸਮ ਨਿਊ ਅਡੈਪਟੇਸ਼ਨਸ, ਕਿ ਵੀ ਇਹ ਨਹੀਂ ਕਿ ਵੀ ਸਾਡਾ ਜਿਹੜਾ ਧਾਰਮਿਕ ਜਿਹੜੀ ਸਿਲਸਿਲਾ ਖਤਮ ਹੀ ਹੋ ਜੇ, ਪਰ ਵੀ ਨੀਡ ਟੂ ਅਡੈਪਟ ਟੂ ਦ ਲੋਕਲ ਨੀਡਸ, ਕਿ ਵੀ ਨਿਆਣੇ ਨੂੰ ਉਹ ਲੋਕਲ ਵੀ ਆਨੰਦ ਆਵੇ ਤੇ ਆਪਣੇ ਪਿਛੋਕੜ ਦਾ ਵੀ ਆਨੰਦ ਆਵੇ, ਤੇ ਫਿਰ ਜੋ ਵੱਡੇ ਹੋਣਗੇ ਉਹਨਾਂ ਦੀ ਸਮਝ ਦੇ ਵਿੱਚ ਹੋਰ ਖਿਆਲਾਤ ਪੈਦਾ ਹੋ ਜਾਣਗੇ। ਦੈਟਸ ਵਨ ਆਫ ਮਾਈ ਸੁਜੈਸ਼ਨ ਜਿਹੜੀ ਮੈਂ ਕਰਦਾ ਰਿਹਾ ਆਪਣੀ ਜ਼ਿੰਦਗੀ ਦੇ ਵਿੱਚ। ਬਿਲਕੁਲ ਠੀਕ ਜੀ। ਹੋਰ ਤੁਸੀਂ ਆਪਣੇ ਕੋਈ ਹੋਰ ਵਿਚਾਰ ਦੱਸੋ। ਆਪਣਾ ਟਾਈਮ ਖਤਮ ਹੋ ਜਾਣਾ ਛੇਤੀ, ਹੁਣ ਥੋੜਾ ਜਿਹਾ ਟਾਈਮ ਰਹਿ ਗਿਆ। ਐਨੀਥਿੰਗ ਐਲਸ ਯੂ ਲਾਈਕ ਟੂ ਐਡ ਡਾਕਟਰ ਕੁਲਵਿੰਦਰ ਸਿੰਘ? ਹਾਂਜੀ ਸਰ, ਮੈਂ ਵੀ ਹੁਣ ਜਿੱਦਾਂ ਪਿੱਛੇ ਕਰੋਨਾ ਪੀਰੀਅਡ ਤੋਂ ਪਹਿਲਾਂ ਘਰ ਕੀਰਤਨ ਸਿਖਾਉਣਾ ਸ਼ੁਰੂ ਕੀਤਾ ਹੈ ਸੀ। ਮੈਨੂੰ ਥੋੜਾ ਬਹੁਤਾ ਕੀਰਤਨ ਆਉਂਦਾ, ਲੇਕਿਨ ਮੈਂ 2-3 ਵੱਡੇ ਮੇਰੇ ਫਰੈਂਡਸ ਸਨ ਜੋ ਆਉਂਦੇ ਸਨ ਸਿੱਖਣ ਵਾਸਤੇ। ਇੱਦਾਂ ਮੇਰੀ ਇੱਛਾ ਸੀ ਕਿ ਮੈਂ ਬੱਚਿਆਂ ਨੂੰ ਸਿਖਾਉਣਾ ਸ਼ੁਰੂ ਕਰਾਂ, ਲੇਕਿਨ ਉਹ ਫਿਰ ਹੁਣ ਕਰੋਨਾ ਪੀਰੀਅਡ ਕਰਕੇ ਅੱਜ ਕੱਲ੍ਹ ਤੇ ਉਹ ਅਲਾਊਡ ਨਹੀਂ ਹੈਗਾ, ਗੈਦਰਿੰਗਸ ਜਿਹੜੀਆਂ ਹੈਗੀਆਂ ਨੇ, ਠੀਕ ਹੈ। ਉਹ ਸਾਡਾ ਫਿਰ ਕੰਮ ਥੋੜਾ ਜਿਹਾ ਪ੍ਰੋਜੈਕਟ ਥੋੜਾ ਡਿਲੇ ਹੋ ਗਿਆ। ਸਿਮਿਲਰਲੀ ਵੀਕਲੀ ਮੈਂ ਘਰ ਪ੍ਰੋਗਰਾਮ ਕਰਦਾ ਸਾਂ, ਗੈਦਰਿੰਗਸ, ਕਿ ਘਰ ਸੰਗਤ ਆਉਂਦੀ ਸੀ ਤੇ ਘਰ ਪ੍ਰੋਗਰਾਮ ਹੁੰਦਾ ਸੀ ਕੀਰਤਨ ਦਾ। ਸੋ ਵਨ ਵੇ ਔਰ ਦਾ ਅਦਰ, ਹਾਂਜੀ, ਜਿੰਨਾ ਵੀ ਮਤਲਬ ਹੋ ਸਕੇ। ਤੇ ਹੁਣ ਜਿੱਦਾਂ ਤੁਹਾਡੇ ਨਾਲ ਜੁੜੇ ਆ, ਹੁਣ ਉਹ ਤੁਹਾਡੇ ਤੋਂ ਸਾਨੂੰ ਪੁਸ਼ ਹੋਰ ਮਿਲਦੀ ਰਹਿੰਦੀ ਹੈ, ਤੇ ਹੁਣ ਇੱਛਾ ਹੈਗੀ ਆ ਕਿ ਚਲੋ ਇਸ ਚੀਜ਼ ਨੂੰ ਹੋਰ ਵੱਡੇ ਪੱਧਰ ਤੇ ਵਧਾਈਏ। ਤੇ ਜਸਟ ਟੈਂਪਰੇਰਲੀ ਕਰੋਨਾ ਪੀਰੀਅਡ ਕਰਕੇ ਇਹ ਕੰਮ ਢਿੱਲਾ, ਪਰ ਅਜੇ ਵੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿੱਦਾਂ ਸਾਡਾ ਪ੍ਰੋਗਰਾਮ ਹੋ ਰਿਹਾ ਹੈ, ਇਸ ਤਰ੍ਹਾਂ ਕਈ ਲਾਈਵ ਪ੍ਰੋਗਰਾਮ ਚੱਲਦੇ ਆ, ਤੇ ਮੈਂ ਘਰ ਸੈਟਅਪ ਰੱਖਿਆ ਵਾ। ਜਿਸ ਕਿਸੇ ਨੇ ਲਾਈਵ ਹੋਣਾ ਹੁੰਦਾ ਮੇਰੇ ਕੋਲ ਆ ਜਾਂਦਾ, ਤੇ ਉਹਨੂੰ ਮੈਂ ਸਾਰੀ ਪ੍ਰੋਵਾਈਡ ਕਰ ਦਿੰਦਾ ਵਾ। ਉਹ ਜਿੰਨਾ ਜੱਥਾ ਆਉਣਾ ਹੁੰਦਾ, ਕਿਸੇ ਨੇ ਕਥਾ ਕਰਨੀ ਹੈ ਜਾਂ ਕੋਈ ਕੀਰਤਨ ਕਰਨਾ ਹੈ, ਤੇ ਉਹ ਮੇਰੇ ਕੋਲ ਲੱਕੀਲੀ ਅੱਜ ਵੀ ਬੱਚੇ ਆ ਰਹੇ ਨੇ ਸ਼ਾਮ ਨੂੰ, ਤੇ ਉਹ ਲਾਈਵ ਹੁੰਦੇ ਨੇ, ਮੈਂ ਸਾਰਾ ਪ੍ਰੋਵਾਈਡ ਕਰਦਾ ਵਾਂ। ਸੋ ਜਿੰਨਾ ਕੁ ਹੋ ਸਕਦਾ ਮੈਂ ਕਰੀ ਜਾਂਦਾ ਵਾਂ। ਵੈਰੀ ਨਾਈਸ ਜੀ, ਬਹੁਤ ਚੰਗੀ ਗੱਲ ਹੈ। ਹੁਣ ਤੁਹਾਡੇ ਆਪਣੇ ਬੱਚੇ ਜਿਹੜੇ ਵੱਡੇ ਹੋ ਰਹੇ ਨੇ, ਉਹਨਾਂ ਨੂੰ ਵੀ ਹੋਪਫੁਲੀ ਇਧਰਲੇ ਪਾਸੇ ਕੰਟੀਨਿਊ ਰੱਖਣਗੇ ਦੈਟ ਟ੍ਰੈਡੀਸ਼ਨ, ਕਿਉਂਕਿ ਇਟਸ ਜਸਟ ਵਨ ਕੈਂਡਲ ਲਾਈਟਸ ਅਨਦਰ, ਦੈਟਸ ਦ ਵੇ ਇਟ ਗੋਜ਼। ਜੇ ਅਸੀਂ ਕਿ ਵੱਡੀ ਸੰਸਥਾਵਾਂ ਕਰਨਗੀਆਂ, ਉਹ ਫੋਰਗੇਟ ਅਬਾਊਟ ਇਟ, ਨੋ ਵਨ ਇਜ਼ ਗੋਇੰਗ ਟੂ ਡੂ ਐਨੀਥਿੰਗ। ਉਹਨਾਂ ਦੇ ਤਾਂ ਆਪਣੇ ਹੋਰ ਹੀ ਏਜੰਡੇ ਨੇ। ਹਾਂਜੀ। ਸੋ ਗਿਆਨੀ ਧਰਮ ਸਿੰਘ ਜੀ, ਤੁਸੀਂ ਆਪਣੇ ਲਾਸਟ ਵਰਡਸ ਕੋਈ? ਹਾਂਜੀ, ਬਸ ਇਹੋ ਹੀ ਆ ਕਿ ਜਹਾਂ ਚਾਹ ਵਹਾਂ ਰਾਹ। ਜਦੋਂ ਬੰਦਾ ਕਰਨਾ ਚਾਹਵੇ, ਤੈਨੂੰ ਆਈਡੀਆ ਜਿਹੜੇ ਆਪਣੇ ਆਪ ਫੁਰਦੇ ਰਹਿੰਦੇ ਨੇ, ਤੇ ਆਪਣੇ ਅੰਦਰ ਇਹ ਭਾਵਨਾ, ਕਿਉਂਕਿ ਸਾਨੂੰ ਗੁਰੂ ਸਾਹਿਬ ਜੀ ਨੇ ਬੜਾ ਵੱਡੀ ਜ਼ਿੰਮੇਵਾਰੀ ਵੀ ਬਖਸ਼ੀ ਆ, ਤੇ ਸਾਨੂੰ ਗਿਆਨ ਵੀ ਦਿੱਤਾ ਕਿ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਇਹ ਗੱਲ ਬਿਲਕੁਲ ਠੀਕ ਹੈ ਜੀ ਤੁਹਾਡੀ। ਤੇ ਸੋ ਤੁਸੀਂ ਆਸਟ੍ਰੇਲੀਆ 'ਚ ਰਹਿੰਦੇ ਆ, ਤੁਸੀਂ ਇੰਡੀਆ ਦੇ ਵਿੱਚ ਰਹਿੰਦੇ ਆ। ਆਮ ਗਲੈਡ ਕੇ ਵੀ ਕੈਰਿੰਗ ਔਨ ਦਾ ਮਿਸ਼ਨ ਮਹਾਰਾਜ ਦਾ, ਜਿਹੜਾ ਕਿ ਜਿਹੜੀਆਂ ਇਹ ਚੀਜ਼ਾਂ ਨੇ, ਨਸ਼ੇ ਹੋਏ, ਹੋਰ ਚੀਜ਼ਾਂ ਹੋਈਆਂ, ਜਾਤ ਪਾਤ ਹੋਈ, ਹੋਰ ਜਿਹੜੀਆਂ ਚੀਜ਼ਾਂ ਨੇ ਸਾਰੀਆਂ, ਥੀਸ ਆਰ ਸਿੰਪਟਮਸ।
ਸਿੰਪਟਮਸ ਹੈਗੀਆਂ ਅੰਡਰਲਾਈਂਗ ਰੈਸਟਲੈਸਨੈਸ ਦੀਆਂ। ਉਹ ਜਿਹੜੀ ਰੈਸਟਲੈਸਨੈਸ ਹੈ ਨਾ, ਜਿੰਨਾ ਚਿਰ ਉਹ ਕੰਟਰੋਲ ਨਹੀਂ ਹੁੰਦੀ, ਉਹ ਰੀਡਾਇਰੈਕਟ ਨਹੀਂ ਹੁੰਦੀ, ਉਹਨਾਂ ਚਿਰ ਉਹ ਸਾਡਾ ਸੁਧਾਰ ਨਹੀਂ ਹੋ ਸਕਦਾ। ਕਿਉਂਕਿ ਜਿਹੜਾ ਸਹਿਜ ਦੇ ਵਿੱਚ ਆਉਣਾ ਉਹ ਬਹੁਤ ਜ਼ਰੂਰੀ ਆ, ਨਹੀਂ ਤਾਂ ਬੰਦਾ ਸਹਿਜ ਦੇ ਵਿੱਚ ਹੀ ਰਹਿੰਦਾ। ਉਹ ਜਿੰਨੀ ਸਹਿਜ ਹੋਊਗੀ ਓਨਾ ਹੀ, ਜਿਵੇਂ ਆਨੰਦ ਸਾਹਿਬ ਦੇ ਵਿੱਚ ਆਉਂਦਾ ਹੈ ਜੀ, ਜਿੰਨਾ ਸਹਿਜਾ ਰਹੂਗਾ ਉਹਨਾਂ ਬੰਦੇ ਨੇ ਤਿਉਂ ਤੜਫਣਾ ਹੈ ਜੀ, ਐਜੀਟੇਸ਼ਨ ਰਹਿਣੀ ਹੈ। ਤੇ ਇਲਾਜ ਇਹੀ ਹੋਈ ਹੈ ਕਿ ਬਈ ਜਿਵੇਂ ਮੀਰੀ ਪੀਰੀ ਦਾ ਅਸੀਂ ਕਹਿੰਦੇ ਆ, ਇਹ ਨਾਲੋਂ ਨਾਲ ਚੱਲਣੀਆਂ ਚਾਹੀਦੀਆਂ ਨੇ, ਦੁਨਿਆਵੀ ਕੰਮਕਾਰ ਵੀ ਤੇ ਧਾਰਮਿਕ ਵੀ ਨਾਲੋਂ ਨਾਲ ਚੱਲਣੇ ਚਾਹੀਦੇ ਨੇ। ਜੇ ਅਲੱਗ-ਅਲੱਗ ਹੋ ਜਾਣ ਤੇ ਫਿਰ ਉਹ ਜਿਹੜੀ ਹੈ, ਇਹ ਜਿਹੜੀ ਦਫਾੜ ਹੈ ਉਹ ਕਿਸੇ ਕੰਮ ਨਹੀਂ, ਉਹ ਜੀਵਨ ਨੂੰ ਤਬਾਹੀ ਕਰ ਦਿੰਦੀ ਹੈ। ਜਾਂ ਤਾਂ ਫਿਰ ਬੰਦੇ ਸਿੱਧਾ ਵਾਂਗੂ ਜਾ ਰਲ ਕੇ ਮੰਗ ਬਣ ਜਾਂਦੇ ਨੇ, ਉੱਥੇ ਪਹਾੜਾਂ 'ਚ ਛੁਪ ਜਾਂਦੇ ਨੇ, ਜਾਂ ਫਿਰ ਉਹ ਭਾਈ ਲਾਲੂ ਭਾਈ ਭਾਗੋ ਵਰਗੇ ਜਿਹੜੇ ਨੇ ਉਹ ਲੋਕਾਂ ਦਾ ਖੂਨ ਚੂਸਦੇ ਰਹਿੰਦੇ ਨੇ। ਗੱਲ ਇਹ ਆ, ਉਹਨਾਂ ਦੇ ਜੀਵਨ ਦੇ ਵਿੱਚ ਹੀ ਲਿਆ ਕੇ ਨੇੜੇ ਸਾਰੀਆਂ ਜਿਹੜੀਆਂ ਚੀਜ਼ਾਂ ਨਾਲੋਂ ਨਾਲ ਚਲਾਉਣ ਦੀ ਲੋੜ ਹੈ। ਤੇ ਉਹਦੇ ਲਈ ਸਾਨੂੰ ਕੋਸ਼ਿਸ਼ ਕਰਦੇ ਰਹਿਣਾ ਸਾਡਾ ਫਰਜ਼ ਹੈ। ਬਰਕਤ ਵਾਹਿਗੁਰੂ ਨੇ ਆਪ ਪਾਉਣੀ ਹੈ, ਹਾਂਜੀ, ਮਹਾਰਾਜ ਨੇ ਆਪ ਪਾਉਣੀ ਹੈ, ਤੇ ਉਹਨਾਂ ਤੋਂ ਸੇਧ ਲੈ ਕੇ। ਚਲੋ ਜੀ, ਥੈਂਕ ਯੂ ਫॉर योर ਪਾਰਟਿਸਿਪੇਸ਼ਨ। ਨੈਕਸਟ ਟਾਈਮ we will have a subject, how to achieve peace, ਹਾਂਜੀ। We will talk more about the peace, different aspects, but today we conclude our program on the drug issues and society in Punjab. Unless you have anything else you like to bring about, let me know. So thank you, बहुत मेहरबानी for participation, and also thank you to the audience for your participation, and please subscribe to the program if you haven't, and also encourage others to watch it. And we're very thankful for your time to watch this program. If you have any questions, let Sadar Meghraj Singh know so that we can address them in our subsequent programs. Again, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। Thank you.